ਸਾਰੇ ਪਰਿਵਾਰ ਦਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ PTN 24। ਆਪਾਂ ਗੱਲਾਂ ਬਾਤਾਂ ਕਰਾਂਗੇ ਜੀ ਤੁਹਾਡੇ ਨਾਲ ਵੀ। ਅੱਜ 23 ਅਪ੍ਰੈਲ ਆ ਤੇ ਵੀਰਵਾਰ ਦਿਨ ਹੈ ਜੀ। ਟੈਂਪਰੇਚਰ ਜਿਹੜਾ 2 ਤੇ ਦੁਪਹਿਰੇ 6 ਹੋ ਜਾਊਗਾ। ਬਦਲਵਾਈ ਬਣੀ ਰਹੂਗੀ ਤੇ ਫੀਲ ਲਾਈਕ -2 ਆ। ਹੁਣ 16 ਕਿਲੋਮੀਟਰ ਦੀ ਸਪੀਡ ਦੇ ਨਾਲ ਹਵਾ ਚੱਲ ਰਹੀ ਹੈ। ਸੂਰਜ 6:20 ਤੇ ਚੜਿਆ ਤੇ 8:12 ਤੇ ਛਿਪੇਗਾ। ਬਦਲਵਾਈ ਬਣੀ ਰਹੇਗੀ। ਬਹੁਤ ਜ਼ਿਆਦਾ ਜਿਹੜਾ ਨਾ ਦਿਨ ਠੰਡਾ ਹੈ ਤੇ ਨਾ ਹੀ ਗਰਮ ਆ। ਆਪਣੇ ਨਾਲ ਬਖਤੌਰ ਸਿੰਘ ਢਿੱਲੋਂ ਹੋਣਗੇ ਪੰਜਾਬ ਤੋਂ, ਬਠਿੰਡੇ ਤੋਂ, ਤੇ ਨਾਲ ਹੀ ਹਰਜਿੰਦਰ ਸਿੰਘ ਧਨੋਆ ਆਪਾਂ ਨੂੰ ਇੱਥੋਂ ਦੀ ਅਪਡੇਟ ਦੇਣਗੇ ਕੀ ਕੁਝ ਘਟਿਆ ਵਾਪਰਿਆ। ਆਪਾਂ ਉਸ ਵਿਸ਼ੇ ਤੇ ਵੀ ਗੱਲਬਾਤ ਕਰਾਂਗੇ। ਗੁਆਂਢੀ ਮੁਲਕ ਦੀ ਵੀ ਗੱਲਬਾਤ ਕਰਾਂਗੇ ਜੀ, ਟਰੰਪ ਸਾਹਿਬ ਦੀ ਵੀ। ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਦਾ ਜੀ। ਢਿੱਲੋਂ ਸਾਹਿਬ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਧੰਨਵਾਦ ਜੀ, ਮਿਹਰਬਾਨੀ। ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ, ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ ਆਪਾਂ ਚੱਲਦੇ ਹਾਂ ਜੀ। ਜਿਹੜੀ ਭਾਰਤ ਦੇ ਵਿੱਚ ਬੜਾ ਵਰਤਾਰਾ ਚੱਲਦਾ ਹੁੰਦਾ ਸੀ, ਇੱਕ ਭੀੜ ਵੱਲੋਂ ਮਾਓ ਲੈਂਚਿੰਗ ਦੇ ਨਾਲ ਜਿਹੜੇ ਇਕੱਠੇ ਹੋ ਕੇ ਲੋਕਾਂ ਨੂੰ ਮਾਰ ਦੇਣਾ, ਉਸ ਵਿਸ਼ੇ ਤੇ ਕੋਈ ਵੀ ਕਾਰਵਾਈ ਨਹੀਂ ਸੀ ਹੁੰਦੀ। ਹੁਣ ਖਬਰ ਆਈ ਸੀਗੀ ਕੁਝ ਦਿਨ ਪਹਿਲਾਂ, ਪਾਲ ਘਰ ਦੁਖਾਂਤ 101 ਦੋਸ਼ੀਆਂ ਚੋਂ ਇੱਕ ਵੀ ਨਹੀਂ ਹੈ ਮੁਸਲਮਾਨ। ਪਹਿਲਾਂ ਹਮੇਸ਼ਾ ਹੀ ਮੁਸਲਮਾਨਾਂ ਨੂੰ ਟਾਰਗੇਟ ਬਣਾਇਆ ਜਾਂਦਾ ਸੀ ਜੀ। ਦੇਖੋ ਚੰਦੀ ਸਾਹਿਬ, ਇਹ ਹੈ ਕਿ ਪਾਲ ਘਰ ਦਾ ਜਿਹੜਾ ਘਟਨਾਕ੍ਰਮ ਹੈ, ਥੋੜਾ ਜਿਹਾ ਆਪਾਂ ਆਪਣੇ ਸਰੋਤਿਆਂ ਨੂੰ ਤਰੋ ਤਾਜ਼ਾ ਰੱਖਣ ਵਾਸਤੇ ਜੀ, ਤੇ ਜਿਹੜੇ ਨਵੇਂ ਨਾਲ ਜੁੜੇ ਹੁੰਦੇ ਆ, ਪੁਰਾਣਿਆਂ ਨੂੰ ਪਤਾ, ਉਹ ਥੋੜਾ ਜਿਹਾ ਆਪਾਂ ਨੂੰ ਉਹਦੇ ਪਿਛੋਕੜ ਵਿੱਚ ਜਾਣਾ ਪੈਣਾ ਹੈ। ਕੁਝ ਦਿਨ ਪਹਿਲਾਂ ਚੇਨਈ ਤੋਂ, ਜਿਹਨੂੰ ਅਸੀਂ ਮੁੰਬਈ ਵੀ ਕਹਿ ਦਿੰਦੇ ਆ, ਮੁੰਬਈ ਤੋਂ, ਚੇਨਈ ਨਹੀਂ, ਮੁੰਬਈ ਤੋਂ ਜਾਣਾ ਸੀ ਦੋ ਸਾਧੂਆਂ ਨੇ ਜੀ। ਗੁਜਰਾਤ ਦਾ ਸ਼ਹਿਰ ਸੂਰਤ, ਉੱਥੇ ਕਿਉਂਕਿ ਉਹਨਾਂ ਦੇ ਗੁਰੂ ਦੀ ਮੌਤ ਹੋ ਗਈ ਸੀ ਤੇ ਉਹਦਾ ਸੰਸਕਾਰ ਹੋਣਾ ਸੀ। ਸੰਸਕਾਰ ਸ਼ਾਮਲ ਹੋਣ ਲਈ ਜਾਣਾ ਸੀ, ਲੇਕਿਨ ਉਹਨਾਂ ਦੇ ਕੋਲ ਕੋਈ ਪਰਮਿਸ਼ਨ ਨਹੀਂ ਸੀ, ਕਿਉਂਕਿ ਸਟੇਟ ਟੂ ਸਟੇਟ ਚੇਂਜ ਕਰਨ ਵਾਸਤੇ ਬਾਰਡਰ ਕ੍ਰਾਸ ਕਰਨਾ ਪੈਂਦਾ, ਤੇ ਬਾਰਡਰ ਉਨੀ ਦੇਰ ਕ੍ਰਾਸ ਨਹੀਂ ਹੁੰਦਾ ਜਿੰਨੀ ਦੇਰ ਤੱਕ ਉਹਨਾਂ ਕੋਲ ਪ੍ਰੋਪਰ ਪਰਮਿਸ਼ਨ ਨਾ ਹੋਵੇ ਜੀ। ਪਰਮਿਸ਼ਨ ਇਹਨਾਂ ਕੋਲ ਹੈ ਨਹੀਂ ਸੀ। ਪਰ ਇਹ ਇੱਕ ਟੇਢੇ ਰਸਤੇ ਦੇ ਰਾਹੀਂ ਆਦਿਵਾਸੀ ਇਲਾਕੇ ਆ ਜਿਹੜੇ ਜੰਗਲਾਂ ਦੇ ਵਿੱਚ ਵੀ ਜਾ ਰਹੇ ਸੀ, ਉਸ ਪਾਸੇ ਡਰਾਈਵਰ ਇਹਨਾਂ ਦਾ ਗੱਡੀ ਚਲਾਉਂਦਾ ਸੀ। ਜਿਸ ਵੇਲੇ ਉਹ ਆਦਿਵਾਸੀ ਇਲਾਕੇ ਚੋਂ ਨਿਕਲੇ ਤੇ ਉਹਨਾਂ ਨੂੰ ਜੰਗਲਾਤ ਵਾਲਿਆਂ ਨੇ ਰੋਕ ਕੇ ਪੁੱਛਿਆ, ਚੋਰੀਆਂ ਵਗੈਰਾ ਕਾਫੀ ਹੁੰਦੀਆਂ ਸੀ ਜੀ, ਕਿ ਤੁਸੀਂ ਇਸ ਵਰਜਿਤ ਇਲਾਕੇ ਦੇ ਵਿੱਚ ਕਿਉਂ ਆਏ ਫਿਰਦੇ ਹੋ ਜੀ। ਇਸੇ ਸਮੇਂ ਦੌਰਾਨ ਜਿਹੜੇ ਆਦਿਵਾਸੀ ਲੋਕ ਸੀ ਉੱਥੇ ਇਕੱਠੇ ਹੋ ਗਏ। ਉਹਨਾਂ ਨੂੰ ਇਹ ਸ਼ੱਕ ਸੀ ਕਿ ਇਹ ਲੋਕ ਸ਼ਾਇਦ ਬੱਚੇ ਚੱਕਣ ਵਾਲੇ ਲੋਕ ਹੈ ਜੀ, ਔਰ ਉਹਨਾਂ ਨੇ ਉੱਤੇ ਅਟੈਕ ਕਰਤਾ। ਜੰਗਲਾਤ ਵਾਲਿਆਂ ਨੇ ਪੁਲਿਸ ਨੂੰ ਇਨਫੋਰਮ ਕੀਤਾ, ਪੁਲਿਸ ਮੌਕੇ ਤੇ ਪਹੁੰਚ ਗਈ, ਲੇਕਿਨ ਪੁਲਿਸ ਦੀ ਕੁਮਕ ਇੰਨੀ ਘੱਟ ਸੀ ਕਿ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਵੀ ਗਵਾਲ ਲਿਆ ਜੀ। ਨਤੀਜਾ ਇਹ ਹੋਇਆ ਕਿ ਤਿੰਨਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਬਹੁਤ ਮਾੜੀ ਘਟਨਾ ਹੋਈ ਹੈ। ਮਨੁੱਖ ਕੋਈ ਕੁਛ ਵੀ ਹੋਵੇ, ਉਹ ਹਿੰਦੂ ਹੋਵੇ, ਮੁਸਲਮਾਨ ਹੋਵੇ, ਸਾਧ ਹੋਵੇ, ਫਕੀਰ ਹੋਵੇ, ਕਬੀਲਦਾਰ ਹੋਵੇ, ਕੁਛ ਵੀ ਹੋਵੇ, ਜਦੋਂ ਮਨੁੱਖ ਮਰਦਾ ਇਹ ਗੱਲ ਚੰਗੀ ਨਹੀਂ ਹੁੰਦੀ, ਬੜੀ ਮਾੜੀ ਹੈ। ਹਰ ਇੱਕ ਨੂੰ ਇਹਦੇ ਤੇ ਅਫਸੋਸ ਹੁੰਦਾ ਹੈ। ਲੇਕਿਨ ਇਹ ਭਾਰਤ ਦੀ ਤਰਾਸਦੀ, ਅੱਜ ਕੱਲ੍ਹ ਭਾਰਤ ਦੇ ਵਿੱਚ ਇੱਕ ਨਵੀਂ ਕਿਸਮ ਦਾ ਟ੍ਰੈਂਡ ਚੱਲਿਆ ਹੋਇਆ ਕਿ ਜੋ ਵੀ ਕੋਈ ਘਟਨਾਕ੍ਰਮ ਵਾਪਰਦਾ ਹੈ, ਉਸ ਘਟਨਾਕ੍ਰਮ ਦੇ ਲਈ ਘੱਟ ਗਿਣਤੀ ਨੂੰ ਦੋਸ਼ੀ ਠਹਿਰਾ ਦਿਓ। ਪਰ ਇਹ ਹੋਇਆ ਵੀ। ਨਾਲ ਦੀ ਨਾਲ ਹੀ ਟਵੀਟ ਆਉਣੇ ਸ਼ੁਰੂ ਹੋ ਗਏ। ਪਹਿਲਾਂ ਤਾਂ ਸੰਬਤ ਪਾਤਰਾ, ਜਿਹੜਾ ਸਪੋਕਸ ਪਰਸਨ ਹੈ ਭਾਰਤੀ ਜਨਤਾ ਪਾਰਟੀ ਦਾ, ਉਹਨੇ ਇੱਕ ਟਵੀਟ ਕਰਕੇ ਕਿਹਾ ਕਿ 2 ਸਾਧੂਆਂ ਤੇ ਹਮਲਾ ਹੋ ਗਿਆ, ਲੇਕਿਨ ਕੋਈ ਬੋਲ ਨਹੀਂ ਰਿਹਾ ਜੀ। ਇਹ ਸੱਭਿਅਕ ਸਮਾਜ ਵਾਸਤੇ ਬੜਾ ਸ਼ਰਮਨਾਕ ਹੈ। ਸਾਧੂਆਂ ਨੂੰ ਕਤਲ ਕਰ ਦਿੱਤਾ, ਤੇ ਨਾਲ ਇਹ ਗੱਲ ਕਹੀ ਕਿ ਸੈਂਕੜਿਆਂ ਦੀ ਤਾਦਾਦ ਵਿੱਚ ਇਕੱਠੇ ਹੋਏ ਮੁਸਲਮਾਨਾਂ ਨੇ ਸਾਧੂ ਮਾਰ ਦਿੱਤੇ ਜੀ। ਇਹਦੇ ਨਾਲ ਬੜਾ ਵਖੇੜਾ ਸ਼ੁਰੂ ਹੋ ਗਿਆ। ਸੰਬਤ ਪਾਤਰਾ ਸਾਹਿਬ ਦਾ ਟਵੀਟ ਹਲੇ ਥੋੜਾ ਜਿਹਾ ਠੰਡਾ ਨਹੀਂ ਸੀ ਹੋਇਆ। ਨਾਲ ਦੀ ਨਾਲ ਹੀ ਭਾਰਤੀ ਜਨਤਾ ਪਾਰਟੀ ਦਾ ਇੱਕ ਹੋਰ ਜਿਹੜਾ ਹੈਗਾ ਖੱਬੀ ਖਾਨ, ਸੁਨੀਲ ਦੇਵਦਾਰ, ਉਹਨੇ ਸੁਨੀਲ ਦੇਵਦਾਰ ਨੇ ਵੀ ਲਗਭਗ ਅਜਿਹੇ ਹੀ ਵਿਚਾਰ ਪ੍ਰਗਟ ਕੀਤੇ ਜੀ। ਇਹ ਵਿਚਾਰ ਪ੍ਰਗਟ ਕਰਨ ਤੋਂ ਬਾਅਦ ਇੱਕ ਤਰ੍ਹਾਂ ਦੇਸ਼ ਦੇ ਵਿੱਚ ਮਾਹੌਲ ਇਹੋ ਜਿਹਾ ਬਣ ਗਿਆ ਕਿ ਜਿਵੇਂ ਹਿੰਦੂ ਸਾਧੂਆਂ ਨੂੰ ਮੁਸਲਮਾਨਾਂ ਨੇ ਕਤਲ ਕਰ ਦਿੱਤਾ ਹੁੰਦਾ ਹੈ। ਪਰ ਇਹਦੇ ਨਾਲ ਹਾਲਾਤ ਜਿਹੜੇ ਆ ਕਾਫੀ ਉਤੇਜਿਤ ਹੋਣੇ ਸ਼ੁਰੂ ਹੋ ਗਏ। ਪਰ ਜਿਹੜੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਹੈ ਉਧਵ ਠਾਕਰੇ ਨੇ ਨਾਲ ਦੀ ਨਾਲ ਹੀ ਇਹਦੇ ਤੇ ਪ੍ਰਤੀਕਰਮ ਦਿੱਤਾ। ਉਹਨੇ ਕਿਹਾ ਕਿ ਕੇਸ ਰਜਿਸਟਰ ਹੋ ਚੁੱਕਾ ਹੈ,
ਗੱਲ ਇਹ ਪੁਰਾਣੀ ਪੈ ਗਈ ਹੈ ਕਿਉਂਕਿ ਪਿਛਲੇ ਐਤਵਾਰ ਦੀ ਸੀ। ਕੇਸ ਰਜਿਸਟਰ ਹੋ ਚੁੱਕਾ ਹੈ, ਬੰਦਿਆਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ, ਵੀਡੀਓ ਜਿਹੜੀਆਂ ਹੈਗੀਆਂ ਬਣੀਆਂ ਸੀ ਉਹਨਾਂ ਦੇ ਵਿੱਚੋਂ, ਤੇ ਇਸ ਮਾਮਲੇ ਨੂੰ ਤੁਸੀਂ ਟੂਲ ਨਾ ਦਿਓ, ਇਹਨੂੰ ਕਮਿਊਨਲ ਨਾ ਬਣਾਓ। ਇਹਦੇ ਚ ਹਿੰਦੂ ਤੇ ਮੁਸਲਮਾਨ ਦਾ ਕੋਈ ਰੌਲਾ ਨਹੀਂ, ਸਿਰਫ ਤੇ ਸਿਰਫ ਜਿਹੜੇ ਹੈਗੇ ਹੈ ਇਹ ਇੱਕ ਇਨਸੀਡੈਂਟ ਹੈ, ਇੱਕ ਘਟਨਾ ਹੈ, ਇਹਦੀ ਅਸੀਂ ਪੜਤਾਲ ਕਰਦੇ ਹਾਂ। ਉਹ ਤੋਂ ਬਾਅਦ ਜੀ ਕੰਮ ਚੱਲ ਪਿਆ। ਕੰਮ ਚੱਲਣ ਤੋਂ ਬਾਅਦ ਫਿਰ ਇਹ ਡਿਬੇਟ ਚੱਲਦੀ ਰਹੀ, ਲੇਕਿਨ ਹੁਣ ਤੱਕ ਜਿਹੜੇ ਬੰਦੇ ਉਹਨਾਂ ਨੇ ਗ੍ਰਿਫਤਾਰ ਕੀਤੇ ਹੈ 100 ਤੇ 1 ਬੰਦਾ ਗ੍ਰਿਫਤਾਰ ਕਰ ਲਿਆ ਜੀ। ਜਿਹੜੇ ਬੰਦੇ ਗ੍ਰਿਫਤਾਰ ਹੋ ਜਾਣ ਅਸੀਂ ਉਹਨਾਂ ਨੂੰ ਦੋਸ਼ੀ ਨਹੀਂ ਕਹਿ ਸਕਦੇ, ਉਹਨਾਂ ਨੂੰ ਅਸੀਂ ਕਥਿਤ ਦੋਸ਼ੀ ਕਹਿੰਦੇ ਆ ਕਿ ਉਹ ਕਥਿਤ ਦੋਸ਼ੀ ਹੈ। ਤੇ 101 ਬੰਦੇ ਦੇ ਵਿੱਚ ਚੰਦੀ ਸਾਹਿਬ ਇੱਕ ਵੀ ਮੁਸਲਮਾਨ ਹੈ ਨੀਗਾ ਜੀ। ਜਿਹੜੇ ਲੋਕ ਗ੍ਰਿਫਤਾਰ ਹੋਏ ਆ, ਗ੍ਰਿਫਤਾਰ ਹੋਏ ਲੋਕਾਂ ਦੇ ਵਿੱਚੋਂ ਜੇ ਆਪਾਂ ਗਿਣਤੀ ਦੇ ਲਿਹਾਜ਼ ਨਾਲ ਦੇਖੀਏ ਤਾਂ 80% ਤੋਂ ਵੱਧ ਜੀ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਿਤ ਹੈ ਜੀ। ਔਰ ਇੱਥੋਂ ਤੱਕ ਕਿ ਜਿਹੜੀ ਪਿੰਡ ਦੀ ਸਰਪੰਚ ਹੈ ਉਹ ਵੀ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਿਤ ਹੈ ਜੀ। ਹੁਣ ਇਹ ਮਾਮਲਾ ਪੈਂਡਿੰਗ ਸੀ, ਪਰ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਜਿਹੜੇ ਨੈਸ਼ਨਲਿਸਟ ਕਾਂਗਰਸ ਪਾਰਟੀ ਨਾਲ ਸੰਬੰਧਿਤ ਹੈ ਉਹਨਾਂ ਨੇ ਇਹ ਇਨਕਸ਼ਾਫ ਕਰ ਦਿੱਤਾ ਕਿ ਭਾਈ ਇੱਕ ਵੀ ਮੁਸਲਮਾਨ ਨਹੀਂ ਹੈ ਉਹਨਾਂ ਚ। ਇਹ ਤੁਸੀਂ ਖਾਮਖਾ ਮੁਸਲਮਾਨਾਂ ਨੂੰ ਟਾਰਗੇਟ ਬਣਾਉਣ ਵਾਸਤੇ ਮੁਲਕ ਦੇ ਵਿੱਚ ਇੱਕ ਤਰਾਸਦੀ ਜਿਹੜੀ ਹੋਈ ਹੈ, ਇੱਕ ਜਿਹੜਾ ਦੁਖਾਂਤ ਵਾਪਰਿਆ, ਇਸ ਦੁਖਾਂਤ ਨੂੰ ਕਮਿਊਨਲ ਮੋੜਾ ਕਿਉਂ ਦਿੰਦੇ ਹੋ ਜੀ। ਲੇਕਿਨ ਭਾਰਤੀ ਜਨਤਾ ਪਾਰਟੀ ਦੇ ਲੀਡਰ ਹੁਣ ਚੁੱਪ ਹੈ, ਹੁਣ ਕੋਈ ਬੋਲ ਨਹੀਂ ਰਿਹਾ। ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਭੀੜ ਤੰਤਰ ਨੇ ਬੰਦੇ ਮਾਰੇ ਕਿਉਂ ਜੀ। ਬਿਲਕੁਲ ਤੁਸੀਂ ਠੀਕ ਫਰਮਾਇਆ ਕਿ ਕੋਈ ਜ਼ਮਾਨਾ ਸੀ ਜਦੋਂ ਭੀੜ ਤੰਤਰ ਜਿਹੜਾ ਹੈਗਾ ਉਹਦੇ ਸ਼ਿਕਾਰ ਕੌਣ ਹੁੰਦੇ ਸੀ? ਉਹ ਮੁਸਲਮਾਨ ਹੁੰਦੇ ਸੀ ਜੀ। ਮੁਸਲਮਾਨਾਂ ਨੂੰ ਮਾਰਿਆ ਜਾਂਦਾ ਸੀ। ਦਾਦਰੀ ਦੇ ਵਿੱਚ ਅਖਲਾਕ ਨੂੰ ਮਾਰਿਆ ਗਿਆ ਜੀ। ਅਖਲਾਕ ਨੂੰ ਮਾਰਿਆ ਗਿਆ, ਬਹੁਤ ਬੁਰੀ ਤਰ੍ਹਾਂ ਦਰਿੰਦਗੀ ਦੇ ਨਾਲ ਕੁੱਟ-ਕੁੱਟ ਕੇ ਮਾਰਿਆ ਗਿਆ। ਲੇਕਿਨ ਬਦਕਿਸਮਤੀ ਇਹ ਹੈ ਕਿ ਜਦੋਂ ਮੁਕੱਦਮਾ, ਕਿਉਂਕਿ ਉੱਥੇ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਹੈ ਜੀ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਮੁਕੱਦਮਾ ਇੰਨਾ ਕੁ ਪੋਲਾ ਬਣਾਤਾ ਕਿ ਉਹ ਬੰਦੇ ਜਿਹੜੇ ਹੈਗੇ ਆ ਜ਼ਮਾਨਤਾਂ ਤੇ ਰਿਹਾ ਹੋਣੇ ਸ਼ੁਰੂ ਹੋ ਗਏ। ਜਦੋਂ ਜ਼ਿਆਦਾਤਰ ਬੰਦਿਆਂ ਦੀਆਂ ਜ਼ਮਾਨਤਾਂ ਹੋ ਗਈਆਂ ਤਾਂ ਜੈਅੰਤ ਪਟਨਾਇਕ ਜੈਅੰਤ ਸਿਨਹਾ ਇੱਕ ਮੰਤਰੀ ਹੁੰਦਾ ਸੀ ਸਰਕਾਰ ਦੇ ਵਿੱਚ, ਤੇ ਜੈਅੰਤ ਸਿਨਹਾ ਨੇ ਆ ਕੇ ਉਹਨਾਂ ਲੋਕਾਂ ਦੇ ਗਲਾਂ ਦੇ ਵਿੱਚ ਹਾਰ ਪਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਜੀ। ਗੱਲ ਇੱਥੇ ਨਹੀਂ ਮੁੱਕਦੀ। ਜਦੋਂ ਚੋਣਾਂ ਦਾ ਸਿਲਸਿਲਾ ਸ਼ੁਰੂ ਹੋਇਆ, ਚੋਣ ਮੁਹਿੰਮ ਚੱਲ ਪਈ, ਉਸ ਇਲਾਕੇ ਦੇ ਵਿੱਚ ਜਿਹੜੇ ਜੋਗੀ ਜੀ ਹੈ, ਆਦਿੱਤਿਆਨਾਥ ਮੁੱਖ ਮੰਤਰੀ ਹੈ ਯੂਪੀ ਦੇ, ਉਹ ਜਦੋਂ ਚੋਣ ਪ੍ਰਚਾਰ ਤੇ ਗਏ ਤੇ ਉਹਨਾਂ ਲੋਕਾਂ ਨੂੰ ਮੂਹਰਲੇ ਪਾਸੇ, ਮੂਹਰਲੀ ਜਿਹੜੀ ਕਤਾਰ ਹੁੰਦੀ ਹੈ ਕੁਰਸੀਆਂ ਦੀ, ਉੱਥੇ ਬਿਠਾਇਆ। ਜਿਨ੍ਹਾਂ ਬੰਦਿਆਂ ਨੇ ਇੱਕ ਬੰਦੇ ਨੂੰ ਮਾਰਿਆ ਹੋਵੇ ਉਹਨਾਂ ਨੂੰ ਚੱਕ ਕੇ ਲਿਆ ਕੇ ਤੁਸੀਂ ਉੱਥੇ ਬਿਠਾਉਣੇ ਹੋ। ਇਹਨੂੰ ਅਸੀਂ ਕੀ ਕਹਾਂਗੇ? ਅਸੀਂ ਇਹੀ ਕਹਾਂਗੇ ਕਿ ਭੀੜ ਤੰਤਰ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ, ਉਹਨਾਂ ਲੋਕਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਇਹ ਗੱਲ ਕੱਲੀ ਜੇ ਇਹਨਾਂ ਦੋ ਬੰਦਿਆਂ ਤੇ ਮੁੱਕ ਜਾਂਦੀ, ਇੱਕ ਕੇਂਦਰੀ ਵਜ਼ੀਰ, ਇੱਕ ਮੁੱਖ ਮੰਤਰੀ, ਫਿਰ ਵੀ ਆਪਾਂ ਸਬਰ ਕਰ ਲੈਂਦੇ ਵੀ ਚਲੋ ਹੋ ਜਾਣੇ। ਲੇਕਿਨ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਸ਼ਾਹੀਨ ਬਾਗ ਦਾ ਮੋਰਚਾ ਲੱਗਿਆ ਸੀ, ਜਦੋਂ ਨਾਗਰਿਕਤਾ ਬਿੱਲ ਦੇ ਵਿਰੋਧ ਵਿੱਚ ਸਾਰੇ ਦੇਸ਼ ਦੇ ਵਿੱਚ ਪ੍ਰੋਟੈਸਟ ਹੁੰਦੇ ਸੀ, ਉਹਨਾਂ ਦਿਨਾਂ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਹੈ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੇ ਪ੍ਰਤੀਕਰਮ ਆਉਂਦੇ ਸੀ। ਉਹ ਉਦੋਂ ਇਹ ਕਹਿੰਦੇ ਹੁੰਦੇ ਸੀ ਕਿ ਜੀ ਜੇ ਸ਼ਾਹੀਨ ਬਾਗ ਨੂੰ ਨਾ ਰੋਕਿਆ, ਜੇ ਦਿੱਲੀ ਦੀਆਂ ਚੋਣਾਂ ਦੇ ਵਿੱਚ ਤੁਸੀਂ ਵੋਟਾਂ ਭਾਰਤੀ ਜਨਤਾ ਪਾਰਟੀ ਨੂੰ ਨਾ ਪਾਈਆਂ, ਤਾਂ ਇਹ ਲੋਕ ਤੁਹਾਡੇ ਘਰਾਂ 'ਚ ਵੜ ਜਾਣਗੇ, ਜ਼ਬਰਦਸਤੀ ਤੁਹਾਡੀਆਂ ਧੀਆਂ ਭੈਣਾਂ ਨਾਲ ਬਦਫੈਲੀ ਕਰਨਗੇ। ਇਹ ਗੱਲ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਕਹੀ ਸੀ। ਚਾਹੀਦਾ ਉਦੋਂ ਇਹ ਸੀ ਕਿ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸਾਹਿਬ ਆਪਣੇ ਬੰਦਿਆਂ ਨੂੰ ਵਰਜਦੇ ਕਿ ਤੁਹਾਨੂੰ ਇਹ ਕੁਛ ਨਹੀਂ ਕਰਨਾ ਚਾਹੀਦਾ। ਤੁਸੀਂ ਇੱਥੇ ਨਹੀਂ ਮੁੱਕਦੀ ਗੱਲ, ਸਗੋਂ ਉਹਨਾਂ ਦਿਨਾਂ ਦੇ ਵਿੱਚ ਅਨੁਰਾਗ ਠਾਕਰ ਨੇ ਇੱਕ ਜਲਸੇ ਦੇ ਵਿੱਚੋਂ ਇਹ ਆਵਾਜ਼ ਦਿੱਤੀ, ਨਾਰੇ ਲਵਾਏ, ਦੇਸ਼ ਕੇ ਗਦਾਰੋਂ ਕੋ ਗੋਲੀ ਮਾਰੋ, ਗੋਲੀ ਮਾਰੋ। ਉਹ ਥਾਂ ਖਾਲੀ ਛੱਡਤਾ ਸੀ ਤੇ ਨਾਰੇ ਲਾਉਣ ਵਾਲੇ ਕਹਿੰਦੇ ਸੀ ਗੋਲੀ ਮਾਰੋ ਸਾਲੋਂ ਕੋ। ਇਸ ਕਿਸਮ ਦਾ ਜਦੋਂ ਵਾਤਾਵਰਨ ਬਣਦਾ ਤਾਂ ਚਾਹੀਦਾ ਤਾਂ ਇਹ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਉਹ ਦਖਲ ਦਿੰਦੇ, ਲੇਕਿਨ ਪ੍ਰਧਾਨ ਮੰਤਰੀ ਸਾਹਿਬ ਨੇ ਦਖਲ ਦੇਣ ਦੀ ਬਜਾਏ ਸਗੋਂ ਉਸ ਮਾਮਲੇ ਨੂੰ ਤੂਲ ਦੇਣੀ ਸ਼ੁਰੂ ਕਰਤੀ। ਮੈਂ ਤੁਹਾਡੇ ਯਾਦ ਕਰਾਉਣਾ, ਤੁਸੀਂ ਦੇਖਿਆ ਹੋਣਾ ਉਸ ਵੇਲੇ ਪ੍ਰਧਾਨ ਮੰਤਰੀ ਸਾਹਿਬ ਦਾ ਇੱਕ ਭਾਸ਼ਣ ਆਇਆ ਸੀ ਕਿ ਇਹ ਲੋਕ ਜਿਹੜੇ ਗੰਦ ਪਾ ਰਹੇ ਹੈ, ਇਹ ਲੋਕ ਜਿਹੜੇ ਹੈਗੇ ਭਾਰਤ ਦੀ ਏਕਤਾ ਤੇ ਅਖੰਡਤਾ ਲਈ ਖਤਰਨਾਕ ਹੈ,
ਇਹਨਾਂ ਲੋਕਾਂ ਦੀ ਪਛਾਣ ਉਹਨਾਂ ਦੇ ਕੱਪੜਿਆਂ ਤੋਂ ਹੋ ਜਾਂਦੀ ਹੈ ਜੀ। ਹੁਣ ਕੱਪੜਿਆਂ ਤੋਂ ਪਛਾਣ ਤੁਸੀਂ ਕਿਹਦੀ ਕਰੋਗੇ? ਕੱਪੜਿਆਂ ਤੋਂ ਪਛਾਣ ਤਾਂ 2-3 ਕਮਿਊਨਿਟੀ ਹੈ ਜਿਨ੍ਹਾਂ ਦੀ ਹੁੰਦੀ ਹੈ। ਸਿੱਖ ਕਮਿਊਨਿਟੀ ਦੀ ਹੋ ਜਾਂਦੀ ਹੈ ਕਿਉਂਕਿ ਜਿਹੜੇ ਸਿੱਖ ਲੋਕ ਹੈ, ਸਿੱਖਾਂ ਦੇ ਸਿਰਾਂ ਦੇ ਉੱਤੇ ਦਸਤਾਰ ਸਜਾਈ ਹੁੰਦੀ ਹੈ ਜੀ, ਪਗੜੀ ਬੰਨੀ ਹੁੰਦੀ ਹੈ, ਪੱਗ ਬੰਨੀ ਹੈ, ਦਸਤਾਰ ਬੰਨੀ, ਆਪਾਂ ਇਹ ਕਹਿ ਸਕਦੇ ਹਾਂ। ਮੁਸਲਮਾਨਾਂ ਦਾ ਚਿਹਰਾ ਮੋਹਰਾ ਇਹੋ ਜਿਹਾ ਹੁੰਦਾ, ਕੋਈ ਦਾੜੀ ਵਧਾ ਲੈਂਦਾ ਹੈ, ਕੋਈ ਮੁੱਛਾਂ ਕਟਾ ਲੈਂਦਾ ਹੈ, ਕੋਈ ਕਲੀਨ ਸ਼ੇਵਨ ਹੋ ਜਾਂਦਾ ਹੈ, ਲੇਕਿਨ ਇੱਕ ਉਹਨਾਂ ਦੀ ਪਛਾਣ ਹੈ ਕਿ ਲਗਭਗ ਸਾਰੇ ਹੀ ਮੁਸਲਮਾਨਾਂ ਦੇ ਸਿਰਾਂ ਦੇ ਉੱਤੇ ਜਿਹੜੀਆਂ ਟੋਪੀਆਂ ਲਈਆਂ ਹੁੰਦੀਆਂ ਉਹ ਸਕਲ ਟੋਪੀਆਂ ਹੁੰਦੀਆਂ ਜਿਹੜੀਆਂ ਬਿਲਕੁਲ ਸਾਡੀ ਚਮੜੀ ਦੇ ਨਾਲ ਲੱਗਦੀਆਂ ਜੀ। ਪ੍ਰਧਾਨ ਮੰਤਰੀ ਸਾਹਿਬ ਉਸ ਵੇਲੇ ਕੀ ਸੰਦੇਸ਼ ਦੇਣਾ ਚਾਹੁੰਦੇ ਸੀ? ਇਹਦੇ ਤੋਂ ਪਤਾ ਲੱਗਦਾ ਕਿ ਇਹ ਕੁਛ ਹੋ ਰਿਹਾ ਹੈ। ਹੁਣ ਇਹ ਵਾਤਾਵਰਨ ਸਾਰੇ ਦਾ ਸਾਰਾ ਗੰਦਲਾ ਕੀਤਾ ਹੋਇਆ ਹੈ। ਕੱਲ ਆਪਾਂ ਬੜੇ ਵਿਸਥਾਰ ਦੇ ਨਾਲ ਗੱਲ ਕੀਤੀ ਸੀ ਕਿ ਇਹ ਵਾਤਾਵਰਨ ਜਿਹੜਾ ਇੰਨਾ ਗੰਦਲਾ ਹੋਇਆ, ਪਹਿਲਾਂ ਤਾਂ ਇਕੱਲਾ ਭਾਰਤ ਤੱਕ ਸੀਮਿਤ ਸੀ, ਹੁਣ ਭਾਰਤ ਤੋਂ ਬਾਹਰ ਨਿਕਲ ਕੇ ਜਿਹੜੀ IT ਸੈੱਲ ਹੈ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੋਕ ਉਹਨਾਂ ਤੋਂ ਪ੍ਰਭਾਵਿਤ ਹੈ, ਉਹਨਾਂ ਨੇ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਅਜਿਹਾ ਗੰਦ ਪਾਉਣਾ ਸ਼ੁਰੂ ਕਰ ਦਿੱਤਾ ਹੈ। ਪਰ ਜਿਹੜਾ ਵਿਦੇਸ਼ਾਂ 'ਚ ਗੰਦ ਪਾਇਆ ਉਹਦਾ ਪ੍ਰਤੀਕਰਮ ਵੀ ਸਾਡੇ ਸਾਹਮਣੇ। ਜਦੋਂ ਖਾੜੀ ਦੇ ਦੇਸ਼ਾਂ ਦੇ ਵਿੱਚ ਪ੍ਰਤੀਕਰਮ ਆਉਣਾ ਸ਼ੁਰੂ ਹੋ ਗਿਆ ਤਾਂ ਫਿਰ ਨਾਲ ਦੀ ਨਾਲ ਹੀ ਸਾਰੇ ਲੋਕ ਬੰਦ ਹੋ ਗਏ। ਸੋ ਜੋ ਕੁਛ ਹੋ ਰਿਹਾ ਹੈ ਉਹ ਬੜਾ ਮਾੜਾ ਹੋ ਰਿਹਾ ਹੈ। ਹਰ ਚੀਜ਼ ਨੂੰ ਮੁਸਲਮਾਨਾਂ ਦੇ ਨਾਲ ਬੰਨ ਕੇ ਕਿ ਇਹ ਮੁਸਲਮਾਨਾਂ ਨੇ ਕੀਤਾ ਹੈ। ਮੁਸਲਮਾਨਾਂ ਤੋਂ ਬਾਅਦ ਫਿਰ ਜਿਹੜਾ ਹੈਗਾ ਆਉਂਦੀ ਹੈ ਗਾਹਾਂ ਸਿੱਖਾਂ ਤੇ ਆ ਸਕਦੀ ਹੈ, ਕੱਲ ਨੂੰ ਹੋਰ ਘੱਟ ਗਿਣਤੀਆਂ ਤੇ ਆ ਸਕਦੀ ਹੈ। ਇਸ ਵੇਲੇ ਵੀ ਮੌਕਾ ਹੈ ਕਿ ਜਦੋਂ ਅਸੀਂ ਕੋਰੋਨਾ ਵਰਗੀ ਮਹਾਮਾਰੀ ਦੇ ਨਾਲ ਲੜ ਰਹੇ ਹਾਂ, ਸਾਰਾ ਦੇਸ਼ ਇੱਕ ਮੁੱਠਾ, ਸਾਰਾ ਦੇਸ਼ ਪ੍ਰਧਾਨ ਮੰਤਰੀ ਸਾਹਿਬ ਦੇ ਮਗਰ ਖਲੋਤਾ ਹੈ। ਉਸ ਵੇਲੇ ਸਾਨੂੰ ਯੂਨਿਟੀ ਚਾਹੀਦੀ ਹੈ, ਏਕਾ ਚਾਹੀਦਾ। ਏਕੇ ਤੋਂ ਬਗੈਰ ਅਸੀਂ ਕੋਰੋਨਾ ਦੇ ਖਿਲਾਫ ਲੜਾਈ ਨਹੀਂ ਜਿੱਤ ਸਕਦੇ। ਲੇਕਿਨ ਆਹ ਜੋ ਕੁਛ ਸਾਡੇ ਸਾਹਮਣੇ ਹੋ ਰਿਹਾ ਹੈ, ਇਹ ਤਾਂ ਇਸ ਗੱਲ ਦਾ ਪਤਾ ਕਿ ਜਦੋਂ 70 ਵਿਸ਼ੇ ਪਏ ਹੈ, ਲੋਕਾਂ ਦੇ ਘਰਾਂ 'ਚ 70 ਵਿਸ਼ੇ ਪਏ ਹੈ, ਉਦੋਂ 17 ਤੇ ਵੀ ਰਾਜਨੀਤੀ ਹੋ ਰਹੀ ਹੈ, ਲਾਸ਼ਾਂ ਤੇ ਵੀ ਰਾਜਨੀਤੀ ਹੋ ਰਹੀ ਹੈ। ਹਰ ਥਾਂ ਦੇ ਉੱਤੇ ਕਮਿਊਨਲ ਜਿਹੜੀ ਹੈਗੀ ਕਮਿਊਨਲਿਜ਼ਮ ਹੈ ਜਿਹੜਾ ਉਹਨੂੰ ਫੈਲਾਇਆ ਜਾ ਰਿਹਾ। ਜੀ ਬਿਲਕੁਲ ਜੀ, ਬੜਾ ਮਾੜਾ ਵਰਤਾਰਾ। ਆਪਾਂ ਹਮੇਸ਼ਾ ਹੀ ਇਹਨੂੰ ਨਿੰਦਦੇ ਰਹੇ ਹਾਂ। ਇਦਾਂ ਦੇ ਕੰਮ ਨਹੀਂ ਹੋਣੇ ਚਾਹੀਦੇ। ਭਾਰਤ ਦੇ ਵਿੱਚ ਏਕਤਾ ਤੇ ਅਖੰਡਤਾ ਦੀ ਗੱਲ ਹੋਣੀ ਚਾਹੀਦੀ ਹੈ। ਲੋਕਾਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ। ਆਪਾਂ ਹਮੇਸ਼ਾ ਹੀ ਇਸ ਗੱਲ ਦਾ ਖੰਡਨ ਕਰਦੇ ਰਹੇ। ਢਿੱਲੋਂ ਸਾਹਿਬ ਕਦੇ ਵੀ ਜਦੋਂ ਇਦਾਂ ਦੀ ਗੱਲ ਵਾਪਰੀ ਆ ਭਾਰਤ ਦੇ ਵਿੱਚ, ਥੈਂਕ ਯੂ ਤੁਹਾਡਾ, ਤੁਸੀਂ ਬੜੇ ਵਿਸਤਾਰ ਦੇ ਨਾਲ ਦੱਸਿਆ ਜੀ। ਇਸ ਪ੍ਰੋਗਰਾਮ ਦੇ ਹਿੱਸੇ ਨੂੰ ਸਪਾਂਸਰ ਕੀਤਾ ਆ ਕਿਰਨ ਕੌਰ ਪੱਡਾ। ਉਹਨਾਂ ਨੇ ਫਸਟ ਜਾਂ ਸੈਕੰਡ ਮੌਰਗੇਜ ਲੈਣੀ ਚਾਹੁੰਦੇ ਹੋ ਤੁਸੀਂ ਤੇ ਕਾਲ ਕਰ ਸਕਦੇ ਹੋ 416-710-20 416-710-2020। ਘਰ ਦੀ ਰੈਨੋਵੇਸ਼ਨ ਕਰਾਉਣੀ ਹੈ, ਵਾਸ਼ਰੂਮ ਬਣਾਉਣਾ, ਬੇਸਮੈਂਟ ਬਣਾਉਣੀ ਹੈ, ਲੀਗਲ ਕਰਾਉਣੀ ਹੈ ਜੀ ਬੇਸਮੈਂਟ। ਹਰਦਿਆਲ ਸਿੰਘ ਚੀਤਾ ਦਾ ਨਾਂ ਯਾਦ ਰੱਖੋ, 6474098915 647-409-9915 ਤੇ ਕਿਸੇ ਵੀ ਤਰ੍ਹਾਂ ਦੀ ਘੜੀ ਠੀਕ ਕਰਾਉਣੀ ਹੈ, ਪਿੰਨ ਪਾਉਣੀ ਹੈ, ਉਹਦੀ ਬੈਟਰੀ ਪਾਉਣੀ ਹੈ, ਬਾਏ ਕਰਨੀ ਹੈ ਰਾਡੋ, ਰੋਲੈਕਸ, ਸਿਟੀਜ਼ਨ, ਸਿਕੋ 5, ਸੋਮਲ ਵਾਚ ਕਲੌਕ ਐਂਡ ਪਾਰਟਸ। ਤੁਸੀਂ ਆਪਣੇ ਨਾਂ ਦਾ ਵਾਲ ਕਲੌਕ ਬਣਾ ਸਕਦੇ ਹੋ, ਕਿਸੇ ਦੇ ਘਰੇ ਗਿਫਟ ਦੇਣਾ ਜੀ। 905-790-2188 ਤੇ ਨਾਲ ਹੀ ਜੇ ਤੁਸੀਂ ਮੌਂਟਰੀਅਲ ਤੋਂ ਟੋਰਾਂਟੋ ਜਾਂ ਟੋਰਾਂਟੋ ਤੋਂ ਮੌਂਟਰੀਅਲ ਜਾਣਾ ਤਾਂ ਬੈਸਟ ਕੈਨੇਡੀਅਨ ਰਾਈਡ ਸਰਵਿਸ ਆ 514-560-6613। ਆਪਣੇ ਬੱਚਿਆਂ ਦੇ ਚੰਗੇ ਭਵਿੱਖ ਵਾਸਤੇ ਤੁਸੀਂ FBI ਹਾਈ ਸਕੂਲ 905-791-4600 ਤੇ ਨਾਲ ਹੀ ਸੋਫਾ ਸਟੂਡੀਓ ਤੋਂ ਸ਼ਗਨਦੀਪ ਹੋਣੀ। ਜੇ ਤੁਸੀਂ L ਸ਼ੇਪ ਕਸਟਮ ਮੇਡ ਸੋਫਾ, ਰਾਉਂਡ ਸੋਫਾ ਬਣਾਉਣਾ ਚਾਹੁੰਦੇ ਬੈਸਟ ਕੁਆਲਿਟੀ ਦੇ ਵਿੱਚ, ਅਪਾਇੰਟਮੈਂਟ ਬਣਾ ਕੇ ਜਾ ਸਕਦੇ ਜੀ। 905-799-8877 ਤੇ ਕਾਲ ਕੀਤੀ ਜਾ ਸਕਦੀ ਹੈ। ਢਿੱਲੋਂ ਸਾਹਿਬ ਆਪਾਂ ਅਗਲੀ ਖਬਰ ਤੇ ਵੀ ਚੱਲਦੇ ਆਪਾਂ, ਕਾਲ ਲੈ ਲਈਏ। ਕਾਲਰ ਜੁੜੇ ਆਪਣੇ ਨਾਲ। ਹਾਂਜੀ ਵੀਰ ਜੀ, 2156 ਸਵਾਗਤ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਜੀ, ਢਿੱਲੋਂ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਤੇ ਦੇਖੋ ਜੀ, ਅੱਜ ਜਿਹੜੀ ਖਬਰ ਇਹਨੇ ਸੁਣਾਈ ਆ ਵੀ ਮੁਸਲਮਾਨਾਂ ਦਾ ਰੌਲਾ ਪਾਇਆ ਸੀ, ਉਹ ਚ ਨਿਕਲੇ ਸਾਰੇ ਦੂਸਰੇ ਵੀ ਇਹ ਚੰਗੀ ਗੱਲ ਨਹੀਂ। ਮੈਨੂੰ ਤਾਂ ਇਹੀ ਲੱਗਦਾ ਵੀ ਹੁਣ ਧਾਰਮਿਕ ਲੀਡਰਾਂ ਦਾ ਵੀ ਹਾਲ ਇਹ ਹੀ ਆ ਤੇ ਜਿਹੜੇ ਪੋਲੀਟੀਕਲ ਲੀਡਰ ਉਹਨਾਂ ਦਾ ਵੀ ਆ। ਤੇ ਜਿੱਦਾਂ ਪਹਿਲਾਂ ਸਿਆਣਿਆਂ ਬੰਦਿਆਂ ਨੇ ਜਿਹੜੀਆਂ ਕਹਾਵਤਾਂ ਬਣਾਈਆਂ ਨਾ, ਉਹਨਾਂ ਦਾ ਕੋਈ ਮਤਲਬ ਹੁੰਦਾ ਸੀ, ਉਹ ਅੱਜ ਵੀ ਸਹੀ ਹੈਗੀਆਂ, ਉਹ ਗਲਤ ਨਹੀਂ ਹੋਈਆਂ। ਜਿੱਦਾਂ ਉਹਨਾਂ ਨੇ ਕਿਹਾ ਲੁੱਚਾ ਲੰਡਾ ਚੌਧਰੀ, ਵੀ ਸਾਫ਼ ਬੰਦਾ ਚੌਧਰੀ ਨਹੀਂ ਬਣਦਾ, ਉਹਨਾਂ ਨੇ ਸਾਫ਼ ਕਹਿ ਦਿੱਤਾ ਸੀ। ਹੁਣ ਚਾਹੇ ਹੋਵੇ ਪੋਲੀਟੀਕਲ ਲੀਡਰ, ਚਾਹੇ ਹੋਵੇ ਧਾਰਮਿਕ ਲੀਡਰ। ਪੋਲੀਟੀਕਲ ਲੀਡਰ ਦੇ ਵਿੱਚ ਸ਼ਰੀਫ ਬੰਦੇ ਦਾ ਰੋਲ ਕੀ ਹੁੰਦਾ? ਪਾਰਟੀ ਦਾ ਮੈਂਬਰ ਬਣ ਜਾਣਾ, ਉੱਥੋਂ ਅੱਗੇ ਨਹੀਂ ਬਣਦਾ, ਵੱਧਦਾ। ਤੇ ਧਾਰਮਿਕ ਪਾਸੇ ਜਿਹੜਾ ਸ਼ਰੀਫ ਬੰਦਾ ਹੁੰਦਾ ਉਹਦਾ ਰੋਲ ਕੀ ਹੁੰਦਾ? ਜੋੜੇ ਸਾਫ਼ ਕਰਨੇ, ਫਲੋਰ ਸਾਫ਼ ਕਰਨੀ, ਲੰਗਰ ਪਕਾਉਣਾ ਤੇ ਵਰਤਾਣਾ, ਉਹ ਇੱਥੇ ਤੱਕ ਹੀ ਰਹਿ ਜਾਂਦਾ। ਜਿਹੜਾ ਇਹਨਾਂ ਦੇ ਵਿੱਚੋਂ ਥੋੜਾ ਜਿਹਾ, ਜਿੱਦਾਂ ਉਹ ਕਹਾਵਤ ਕਹਿੰਦੀ ਲੁੱਚ ਲੈਂਦਾ ਚੌਧਰੀ, ਉਹ ਫਿਰ ਪ੍ਰਧਾਨਗੀ ਵੱਲ ਨੂੰ ਤੁਰ ਪੈਂਦਾ। ਚਾਹੇ ਧਾਰਮਿਕ ਪ੍ਰਧਾਨ ਹੋਵੇ, ਚਾਹੇ ਪੋਲੀਟੀਕਲ ਪ੍ਰਧਾਨ ਹੋਵੇ, ਉਹੋ ਹੀ ਬਣਦਾ ਜਿਹੜਾ ਸਾਰਿਆਂ ਦੇ ਵਿੱਚੋਂ ਸਭ ਤੋਂ ਵੱਧ ਏਦਾਂ ਦਾ ਬੰਦਾ ਹੋਵੇ। ਉਹੀ ਬਣਦਾ
ਵੀ ਜਿਹੜਾ ਬੰਦਾ ਨਾਲ ਧਾਰਮਿਕ ਵੀ ਲੀਡਰ ਹੋਵੇ, ਪੋਲੀਟੀਕਲ ਵੀ ਹੋਵੇ, ਉਹ ਤਾਂ ਮਹਾਤਮਾਵਾਦੀ ਬਣ ਜਾਂਦਾ। ਜੋ ਕੁਝ ਹੁਣ ਹੋਇਆ, ਉਹਨਾਂ ਦੇ ਸਾਰੇ ਫੈਸਲੇ ਗਲਤ ਲੈਣੇ ਹੁੰਦੇ ਆ, ਗਰੀਬ ਨੂੰ ਮਾਰਨਾ ਹੁੰਦਾ, ਉਹੀ ਕੁਝ ਹੋ ਰਿਹਾ। ਇਹ ਪੋਲੀਟੀਕਲ ਤੌਰ ਤੇ ਵੀ ਹੈਗੇ ਆ ਜਿਹੜੇ ਹੁਣ ਜਿਹੜੇ ਸਾਡੇ ਗੌਰਮੈਂਟ ਦੇ ਬੰਦੇ, ਤੇ ਧਾਰਮਿਕ ਤੌਰ ਤੇ ਵੀ ਆਗੂ ਹੈਗੇ ਆ। ਇਸ ਕਰਕੇ ਇਹ ਸਭ ਕੁਝ ਹੋ ਰਿਹਾ ਤੇ ਉਹੀ 100% ਸੇਮ ਹੋ ਰਿਹਾ ਜੋ ਪੁਰਾਣੇ ਬਜ਼ੁਰਗ ਕਹਿ ਗਏ ਸੀ ਲੋਚਾ ਰੰਡਾ ਚੌਧਰੀ, ਹੋਰ ਕੋਈ ਚੌਧਰੀ ਨਹੀਂ ਬਣ ਸਕਦਾ। ਓਕੇ ਜੀ, ਧੰਨਵਾਦ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਬਿਲਕਾ ਸਾਹਿਬ, ਸਵਾਗਤ ਹੈ ਜੀ ਤੁਹਾਡਾ। ਹੈਲੋ, ਹਾਂਜੀ ਬਿਲਕਾ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ 에ਅਰ ਹੋ। ਹੈਲੋ, ਹਾਂਜੀ ਬਿਲਕਾ ਸਾਹਿਬ, ਤੁਸੀਂ ਆਨ 에ਅਰ ਹੋ, ਤੁਸੀਂ ਟੀਵੀ ਸੁਣ ਰਹੇ ਹੋ। ਹੈਲੋ, ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ, ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ। ਸਤਿ ਸ਼੍ਰੀ ਅਕਾਲ ਚੰਨੀ ਸਾਹਿਬ, ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਢਿੱਲੋਂ ਸਾਹਿਬ ਨੇ ਗੱਲ ਕੀਤੀ ਹੈ ਲਿੰਚਿੰਗ ਦੇ ਬਾਰੇ, ਜੀ ਪੂਰੀ ਵਿਸਤਾਰ ਦੱਸੀ, ਬਹੁਤ ਵਧੀਆ। ਕੱਲ ਵੀ ਆਪਾਂ ਗੱਲ ਕੀਤੀ ਸੀ, ਢਿੱਲੋਂ ਸਾਹਿਬ ਨੇ ਦੱਸਿਆ ਸੀ ਜਿਹੜਾ ਉੱਥੇ OIC ਕੰਟਰੀ, ਜਿਹੜੇ ਮੁਸਲਿਮ ਕੰਟਰੀਆਂ ਨੇ ਵੀ ਜੋ ਭਾਰਤ 'ਚ ਹੋ ਰਿਹਾ ਉਸ ਚੀਜ਼ ਨੂੰ ਕਹਿ ਰਹੇ ਵੀ ਰੋਕੋ, ਕੰਡੈਮ ਕੀਤਾ ਉਹਨਾਂ ਨੇ ਜੀ। ਤੇ ਇਸ ਬਾਰੇ ਦੇਖੋ ਜੀ, ਇਹ ਜੋ ਚੱਲ ਰਿਹਾ ਕਿ ਨਫ਼ਰਤ ਦੀ ਰਾਜਨੀਤੀ, ਇਹ ਬਹੁਤ ਮਾੜੀ ਹੈ ਜੀ। ਆਫਟਰ ਜੇ ਮੁਸਲਿਮ ਵੀ ਹੈ ਤਾਂ ਉੱਥੇ ਆਫਟਰ ਉਹਨਾਂ ਦੀ ਵੀ 20-22% ਪਾਪੂਲੇਸ਼ਨ ਤਾਂ ਹੈ ਹੀ ਹੈ ਜੀ ਜੀ, ਅਸੀਂ ਇਸ ਚੀਜ਼ ਤੋਂ ਡਿਨਾਈ ਨਹੀਂ ਕਰ ਸਕਦੇ। ਆਪਣੇ ਸਿੱਖਾਂ ਦੀ ਵੀ ਮੈਂ 2-3% ਤੋਂ ਉੱਪਰ ਹੀ ਹੈ, ਠੀਕ ਹੈ ਜੀ। ਤਾਂ ਇਸ ਕਰਕੇ ਕਿਸੇ ਵੀ ਕਮਿਊਨਿਟੀ ਦੇ ਬਾਰੇ ਇਦਾਂ ਦੀ ਗਲਤ ਭਾਵਨਾ ਰੱਖਣੀ ਗਲਤ ਹੈ। ਗੌਰਮੈਂਟ ਨੂੰ ਕੋਈ ਸਖਤ ਕਾਨੂੰਨ ਬਣਾਉਣੇ ਚਾਹੀਦੇ ਨੇ ਜਦੋਂ ਇਦਾਂ ਦਾ ਕੋਈ ਲਿੰਚਿੰਗ ਦਾ ਕੇਸਿਸ ਹੁੰਦੇ ਨੇ। ਪਿੱਛੇ ਵੀ ਹੋਏ ਨੇ, ਜਿੱਦਾਂ ਆਪਾਂ ਦੱਸ ਰਹੇ ਸੀ, ਦੋ ਦੇ ਨਾਂ ਤੇ ਹੋਏ ਨੇ, ਗੋਕਸੀ ਦੇ ਨਾਂ ਤੇ ਹੋਏ, ਹੋਰ ਹੋਏ ਨੇ। ਤੇ ਜੇ ਗੌਰਮੈਂਟ ਉੱਥੇ ਸਖਤੀ ਵਾਲੇ ਕਾਨੂੰਨ ਬਣਾਉਂਦੀ ਹੈ ਤਾਂ ਉਹ ਵਧੀਆ ਰਹੇਗਾ। ਜਿੱਦਾਂ ਇਹਨਾਂ ਨੇ ਹੁਣ ਹੈਲਥ ਵਰਕਰ ਨੂੰ ਪ੍ਰੋਟੈਕਟ ਕਰਨ ਲਈ ਬਣਾਇਆ ਨਹੀਂ, ਆਰਡੀਨੈਂਸ ਹੋਇਆ, ਕਦਮ ਆਇਆ, ਤੇ ਇਸ ਤਰ੍ਹਾਂ ਦੇ ਸਖਤੀ ਦੇ ਕਾਨੂੰਨ ਹੋਣ ਤੇ ਇਦਾਂ ਦੀ ਲਿੰਚਿੰਗ ਹੋਏ ਹੀ ਨਾ। ਜਿਹੜੀ ਨਫ਼ਰਤ ਫੈਲਾਉਂਦੇ ਨੇ ਲੋਕ, ਉਹਨਾਂ ਨੂੰ ਰੋਕਿਆ ਜਾਵੇ। ਬਾਕੀ ਮੈਂ ਇੱਕ ਗੱਲ ਇਹ ਕਹਾਂਗਾ, ਦੇਖੋ ਸਾਰੇ ਸਿੱਖ, ਆਪਾਂ ਇਹ ਨਹੀਂ ਕਹਿ ਸਕਦੇ ਉਹ ਅਕਾਲੀ ਹੈ ਜਾਂ ਕਾਂਗਰਸੀ ਹੈ ਜਾਂ ਸੈਪਰੇਟਿਸਟ ਹੈ। ਏਦਾਂ ਹੀ ਸਾਰੇ ਹਿੰਦੂ ਜਿਹੜੇ ਹੈਗੇ ਉਹ BJP ਦੇ ਨਾਲ ਹੈ, ਇਹ ਨਹੀਂ ਆਪਾਂ ਗੱਲ ਕਹਿ ਸਕਦੇ। ਕੁਝ ਲੋਕ ਹੈ ਜਿਹੜੇ ਇਹਨਾਂ ਚੀਜ਼ਾਂ ਨੂੰ ਕੰਡੈਮ ਵੀ ਕਰਦੇ ਨੇ, ਤੇ ਇਸ ਕਰਕੇ ਆਪਾਂ ਇੱਕ ਪੂਰੀ ਕਮਿਊਨਿਟੀ ਨੂੰ ਨਹੀਂ ਆਪਾਂ ਜੋੜ ਸਕਦੇ, ਠੀਕ ਹੈ ਕਿ ਨਹੀਂ। ਜੇ ਅੱਜ ਕੁਝ ਹਿੰਦੂ ਵੀਰ ਬਾਹਰ ਕਰ ਰਹੇ ਨੇ ਗੜਬੜ, ਤੇ ਆਪਾਂ ਜੇ ਆਪਾਂ ਸਾਰੇ ਹਿੰਦੂ ਸਾਰੇ ਮੁਸਲਮਾਨਾਂ ਦੇ ਪ੍ਰਤੀ ਨਫ਼ਰਤ ਰੱਖਦੇ, ਇਸ ਤਰ੍ਹਾਂ ਨਹੀਂ ਹੋ ਸਕਦਾ ਹੈਗਾ। ਕਿਉਂਕਿ ਕੁਝ ਲੋਕ ਹੈ ਤਾਕਤਾਂ ਜਿਹੜੀਆਂ ਆਪਣੇ ਰੋਲ ਵਿੱਚ ਪਲੇ ਕਰਦੀਆਂ ਨੇ, ਉਹ ਦੋਨੇ ਪਾਸੇ ਡਿਸਟਰਬ ਕਰਦੀਆਂ ਨੇ, ਮਿਨੋਰਟੀ ਨੂੰ ਵੀ ਕਰਦੀਆਂ ਨੇ ਤੇ ਮੈਜੋਰਟੀ ਨੂੰ ਵੀ ਤੰਗ ਕਰਦੀਆਂ ਨੇ, ਉਹਨਾਂ ਲਈ ਵੀ ਪ੍ਰੋਬਲਮ ਕ੍ਰੀਏਟ ਕਰਦੀਆਂ ਨੇ। ਇਹਦਾ ਹੱਲ ਤਾਂ ਸਾਨੂੰ ਬੈਸਟ ਇਹੀ ਹੈ ਕਿ ਗੌਰਮੈਂਟ ਸਖਤ ਕਾਨੂੰਨ ਬਣਾਵੇ, ਜਿਹੜਾ ਵੀ ਬੰਦਾ ਕੋਈ ਵੀ ਹੋਵੇ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ, ਜਲਦੀ ਉਹਦਾ ਟ੍ਰਾਇਲ ਹੋਵੇ, ਕੰਮ ਲਟਕਾਇਆ ਨਾ ਜਾਵੇ, ਤਾਂ ਕਿ ਏਦਾਂ ਦੀ ਨਫ਼ਰਤ ਜਿਹੜੀ ਹੈ ਨਫ਼ਰਤ ਨੂੰ ਰੋਕਿਆ ਜਾਏ। ਫਿਰ ਕੋਈ ਹੱਲ ਹੋ ਸਕਦਾ। ਜੇ ਗੌਰਮੈਂਟ ਆਪਣੇ ਲੈਵਲ ਤੇ ਕੋਈ ਸਖਤ ਕਾਨੂੰਨ ਨਹੀਂ ਬਣਾਉਂਦੀ ਹੈ, ਫਿਰ ਗੌਰਮੈਂਟ ਦੇ ਉੱਪਰ ਇਹ ਦੋਸ਼ ਪੂਰਾ ਜਾਂਦਾ ਵੀ ਗੌਰਮੈਂਟ ਪੱਖਪਾਤ ਜਾਂ ਕਿਸੇ ਨੂੰ ਸੇਫ ਕਰ ਰਹੀ ਹੈ, ਕਿਸੇ ਨੂੰ ਬਚਾ ਰਹੀ ਹੈ, ਕਿਸੇ ਨੂੰ ਫਸਾ ਰਹੀ ਹੈ। ਜਿਸ ਲਈ ਗੌਰਮੈਂਟ ਲੈਵਲ ਤੇ ਇਦਾਂ ਦੇ ਕਾਨੂੰਨ ਕੋਈ ਸਖਤ ਬਣ, ਗੌਰਮੈਂਟ ਕੁਛ ਕਰੇ, ਫਿਰ ਅਸੀਂ ਕਹਿ ਸਕਦੇ ਹਾਂ ਵੀ ਇਹ ਕੰਮ ਬਿਲਕੁਲ ਨਿਊਟਰਲ ਹੋ ਕੇ ਕਰ ਰਹੇ ਨੇ। ਤੇ ਬਾਕੀ ਆਪਾਂ ਕਿਸੇ ਕਮਿਊਨਿਟੀ ਨਾਲ ਜੋੜ ਨਹੀਂ ਸਕਦੇ। ਹਰ ਕਮਿਊਨਿਟੀ 'ਚ ਅੱਛੇ ਵੀ ਬੰਦੇ ਆ, ਮਾੜੇ ਵੀ ਬੰਦੇ ਹੈ। ਪੂਰੀ ਨੂੰ ਅਸੀਂ ਜੇ 4 ਹਿੰਦੂਆਂ ਦੇ ਨਾਂ ਦੇ ਨਾਲ, ਜਿਹੜਾ ਹੁਣ ਸਾਊਦੀ ਅਰਬ ਦੀ ਗੱਲ 4 ਹਿੰਦੂਆਂ ਦੇ ਵਿੱਚ ਨਾਂ ਆ ਗਏ, ਇਹਦਾ ਮਤਲਬ ਨਹੀਂ ਸਾਰੇ ਉਹੀ ਹੈ। ਹੋ ਸਕਦੇ ਉਹ ਕਿਹੜੀ ਕਿਸ ਚੀਜ਼ ਨੂੰ, ਕਿਸ ਧੜੇ ਨੂੰ ਬਿਲੋਂਗ ਕਰਦੇ ਨੇ, ਠੀਕ ਹੈ ਜੀ। ਮੇਰਾ ਬਸ ਇਹੀ ਕਹਿਣਾ ਸੀ, ਆਪਾਂ ਕਿਸੇ ਨੂੰ ਪੂਰਾ ਨਹੀਂ ਕਹਿ ਸਕਦੇ। ਥੈਂਕ ਯੂ ਜੀ, ਧੰਨਵਾਦ ਜੀ, ਧੰਨਵਾਦ। ਵਾਕਿਆ ਗੱਲ ਸੀਗੀ ਢਿੱਲੋਂ ਸਾਹਿਬ, ਪਰਮਰਾਜ ਉਮਰਾ ਨੰਗਲ ਨੂੰ ਸਰੋਪਾ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਮਿੰਟ ਜੀ, ਮੈਂ ਬਿਲਕਾ ਸਾਹਿਬ ਦੀ ਗੱਲ ਤੇ ਥੋੜੀ ਜਿਹੀ ਟਿੱਪਣੀ ਕਰ ਲਵਾਂ ਜੀ। ਮੈਨੂੰ ਇਜਾਜ਼ਤ ਜੀ ਇਜਾਜ਼ਤ ਹੈ ਜੀ। ਸਵਾਲ ਵੱਡਾ ਇਹ ਹੈ ਕਿ ਚਾਹੇ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਚਾਹੇ ਸਿੱਖ ਹੈ, ਚਾਹੇ ਈਸਾਈ ਹੈ ਜੀ, ਕਦੇ ਵੀ ਕੋਈ ਸਮੁੱਚੀ ਕਮਿਊਨਿਟੀ ਜਿਹੜੀ ਹੈਗੀ ਹੈ ਉਹਨੂੰ ਆਪਾਂ ਦਹਿਸ਼ਤਗਰਦ ਨਹੀਂ ਕਹਿ ਸਕਦੇ, ਉਹਨੂੰ ਆਪਾਂ ਫਿਰਕਾ ਪ੍ਰਸਤ ਨਹੀਂ ਕਹਿ ਸਕਦੇ, ਉਹਨੂੰ ਆਪਾਂ ਆਤੰਕਵਾਦੀ ਨਹੀਂ ਕਹਿ ਸਕਦੇ ਜੀ। ਇਹ ਬੰਦੇ ਕੁਝ ਹੁੰਦੇ ਹੈ ਜਿਹੜੇ ਬੰਦੇ ਸਿਰਫ ਤੇ ਸਿਰਫ ਧਰਮਾਂ ਦਾ ਨਾਂ ਲੈ ਕੇ ਸਾਰੀ ਗੜਬੜ ਕਰਦੇ ਹੁੰਦੇ ਹੈ। ਜੇ ਅਸੀਂ ਭਾਰਤ ਦੇ ਹਿੰਦੂ ਭਾਈਚਾਰੇ ਨੂੰ ਦੇਖੀਏ, ਭਾਰਤ ਦੇ ਹਿੰਦੂ ਭਾਈਚਾਰੇ ਦਾ ਵੱਡਾ ਹਿੱਸਾ ਜਿਹੜਾ ਹੈਗਾ ਉਹ ਅਮਨ ਪਸੰਦ ਹੈ। ਪਰ ਜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਇੱਕੋ ਹੀ ਪਾਠ ਪੜ੍ਹਾਈ ਚੱਲਾਂਗੇ, ਉਹ ਚਾਹੇ ਹਿੰਦੂ ਪ੍ਰਚਾਰਕ ਪੜ੍ਹਾਉਣ, ਚਾਹੇ ਸਿੱਖ ਪ੍ਰਚਾਰਕ ਪੜ੍ਹਾਉਣ, ਤੇ ਚਾਹੇ ਪੜ੍ਹਾਉਣ ਮੁਸਲਮਾਨ ਪ੍ਰਚਾਰਕ, ਜੇ ਅਸੀਂ ਫਿਜ਼ਾ ਉਹ ਬਣਾ ਲਿਆਂਗੇ, ਵਾਤਾਵਰਨ ਉਹ ਬਣਾ ਲਿਆਂਗੇ, ਤੇ ਜਿਵੇਂ ਸਿਆਣੇ ਬੰਦੇ ਕਹਿੰਦੇ ਆ ਕਿ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਪੜਦਾ ਹੈ, ਫਿਰ ਉਸ ਪਾਸੇ ਨੂੰ ਗੱਲ ਜਾਂਦੀ ਹੁੰਦੀ ਹੈ। ਵੈਸੇ ਬੜੀ ਖੁਸ਼ੀ ਦੀ ਗੱਲ ਹੈ, ਸਾਡੇ ਸੱਜਣ ਜਿਹੜੇ ਇਸ ਗੱਲ ਨੂੰ ਸੋਚਦੇ ਹੈ। ਵੱਡਾ ਹਿੱਸਾ ਸਾਰੇ ਹੀ ਭਾਈਚਾਰਿਆਂ ਦਾ ਉਹ ਨਾਨ ਕਮਿਊਨਲ ਹੁੰਦਾ ਹੈ। ਉਹ ਚਲੋ ਆਪਣਾ ਹਰ ਇੱਕ ਦਾ ਵਿਸ਼ਵਾਸ ਹੁੰਦਾ ਹੈ। ਜਿਹੜੇ ਸਿੱਖ ਹੈ ਉਹਨਾਂ ਨੇ ਗੁਰੂ ਘਰ ਜਾਣਾ ਹੈ, ਹਿੰਦੂ ਭਾਈਚਾਰੇ ਨੇ ਜਿਹੜਾ ਹੈਗਾ ਉਹਨਾਂ ਨੇ ਮੰਦਿਰ ਜਾਣਾ ਹੈ, ਮੁਸਲਮਾਨਾਂ ਨੇ ਮਸਜਿਦ ਜਾਣਾ, ਜੋ ਆਪੋ ਆਪਣਾ ਜਾਣ।
ਸਗੋਂ ਸੈਕੂਲਰਿਜ਼ਮ ਦੇ ਵਿੱਚ ਤਾਂ ਇਹ ਗੱਲ ਹੁੰਦੀ ਹੈ ਕਿ ਸਾਰੇ ਧਰਮਾਂ ਦਾ ਸਤਿਕਾਰ ਕਰੋ, ਇੱਜ਼ਤ ਕਰੋ, ਕਿਸੇ ਨੂੰ ਕੋਈ ਕੁਛ ਨਾ ਕਹੋ। ਇਹ ਗੱਲ ਹੋਣੀ ਤਾਂ ਮੇਰਾ ਖਿਆਲ ਵੀ ਭਾਰਤ ਨਾਲ ਦਾ ਜਿਹੜਾ ਭਾਰਤ ਬਹੁਤ ਧਰਮਾਂ ਦਾ ਬਹੁਤ ਜਿਹੜੇ ਕਿਸਮ ਦੇ ਲੋਕ ਹੈ ਤੇ ਕਿੰਨੀਆਂ ਬੋਲੀਆਂ, ਕਿੰਨੇ ਧਰਮ ਹੈ, ਅਸੀਂ ਸਾਰੇ ਬੋਲਦੇ ਹਾਂ, ਸਾਰੇ ਰਲ ਮਿਲ ਕੇ ਰਹਿੰਦੇ ਹਾਂ। ਲੇਕਿਨ ਜਦੋਂ ਇੱਕ ਕਹਿੰਦੇ ਹੁੰਦੇ ਨੇ ਵੀ ਕਣਕ ਬੀਜਦਾ ਹੁੰਦਾ ਹੈ ਬੰਦਾ, ਕਈ ਵਾਰੀ ਵਿੱਚ ਕਾਂਗਿਆਰੀ ਪੈਦਾ ਹੋ ਜਾਂਦੀ ਹੈ ਤੇ ਕਾਂਗਿਆਰੀ ਫਿਰ ਸਾਰੀ ਕਣਕ ਨੂੰ ਖਰਾਬ ਕਰ ਦਿੰਦੀ ਹੈ। ਸਥਿਤੀ ਕਈ ਵਾਰੀ ਇਹ ਬਣ ਜਾਂਦੀ ਹੈ ਜੀ। ਬਿਲਕੁਲ ਵਾਕਿਆ ਗੱਲ ਸੀਗੀ, ਤੁਹਾਡੇ ਵਿਚਾਰ ਬਹੁਤ ਵਧੀਆ। ਢਿੱਲੋਂ ਸਾਹਿਬ, ਆਪਾਂ ਗੱਲਬਾਤ ਕਰਦੇ ਜੀ, ਬੜਾ ਲੰਮਾ ਸਮਾਂ ਪਹਿਲਾਂ ਜਦੋਂ ਜਲਿਆਂਵਾਲੇ ਬਾਗ ਦੇ ਉੱਤੇ ਹਮਲਾ ਹੋਇਆ ਸੀਗਾ ਤੇ ਉਸ ਟਾਈਮ ਅਕਾਲੀ ਲੀਡਰ ਉਹਨਾਂ ਨੇ ਆਪ ਬੁੱਕ ਵੀ ਲਿਖੀ ਆ ਜੀ, ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਦੇ ਨਾਨੇ ਨੇ ਉਸ ਟਾਈਮ ਦੇ ਜਿਹੜੇ ਜਨਰਲ ਡਾਇਰ ਨੂੰ ਉਹ ਸਰੋਪਾ ਦਿੱਤਾ ਸੀਗਾ ਤੇ ਮਜੀਠੀਆ ਪਰਿਵਾਰ ਦੇ ਘਰੇ ਉਹਨੇ ਆਣ ਕੇ ਖਾਣਾ ਖਾਧਾ ਸੀਗਾ। ਪਰ ਹੁਣ ਫੇਰ ਇੱਕ ਇਦਾਂ ਦਾ ਦਿਖਾਂਤ ਵਾਪਰਿਆ ਜੀ, ਪਰਮਰਾਜ ਉਮਰਾ ਨੰਗਲ ਨੂੰ ਸਰੋਪਾ ਦੇ ਕੇ ਸ਼੍ਰੋਮਣੀ ਕਮੇਟੀ ਨੇ ਯਾਦ ਕਰਾਇਆ ਜਲਿਆਂਵਾਲੇ ਬਾਗ ਦਾ ਸਾਕਾ। ਦੇਖੋ ਫਿਰ ਉੱਥੇ ਗੱਲ ਆ ਗਈ, ਕਮਿਊਨਿਟੀ ਕੋਈ ਮਾੜੀ ਨਹੀਂ ਹੁੰਦੀ, ਪਰਿਵਾਰ ਕੋਈ ਮਾੜਾ ਨਹੀਂ ਹੁੰਦਾ, ਪਰ ਕਈ ਵਾਰੀ ਪਰਿਵਾਰ ਦੇ ਵਿੱਚੋਂ ਕੋਈ ਵਿਅਕਤੀ ਅਜਿਹਾ ਕੰਮ ਕਰ ਦਿੰਦਾ ਜਿਹੜਾ ਸਾਰੇ ਪਰਿਵਾਰ ਲਈ, ਸਾਰੇ ਕੁਨਬੇ ਦੇ ਲਈ ਸ਼ਰਮਨਾਕ ਸਾਬਤ ਹੁੰਦਾ ਹੈ ਜੀ। ਪਰਮਰਾਜ ਸਿੰਘ ਉਮਰਾ ਨੰਗਲ ਦੀ ਜੇ ਅਸੀਂ ਗੱਲ ਕਰੀਏ ਤਾਂ ਸਰਦਾਰ ਪਰਮਰਾਜ ਸਿੰਘ ਉਮਰਾ ਨੰਗਲ ਸੁਖਦੇਵ ਸਿੰਘ ਉਮਰਾ ਨੰਗਲ ਦਾ ਬੇਟਾ ਹੈ, ਜੀਵਨ ਸਿੰਘ ਉਮਰਾ ਨੰਗਲ ਦਾ ਪੁੱਤਰ ਹੈ ਜੀ। ਜੀਵਨ ਸਿੰਘ ਉਮਰਾ ਨੰਗਲ ਦੇ ਬਾਰੇ ਸਾਰੀ ਦੁਨੀਆ ਜਾਣਦੀ ਹੈ ਕਿ ਜੀਵਨ ਸਿੰਘ ਉਮਰਾ ਨੰਗਲ ਬਹੁਤ ਵੱਡਾ ਅਕਾਲੀ ਲੀਡਰ ਸੀ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਵੀ ਰਿਹਾ, ਪੰਜਾਬ ਦੇ ਮੰਤਰੀ ਮੰਡਲ ਦਾ ਮੈਂਬਰ ਵੀ ਰਿਹਾ ਹੈ ਜੀ। ਔਰ ਉਹ ਬੰਦੇ ਦੇ ਬਾਰੇ ਇਹ ਦੱਸਿਆ ਜਾਂਦਾ ਕਿ ਕਿਸੇ ਵੇਲੇ ਉਹ ਸਿੱਖ ਹੋਮਲੈਂਡ ਦੇ ਪਾਠ ਪੜ੍ਹਾਉਂਦਾ ਹੁੰਦਾ ਸੀ ਤੇ ਸਿੱਖ ਹੋਮਲੈਂਡ ਕਿੱਥੋਂ ਤੱਕ ਹੋਊਗਾ ਇਹ ਮਤਲਬ ਉਹ ਨਕਸ਼ੇ ਦੇ ਉੱਤੇ ਇੱਕ ਸਟਿਕ ਫੜ ਕੇ ਉਹਦੇ ਨਾਲ ਦੱਸਦਾ ਹੁੰਦਾ ਸੀਗਾ ਕਿ ਆਹ ਕੰਧਾਰ, ਕਾਬਲ ਵਗੈਰਾ ਵਗੈਰਾ ਸਾਰਾ ਕੁਛ, ਕਿ ਆਹ ਪੁਰਾਣਾ ਜਿਹੜਾ ਸਿੱਖ ਰਾਜ ਦਾ ਸੀ ਮਹਾਰਾਜਾ ਰਣਜੀਤ ਸਿੰਘ ਵਾਲਾ, ਉੱਥੋਂ ਤੱਕ ਸਾਡਾ ਰਾਜ ਭਾਗ ਹੋਊਗਾ। ਉਮਰਾ ਨੰਗਲ ਉਸ ਉਮਰਾ ਨੰਗਲ ਦਾ ਪੁੱਤਰ ਹੈ ਜੀ। ਲੇਕਿਨ ਇਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਤਰਾਸਦੀ ਵਾਪਰ ਗਈ ਕਿ ਇਹਦੇ ਪਿਤਾ ਸਰਦਾਰ ਸੁਖਦੇਵ ਸਿੰਘ ਦਾ ਕਤਲ ਹੋ ਗਿਆ ਜੀ। ਉਹ ਕਤਲ ਕਿਵੇਂ ਹੋਇਆ? ਕਿਹਾ ਜਾਂਦਾ ਕਿ ਖਾੜਕੂ ਭਾਈਚਾਰੇ ਨੇ ਕਰਤਾ ਸੀ, ਲੇਕਿਨ ਮੇਰੇ ਕੋਲ ਜਿਹੜੀ ਇਨਫੋਰਮੇਸ਼ਨ ਹੈ ਉਹ ਇਨਫੋਰਮੇਸ਼ਨ ਇਹ ਹੈ ਕਿ ਉਸ ਇਲਾਕੇ ਦੇ ਵਿੱਚ ਦੋ ਪਰਿਵਾਰ ਹੁੰਦੇ ਸੀ ਜੀ। ਇੱਕ ਪਰਿਵਾਰ ਹੁੰਦਾ ਸੀ ਸੰਤ ਸਿੰਘ, ਸ਼ਾਇਦ ਲਿੱਦੜ ਪਿੰਡ ਸੀ ਉਹਨਾਂ ਦਾ। ਜਸਵੀਰ ਸਿੰਘ ਡਿੰਪਾ ਜਿਹੜਾ ਇਸ ਵੇਲੇ ਖਡੂਰ ਸਾਹਿਬ ਤੋਂ ਪਾਰਲੀਮੈਂਟ ਦਾ ਮੈਂਬਰ ਹੈ, ਉਹਦਾ ਬਾਪ ਜੀ। ਪਹਿਲਾਂ ਉਹਦੇ ਬਾਪ ਦਾ ਕਤਲ ਹੋ ਗਿਆ ਸੀ, ਉਹ ਕਾਂਗਰਸ ਦਾ ਸ਼ਾਇਦ MLA ਹੁੰਦਾ ਸੀ ਬਿਆਸ ਹਲਕੇ ਤੋਂ। ਔਰ ਕੁਝ ਸਮੇਂ ਬਾਅਦ ਜਿਹੜਾ ਸੁਖਦੇਵ ਸਿੰਘ ਉਮਰਾ ਨੰਗਲ ਦਾ ਕਤਲ ਹੋ ਗਿਆ ਸੀ। ਉਹਨਾਂ ਦਿਨਾਂ ਦੇ ਵਿੱਚ ਇਹ ਗੱਲਾਂ ਚੱਲਦੀਆਂ ਹੁੰਦੀਆਂ ਸੀ ਕਿ ਅਸਲ ਦੇ ਵਿੱਚ ਜਿਹੜੀ ਇਹ ਪੋਲੀਟੀਕਲ ਰਾਈਵਲਰੀ ਹੈ, ਪੋਲੀਟੀਕਲ ਰਾਈਵਲਰੀ ਦੇ ਵਿੱਚੋਂ ਇਹ ਦੋਨੋਂ ਕਤਲ ਹੋਏ ਹੈ। ਇਹਦੇ ਚ ਕਿਸੇ ਨੇ ਕਿਸੇ ਧਿਰ ਨੂੰ ਵਰਤ ਲਿਆ ਤੇ ਕਿਸੇ ਨੇ ਕਿਸੇ ਧਿਰ ਨੂੰ ਵਰਤ ਲਿਆ ਜੀ। ਉਦੋਂ ਪਰਮਰਾਜ ਸਿੰਘ ਉਮਰਾ ਨੰਗਲ ਜਿਹੜੇ ਹੈਗੇ ਹੈ, ਇਹਨਾਂ ਨੂੰ ਸਿੱਧਾ DSP ਭਰਤੀ ਕਰ ਲਿਆ ਸੀ ਜੀ। ਅੱਜ ਵੀ ਇਸ ਗੱਲ ਨੂੰ ਲੈ ਕੇ ਕਿੰਤੂ ਪ੍ਰੰਤੂ ਚੱਲ ਰਿਹਾ ਹੈ ਕਿ ਉਮਰਾ ਨੰਗਲ ਸਾਹਿਬ ਨੂੰ ਇਹ ਜਿਹੜੀ ਘੱਟੋ ਘੱਟ ਇਹਨਾਂ ਦੀ ਐਜੂਕੇਸ਼ਨ ਚਾਹੀਦੀ ਹੈ, ਗ੍ਰੈਜੂਏਸ਼ਨ, ਉਹ ਗ੍ਰੈਜੂਏਸ਼ਨ ਵੀ ਇਹਨਾਂ ਦੀ ਨਹੀਂ ਸੀ, ਸਗੋਂ ਉਹਦੇ ਵਾਸਤੇ ਵੀ ਕੋਈ ਨਾ ਕੋਈ ਹੋਰ ਤੌਰ ਤਰੀਕਾ ਇਸਤੇਮਾਲ ਕੀਤਾ ਗਿਆ, ਕੋਈ ਸਰਟੀਫਿਕੇਟ ਵਗੈਰਾ ਪ੍ਰਕਿਉਰ ਕੀਤਾ ਗਿਆ ਸੀ ਜੀ। ਇਹ ਤੋਂ ਪਹਿਲਾਂ ਜਦੋਂ ਇਹ ਇਹਨਾਂ ਨੂੰ DSP ਭਰਤੀ ਕੀਤਾ, ਡਿੰਪੇ ਦਾ ਛੋਟਾ ਭਰਾ ਹਰਮਨਵੀਰ ਸਿੰਘ ਗਿੱਲ ਜਿਹੜਾ ਅੱਜ ਕੱਲ੍ਹ ਮੋਗੇ SSP ਲੱਗਿਆ ਹੋਇਆ ਹੈ, ਉਹਨੂੰ ਇੰਸਪੈਕਟਰ ਭਰਤੀ ਕੀਤਾ ਗਿਆ ਸੀ। ਪਰ ਜਦੋਂ ਪੁਲਿਸ ਦੇ ਵਿੱਚ ਆ ਗਏ ਉਮਰਾ ਨੰਗਲ ਸਾਹਿਬ ਤੇ ਫਿਰ ਆਪਾਂ ਉਮਰਾ ਨੰਗਲ ਦੀ ਗੱਲ ਦੇਖੀਏ, ਇਹਨਾਂ ਦੇ ਖਿਲਾਫ ਇਲਜ਼ਾਮ ਕੀ ਲੱਗਦੇ ਰਹੇ ਹੈ ਜੀ। ਇਹਨਾਂ ਦੇ ਖਿਲਾਫ ਪਹਿਲਾ ਇਲਜ਼ਾਮ ਤਾਂ ਇਹ ਲੱਗਿਆ ਕਿ ਜਦੋਂ ਇਹ ਸਰਵਿਸ ਚ ਹੁੰਦੇ ਸੀ ਉਦੋਂ ਸ਼ਾਇਦ ਜਸਪਾਲ ਸਿੰਘ ਨਾਂ ਦੇ ਇੱਕ ਵਿਅਕਤੀ ਨੂੰ ਚੁੱਕਿਆ, ਉਸ ਵਿਅਕਤੀ ਦਾ ਕਤਲ ਕੀਤਾ ਤੇ ਕਲੇਮ ਇਹ ਕੀਤਾ ਕਿ ਗੁਰਨਾਮ ਸਿੰਘ ਬੁਡਾਲਾ ਜਿਹੜਾ ਆਪਣੇ ਜ਼ਮਾਨੇ ਦਾ ਬਹੁਤ ਵੱਡਾ ਖਾੜਕੂ ਆਗੂ ਹੁੰਦਾ ਸੀ, ਅੱਜ ਕੱਲ ਉਹ ਪੰਥਕ ਸਭਾ ਦੇ ਵਿੱਚ ਵਿਚਰ ਰਹੇ ਹੈ, ਕਿ ਗੁਰਨਾਮ ਸਿੰਘ ਬੰਡਾਲਾ ਮਾਰਿਆ ਗਿਆ ਤੇ ਗੁਰਨਾਮ ਸਿੰਘ ਬੰਡਾਲਾ ਦੇ ਸਿਰ ਦੇ ਉੱਤੇ ਜਿਹੜਾ ਇਨਾਮ ਰੱਖਿਆ ਸੀ ਉਹ ਇਨਾਮ ਕੁਝ ਪੁਲਿਸ ਅਫਸਰਾਂ ਨੇ ਹਾਸਲ ਕਰ ਲਿਆ, ਜਿਨ੍ਹਾਂ ਦੇ ਵਿੱਚ ਉਮਰਾ ਨੰਗਲ ਵੀ ਸੀ ਜੀ। ਉਹ ਜਦੋਂ ਗੁਰਨਾਮ ਸਿੰਘ ਬੰਡਾਲਾ ਜਿਉਂਦਾ ਨਿਕਲ ਆਇਆ, ਗੁਰਨਾਮ ਸਿੰਘ ਬੰਡਾਲਾ ਆ ਕੇ ਪੇਸ਼ ਹੋ ਗਿਆ ਤੇ ਇਨਕਸ਼ਾਫ ਕਰਦਾ ਇਹਨੇ ਕਿ ਮੇਰੀ ਥਾਂ ਦੇ ਉੱਤੇ ਜਸਪਾਲ ਸਿੰਘ ਮਾਰਿਆ ਗਿਆ ਸੀ। ਅੱਜ ਤੱਕ ਵੀ ਉਹ ਸੱਜਣ ਦੀ ਵਾਈਫ ਹੈ ਜਿਹੜੀ ਵਿਚਾਰੀ, ਉਹ ਇਨਸਾਫ ਹਾਸਲ ਕਰਨ ਵਾਸਤੇ ਦਰ ਦੀਆਂ ਠੋਕਰਾਂ ਕਰਦੀ ਫਿਰਦੀ ਹੈ। ਮਾਮਲਾ ਹਾਈ ਕੋਰਟ ਚਲਾ ਜਾਂਦਾ, ਹਾਈ ਕੋਰਟ SIT ਬਣਾ ਦਿੰਦੀ ਹੈ, SIT ਕੰਮ ਨਹੀਂ ਕਰਦੀ ਕਿਉਂਕਿ ਪੁਲਿਸ ਅਫਸਰਾਂ ਨੂੰ ਡਿਫੈਂਡ ਕਰਦੀ ਹੈ ਜੀ। ਦੂਜਾ ਇਲਜ਼ਾਮ ਜਿਹੜਾ ਇਹਨਾਂ ਤੇ ਲੱਗਦਾ ਉਹ ਲੱਗਦਾ ਸੀ ਜੀਤੇ ਪੂਲੇ ਨਿਹੰਗ ਨੂੰ ਸਪੋਰਟ ਕਰਨ ਦਾ। ਜੀਤੇ ਨਿਹੰਗ ਨੇ ਕੀ ਕੁਛ ਕੀਤਾ ਹੈ, ਪੂਲੇ ਨੇ ਉਹ ਆਪਾਂ ਸਾਰੇ ਜਾਣਦੇ ਆ, ਉਸ ਇਲਾਕੇ ਚ ਮਾਝੇ ਚ ਕੀ ਕੁਛ ਕੀਤਾ ਹੈ ਜੀ।
ਉਸ ਕੇਸ ਨੂੰ ਕਿਵੇਂ ਸਿਰੇ ਲਾਇਆ ਸਰਦਾਰ ਚੰਨਣ ਸਿੰਘ ਜਿਹੜੇ ਹੈਗੇ ਹੈ ਐਕਸ ਸਰਵਿਸਮੈਨ ਲੀਗ ਦੇ, ਮਾਝਾ ਐਕਸ ਸਰਵਿਸਮੈਨ ਲੀਗ ਹੁੰਦੀ ਸੀ, ਉਹਦੇ ਉਹ ਲੀਡਰ ਹੈ। ਉਹਨਾਂ ਨੇ ਉਹ ਮਾਮਲੇ ਨੂੰ ਚੱਕਿਆ ਤੇ ਫਿਰ ਪੂਲਾ ਅੰਦਰ ਗਿਆ। ਪੂਲੇ ਦਾ ਕਤਲ ਕਿਵੇਂ ਹੋਇਆ ਇਹ ਵੀ ਇੱਕ ਸਿਲਸਿਲਾ ਜੀ। ਜਿਹੜੀ ਸਭ ਤੋਂ ਮਾੜੀ ਗੱਲ ਹੋਈ ਹੈ ਜਿਹਦੇ ਚ ਉਮਰਾ ਨੰਗਲ ਦਾ ਨਾਮ ਬੋਲਦਾ, ਉਹ ਬੋਲਦਾ ਕਿ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਜੀ, ਔਰ ਉਹਨਾਂ ਘਟਨਾਵਾਂ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦਾ ਨਿਰਾਦਰ ਹੁੰਦਾ, ਅੰਗ ਫਾੜ ਕੇ ਬਰਗਾੜੀ ਦੀਆਂ ਗਲੀਆਂ ਵਿੱਚ ਸੁੱਟੇ ਜਾਂਦੇ ਆ। ਤੇ ਉਹ ਤੋਂ ਬਾਅਦ ਸਿੱਖ ਪ੍ਰਚਾਰਕਾਂ ਦੀ ਅਗਵਾਈ ਦੇ ਵਿੱਚ ਸਿੱਖ ਭਾਈਚਾਰੇ ਵੱਲੋਂ ਬੱਤੀਆਂ ਵਾਲੇ ਚੌਕ ਕੋਟਕਪੂਰੇ ਦੇ ਵਿੱਚ ਧਰਨਾ ਦਿੱਤਾ ਜਾ ਰਿਹਾ ਹੈ। ਉਸ ਪੀਸਫੁਲ ਧਰਨੇ ਦੇ ਉੱਤੇ ਜਿਹੜਾ ਪੁਲਿਸ ਐਕਸ਼ਨ ਹੋਇਆ ਸੀ, ਉਸ ਪੁਲਿਸ ਐਕਸ਼ਨ ਦੀ ਅਗਵਾਈ ਕਿਹਨੇ ਕੀਤੀ ਸੀ? ਪਰਮਰਾਜ ਸਿੰਘ ਉਮਰਾ ਨੰਗਲ ਨੇ। ਪਰਮਰਾਜ ਸਿੰਘ ਉਮਰਾ ਨੰਗਲ ਉਸ ਵੇਲੇ ਲੁਧਿਆਣੇ ਦੇ ਵਿੱਚ ਪੁਲਿਸ ਕਮਿਸ਼ਨਰ ਵਜੋਂ ਤਾਇਨਾਤ ਸੀ ਤੇ ਇਸ ਬੰਦੇ ਨੂੰ ਉਚੇਚੇ ਤੌਰ ਦੇ ਉੱਤੇ ਭੇਜਿਆ ਗਿਆ ਕਿ ਤੂੰ ਇਹ ਕੰਮ ਕਰ ਸਕਦਾ। ਉਦੋਂ ਸੁਖਬੀਰ ਸਿੰਘ ਡਿਪਟੀ ਮੁੱਖ ਮੰਤਰੀ ਸੀ ਔਰ ਸੁਮੇਧ ਸਿੰਘ ਸੈਣੀ ਜਿਹੜਾ ਹੁੰਦਾ ਸੀ ਉਹ DGP ਹੁੰਦਾ ਸੀ ਜੀ। ਬਾਅਦ ਦੇ ਵਿੱਚ ਕਮਿਸ਼ਨ ਬਣਿਆ, ਕਮਿਸ਼ਨ ਰਣਜੀਤ ਸਿੰਘ ਕਮਿਸ਼ਨ ਨੇ ਤਾਰਾਂ ਜੋੜੀਆਂ, ਤਾਰਾਂ ਦੇ ਵਿੱਚ ਟੈਲੀਫੋਨ ਦੀ ਵਾਰਤਾ ਵਗੈਰਾ ਸਭ ਕੁਝ ਆ ਗਿਆ। ਉਹਦੇ ਆਧਾਰ ਦੇ ਉੱਤੇ ਇਹਨਾਂ ਦੇ ਖਿਲਾਫ ਕੇਸ ਰਜਿਸਟਰ ਹੋਇਆ। SIT ਨੇ ਗ੍ਰਿਫਤਾਰ ਕੀਤਾ। ਉਮਰਾ ਨੰਗਲ ਜੇਲ੍ਹ ਦੇ ਵਿੱਚ ਗਿਆ, ਜ਼ਮਾਨਤ ਹੋਈ ਤੇ ਬਾਹਰ ਆ ਗਿਆ ਜੀ। ਹੁਣ ਉਹ ਸਸਪੈਂਡ ਚੱਲ ਰਹੇ। ਪਿਛਲੇ ਦਿਨਾਂ 'ਚ ਕੀ ਹੋਇਆ ਕਿ ਉਮਰਾ ਨੰਗਲ ਪਹੁੰਚਿਆ ਜੀ ਦਰਬਾਰ ਸਾਹਿਬ ਦੇ ਵਿੱਚ। ਉੱਥੇ ਸ਼ਾਇਦ ਉਹਨਾਂ ਨੇ ਲੰਗਰ ਵਾਸਤੇ ਜਾਂ ਕਿਸੇ ਵੀ ਕਿਸਮ ਦੀ ਕੋਈ ਉੱਥੇ ਭੇਟਾ ਦਿੱਤੀ, ਕੋਈ ਮਦਦ ਦਿੱਤੀ, ਮਾਲੀ ਮਦਦ ਦਿੱਤੀ ਜੀ। ਤੇ ਉਸ ਮਾਲੀ ਮਦਦ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸਾਡੇ ਸੱਜਣ ਹੈ ਉਹਨਾਂ ਨੇ ਇਹਦੇ ਗੱਲ ਦੇ ਵਿੱਚ ਪਾ ਕੇ ਸਰੋਪਾਓ ਪਾਤਾ ਜੀ। ਇਹਦੇ ਤੇ ਕਿੰਤੂ ਪ੍ਰੰਤੂ ਸ਼ੁਰੂ ਹੋ ਗਿਆ ਕਿ ਉਮਰਾ ਨੰਗਲ ਨੂੰ ਸਰੋਪਾਓ ਦੇਣ ਦਾ ਕੀ ਮਤਲਬ ਸੀ। ਇਹਦੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਤਾਂ ਹਾਲੇ ਤੱਕ ਬੋਲੇ ਨਹੀਂ, ਲੇਕਿਨ ਇੱਕ ਹੋਰ ਲੀਡਰ ਸਾਹਿਬ ਬੋਲੇ ਹੈ ਜੀ। ਉਹ ਕਹਿੰਦੇ ਜੀ ਕੋਈ ਖਾਸ ਗੱਲ ਨਹੀਂ, ਜਿਹੜਾ ਵੀ ਕੋਈ ਬੰਦਾ ਉੱਥੇ ਆਉਂਦਾ ਆ ਕੇ ਉੱਥੇ ਮੱਥਾ ਟੇਕਦਾ ਜੀ, ਅਸੀਂ ਫਿਰ ਉਹਨੂੰ ਇਹ ਤਾਂ ਦੇ ਹੀ ਦਿੰਦੇ। ਸਵਾਲ ਇਹ ਪੈਦਾ ਹੁੰਦਾ ਕਿ ਕੱਲ ਨੂੰ ਕੋਈ ਚਿੱਟੇ ਦਾ ਵਪਾਰੀ ਆਉਂਦਾ ਜਿਹਨੇ ਪੰਜਾਬ ਦੀ ਜਵਾਨੀ ਤਬਾਹ ਕਰਤੀ, ਉਹ ਆ ਕੇ ਉੱਥੇ ਕੁਛ ਭੇਟਾ ਕਰਦਾ ਹੈ ਤਾਂ ਫਿਰ ਅਸੀਂ ਉਹਨੂੰ ਵੀ ਸਰੋਪਾ ਦੇ ਦਿਆਂਗੇ। ਸਵਾਲ ਕੱਲ ਨੂੰ ਇਹ ਹੈ ਕਿ ਰਾਮ ਰਹੀਮ ਦੀ ਜ਼ਮਾਨਤ ਹੋ ਜਾਂਦੀ ਹੈ ਹਾਈ ਕੋਰਟ ਚ ਜਾਂ ਸੁਪਰੀਮ ਕੋਰਟ ਚੋਂ, ਉਹ ਲਾਮ ਲਸ਼ਕਰ ਲੈ ਕੇ ਕਹਿੰਦੇ ਜੀ ਮੈਂ ਜਾ ਕੇ ਮੱਥਾ ਟੇਕਣ ਜਾਣਾ ਤੇ ਮੈਂ ਉੱਥੇ ਜਾ ਕੇ ਭੇਟਾ ਚੜਾਉਣਾ, ਕੀ ਅਸੀਂ ਉਹਨੂੰ ਮਾਫ ਕਰ ਦਿਆਂਗੇ? ਅਸੀਂ ਉਹਨੂੰ ਵੀ ਸਰੋਪਾ ਦੇਵਾਂਗੇ। ਸਵਾਲ ਬਿਲਕੁਲ ਤੁਸੀਂ ਬੜਾ ਵਾਜਬ ਉਠਾਇਆ ਹੈ ਕਿ ਉਹ ਟਾਈਮ ਯਾਦ ਕਰੋ। 101 ਵਰੇ ਹੋ ਗਏ ਸਾਕਾ ਜ਼ਿਲ੍ਹਿਆਂਵਾਲਾ ਦਾ ਕਾਂਡ ਜਿਹੜਾ ਹੋਇਆ ਸੀ। ਸਾਕਾ ਜ਼ਿਲ੍ਹਿਆਂਵਾਲਾ ਦੇ ਕਾਂਡ ਦੇ ਮਾਮਲੇ 'ਚ ਜਿਵੇਂ ਤੁਸੀਂ ਗੱਲ ਕਹੀ ਹੈ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਆਪ, ਮੇਰੇ ਯਾਦ ਹੈ ਸਿਮਰਜੀਤ ਸਿੰਘ ਮਾਨ ਨੇ ਪੰਜਾਬ ਦੇ ਗਦਾਰਾਂ ਦੀ ਇੱਕ ਲਿਸਟ ਜਾਰੀ ਕੀਤੀ ਸੀ ਫਤਿਹਗੜ੍ਹ ਸਾਹਿਬ ਦੇ ਜੋੜ ਮੇਲ ਤੇ। ਬਿਲਕੁਲ ਜੀ। ਔਰ ਉਸ ਲਿਸਟ ਦੇ ਵਿੱਚ ਜਿਹੜਾ ਨੰਬਰ 1 ਦੇ ਉੱਤੇ ਉਹਨਾਂ ਨੇ ਆਪਣੇ ਨਾਨਾ ਜੀ ਰੂੜ ਸਿੰਘ ਹੋਰਾਂ ਦਾ ਨਾਮ ਲਿਖਿਆ ਸੀ, ਕਿਉਂਕਿ ਰੂੜ ਸਿੰਘ ਉਸ ਵੇਲੇ ਜਿਹੜੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਵੀ ਹੁੰਦੇ ਸੀ, ਇਹ ਸਰਵਰਾਹ ਹੁੰਦੇ ਸੀ ਜੀ। ਰੂੜ ਸਿੰਘ ਹੋਰਾਂ ਨੇ ਕਿਉਂ ਉਹਨੂੰ ਜਨਰਲ ਡਾਇਰ ਨੂੰ ਸਰੋਪਾਓ ਦਿੱਤਾ ਦਰਬਾਰ ਸਾਹਿਬ ਤੇ? ਦੱਸਣ ਵਾਲੇ ਲੋਕ ਦੱਸਦੇ ਆ, ਕੁਝ ਕਿਤਾਬਾਂ ਦੇ ਵਿੱਚ ਜ਼ਿਕਰ ਆਉਂਦਾ ਹੈ ਜੀ। ਇਹ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਮਾਮਲਾ ਉੱਠਿਆ ਸੀ। ਪੰਜਾਬ ਦੀ ਵਿਧਾਨ ਸਭਾ ਦੇ ਵਿੱਚੋਂ ਹਵਾਲੇ ਦਿੱਤੇ ਸੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿ ਜੀ ਆਹ ਕਿਤਾਬ ਪੜ੍ਹੋ, ਇਸ ਕਿਤਾਬ ਦੇ ਵਿੱਚ ਲਿਖਿਆ ਹੋਇਆ ਕਿ ਉਹ ਤੋਂ ਪਹਿਲਾਂ ਜਿਹੜਾ ਹੈਗਾ ਜਦੋਂ ਜਲਿਆਂਵਾਲੇ ਬਾਗ ਦਾ ਸਾਕਾ ਹੁੰਦਾ ਉਸ ਵੇਲੇ ਜਿਹੜਾ ਖਾਣਾ ਕੀਤਾ ਗਿਆ ਸੀ ਜਨਰਲ ਡਾਇਰ ਨੂੰ, ਕਿਹਨੇ ਕੀਤਾ ਸੀਗਾ ਜੀ? ਉਹ ਕੀਤਾ ਸੀ ਸੁੰਦਰ ਸੁੰਦਰ ਸਿੰਘ ਮਜੀਠੀਆ ਨੇ, ਤੇ ਉਹਨੂੰ ਸੁੰਦਰ ਸਰ ਦਾ ਖਿਤਾਬ ਦਿੱਤਾ ਗਿਆ ਜੀ। ਉਹਦੇ ਇਵਲ ਦੇ ਵਿੱਚ ਕੱਲਾ ਉਹੀ ਖਿਤਾਬ ਨਹੀਂ ਦਿੱਤਾ ਗਿਆ, ਗੋਰਖਪੁਰ ਦੇ ਵਿੱਚ ਜਿਹੜਾ ਯੂਪੀ ਦੇ ਵਿੱਚ ਇਹਨਾਂ ਨੂੰ ਵੱਡੀ ਜਗੀਰ ਦਿੱਤੀ ਗਈ ਜਿੱਥੇ ਖੰਡ ਮਿੱਲਾਂ ਲੱਗੀਆਂ ਹੋਈਆਂ। ਔਰ ਕਿਉਂਕਿ ਜਿਹੜੇ ਰੂੜ ਸਿੰਘ ਹੋਣੀ ਸੀਗੇ, ਰੂੜ ਸਿੰਘ ਹੋਰਾਂ ਨੂੰ ਓਵਰ ਪਾਵਰ ਕਰਦੇ ਸੀਗੇ ਸੁੰਦਰ ਸਿੰਘ ਮਜੀਠੀਆ, ਉਹ ਉਹਨਾਂ ਦੀ ਝੇਪ ਮੰਨਦੇ ਸੀ, ਉਹਨਾਂ ਨੇ ਕਹਿ ਕੇ ਉਹ ਸਾਰਾ ਕੁਛ ਕਰਵਾਇਆ। ਅੱਜ ਜਦੋਂ ਅਸੀਂ 101 ਵਰੇ ਗੰਢ ਬਣਾ ਕੇ ਹਟੇ, ਪਿਛਲੇ ਦਿਨਾਂ 'ਚ ਹੀ ਬਣਾ ਕੇ ਹਟੇ ਆ, ਫਿਰ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ? ਸਾਡੇ ਅਕਾਲ ਤਖਤ ਸਾਹਿਬ ਦੇ ਉੱਤੇ ਫੌਜਾਂ ਚੜੀਆਂ, ਪੁਲਿਸ ਚੜੀ, ਸਾਰਾ ਕੁਛ ਚੜਿਆ, ਅਸੀਂ ਉਸ ਗੱਲ ਨੂੰ ਹਾਲੇ ਤੱਕ ਭੁਲਾ ਨਹੀਂ ਸਕੀ। ਲੇਕਿਨ ਐਡਾ ਵੱਡਾ ਦੁਖਾਂਤ ਤੁਸੀਂ ਫਿਰ ਦੁਬਾਰਾ ਉਹ ਇਤਿਹਾਸ ਦਾ ਜਿਹੜਾ ਯਾਦ ਕਰਾਉਣੇ ਹੋ, ਕੋਈ ਜ਼ਰੂਰਤ ਸੀ ਕਿ ਉਸ ਬੰਦੇ ਨੂੰ ਤੁਸੀਂ ਜੋ ਆਇਆ ਅਜੇ ਤੱਕ ਅਦਾਲਤ 'ਚ ਮੁਕੱਦਮਾ ਚੱਲ ਰਿਹਾ ਤੇ ਮੁਕੱਦਮਾ ਚੱਲਦਾ ਕਿਹੜਾ ਮੁਕੱਦਮਾ? ਇਸ ਗੱਲ ਦਾ ਚੱਲਦਾ ਕਿ ਜਿਹੜੇ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ ਸੰਘਰਸ਼ ਕਰ ਰਹੇ ਸੀ, ਉਹਨਾਂ ਤੇ ਲਾਠੀ ਚਲਾਈ। ਉਹ ਵਿਚਾਰੇ ਜਦੋਂ ਉੱਥੋਂ ਭੱਜ ਕੇ ਆਏ, ਇਹਨਾਂ ਨੇ ਲਾਠੀ ਚਲਾਈ, ਗੋਲੀ ਚਲਾਈ, ਬਹਿਬਲ ਕਲਾਂ ਆ ਗਈ। ਬਹਿਬਲ ਕਲਾਂ ਦੇ ਵਿੱਚ ਦੋ ਸਾਡੇ ਜਿਹੜੇ ਸੱਜਣ ਸਾਰੇ ਹੈਗੇ ਆ, ਮਿਲ ਮਿਲਾ ਕੇ ਉਹਨਾਂ ਨੂੰ ਭੁੱਖਿਆਂ ਨੂੰ ਲੰਗਰ ਛਕਾਉਂਦੇ ਆ। ਉੱਥੇ ਗੋਲੀਆਂ ਚਲਵਾਉਣ ਦਾ ਹੁਕਮ ਦਿੱਤਾ ਗਿਆ ਤੇ ਦੋ ਬੰਦੇ ਭਾਈ
ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਉਹ ਮਾਰੇ ਜਾਂਦੇ ਹੈ, ਉਹ ਮੁਕੱਦਮੇ ਚਲੀ ਜਾਂਦਾ ਬੰਦਾ। ਉਹਨਾਂ ਚਾਹੀਦਾ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਦੀ ਰਾਖੀ ਕਰਨ ਦੀ ਖਾਤਰ ਜਿਹੜੇ ਬੰਦੇ ਸ਼ਹੀਦ ਹੋਏ ਹੈ ਤੇ ਜਿਸ ਬੰਦੇ ਦੇ ਖਿਲਾਫ ਇਲਜ਼ਾਮ ਲੱਗਦਾ ਕਿ ਐਕਸ਼ਨ ਹੀ ਨਹੀਂ ਕੀਤਾ ਸੀ, ਉਹਨੂੰ ਜੇ ਦਰਬਾਰ ਸਾਹਿਬ ਦੇ ਵਿੱਚੋਂ ਅਸੀਂ ਸਰੋਪਾ ਦੇਵਾਂਗੇ ਤਾਂ ਮੇਰਾ ਖਿਆਲ ਹੈ ਵੀ ਏਦੂ ਕੋਈ ਮਾੜਾ ਕੰਮ ਹੋ ਨਹੀਂ ਸਕਦਾ। ਇਹ ਮੈਨੂੰ ਇਸ ਗੱਲ ਦੀ ਬੜੀ ਸਮਝ ਲਓ ਵੀ ਇੱਕ ਕਿਸਮ ਦੀ ਮੈਂ ਨਮੋਸ਼ੀ ਮਹਿਸੂਸ ਕਰਦੇ ਕਿ ਜਦੋਂ ਦਾ ਇਹ ਭਾਣਾ ਵਾਪਰਿਆ, ਜਦੋਂ ਦਾ ਸਰੋਪਾ ਉਹ ਦਿੱਤਾ ਹੈ, ਇਹਦੇ ਤੇ ਡਿਬੇਟ ਹੋਣੀ ਚਾਹੀਦੀ ਸੀ। ਲੇਕਿਨ ਡਿਬੇਟ ਸਾਡੀ ਇਸ ਗੱਲ ਤੋਂ ਟਲ ਕੇ ਜਾ ਕਿਧਰ ਨੂੰ ਰਹੀ ਹੈ? ਡਿਬੇਟ ਇਸ ਗੱਲ ਤੇ ਜਾ ਰਹੀ ਹੈ ਕਿ ਜੀ ਹਜ਼ੂਰ ਸਾਹਿਬ ਤੋਂ ਸੰਗਤ ਆਈ ਹੈ, ਉਹ ਸੰਗਤ ਨੂੰ ਪ੍ਰਵਾਨਗੀ ਕਿਹਨੇ ਦਵਾਈ ਹੈ ਉੱਥੋਂ ਆਉਣ ਲਈ? ਅਜੇ ਤੱਕ ਆਉਣਾ ਸੰਗਤ ਨੇ। ਬੀਬੀ ਹਰਸਿਮਰਤ ਕੌਰ ਬਾਦਲ ਕਹਿੰਦੀ ਜੀ ਉਹ ਤਾਂ ਮੈਂ ਜਾ ਕੇ ਉਹਨਾਂ ਨੂੰ ਪ੍ਰਵਾਨਗੀ ਦਵਾਈ ਹੈ। ਉੱਥੇ ਤੁਸੀਂ ਪ੍ਰਵਾਨਗੀਆਂ ਦਵਾਉਣ ਦੀ ਗੱਲ ਕਰ ਰਹੇ ਹੋ, ਲੇਕਿਨ ਸਾਬਤ ਸਬੂਤ ਗੁਰੂ ਗ੍ਰੰਥ ਸਾਹਿਬ ਸਾਡਾ 11ਵਾਂ ਗੁਰੂ, ਉਹਦੀ ਬੇਪਤੀ ਦਾ ਜਿਸ ਬੰਦੇ ਦੇ ਖਿਲਾਫ ਦੋਸ਼ ਲੱਗਦਾ ਹੈ, ਉਹਦੀ ਬੇਅਦਬੀ ਦਾ ਦੋਸ਼ ਲੱਗਦਾ ਹੈ, ਉਸ ਬੰਦੇ ਨੂੰ ਦਰਬਾਰ ਸਾਹਿਬ ਚ ਸਰੋਪਾ ਮੇਰਾ ਖਿਆਲ ਹੈ ਵੀ ਇਹ ਅੱਤ ਹੈ ਜੀ, ਅੱਤ ਨੂੰ ਕਹਿ ਸਕਦੇ ਹਾਂ ਜੀ। ਬਿਲਕੁਲ ਜੀ, ਜ਼ਮੀਰ ਜਾਗਣੀ ਚਾਹੀਦੀ ਹੈ ਜੀ। ਸਾਡੇ ਬੰਦੇ ਹਵਾ 'ਚ ਹੀ ਤੀਰ ਮਾਰਦੇ ਰਹਿੰਦੇ ਆ। ਮੈਂ ਜਾਣਕਾਰੀ ਦੇਣੀ ਚਾਹੁੰਦਾ ਜੀ, ਵਨ ਟੱਚ ਕਮਿਊਨੀਕੇਸ਼ਨ ਦਾ ਸੁਨੇਹਾ ਜੀ, ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀਆਂ ਫੋਨ ਦੀਆਂ ਡੀਲਾਂ ਲੈਣੀਆਂ ਚਾਹੁੰਦੇ, ਇੰਟਰਨੈਟ ਕਿਊਬਕ ਜਾਂ ਅੰਟਾਰੀਓ ਦੇ ਵਿੱਚ ਤੁਸੀਂ ਮੌਂਟਰੀਅਲ ਰਹਿੰਦੇ ਕਿਸੇ ਵੀ ਜਗ੍ਹਾ ਤੇ ਕਾਲ ਕਰ ਸਕਦੇ ਹੋ। ਅਨਲਿਮਟਿਡ ਇੰਟਰਨੈਟ ਫੋਨ ਦੇ ਉੱਪਰ ਵੀ, ਘਰਾਂ ਦੇ ਵਿੱਚ ਵੀ ਤੁਸੀਂ ਜਿਹੜੇ ਆਪਣੇ ਆਫਿਸ ਦੇ ਫੋਨ ਆ ਉਹ ਆਪਣੇ ਸੈੱਲ ਫੋਨ ਤੇ ਸਾਰੇ ਟ੍ਰਾਂਸਫਰ ਕਰ ਸਕਦੇ ਹੋ। ਕਾਲ ਕਰ ਸਕਦੇ 905-203-3636 ਤੇ 905-203-3636 ਤੇ ਸੁਖਦੇਵ ਥਾਪਰ ਉਹਨਾਂ ਨੂੰ। ਟਿਕਟਾਂ ਬਾਰੇ ਕੋਈ ਜਾਣਕਾਰੀ ਲੈਣੀ ਹੈ ਜੀ, 5 ਲੋਕੇਸ਼ਨਾਂ ਤੋਂ ਸਰਵ ਕਰਦੇ ਆਲ ਇੰਗ ਟਰੈਵਲ 416-293-8700। ਕੋਈ ਜੌਬ ਦੀ ਭਾਲ ਦੇ ਵਿੱਚ ਉਹ KGS ਟਰਾਂਸਪੋਰਟ, ਇੱਕ GTA ਦੇ ਵਿੱਚ ਉਹਨਾਂ ਦਾ ਟਰਮੀਨਲ ਹੈ, ਇੱਕ ਇੰਡੀਆਨਾ ਦੇ ਵਿੱਚ, ਅਮਰੀਕਾ ਦੇ ਵਿੱਚ ਇੰਡੀਆਨਾ ਐਪਲਸ। ਕਿਸੇ ਬੰਨੇ ਵੀ ਤੁਸੀਂ ਡਰਾਈਵਰੀ ਵੀ ਕਰ ਸਕਦੇ ਹੋ, ਓਨਰ ਆਪਰੇਟਰ ਵੀ ਬਣ ਸਕਦੇ ਹੋ। 905-799-9500 ਜਿੰਦਰ ਬੁੱਟਰ ਤੇ ਕੁਲਵੰਤ ਸਿੰਘ ਦੇ ਨਾਲ ਆਪਣੇ ਨਾਲ ਕੁਛ ਢਿੱਲੋਂ ਸਾਹਿਬ ਇੱਕ ਅੱਧੀ ਕਾਲ ਲੈ ਲਈਏ ਤੇ ਉਸ ਤੋਂ ਨਾਲ ਆਪਣੇ ਹਰਜਿੰਦਰ ਸਿੰਘ ਧਨੋਆ ਵੀ ਜੁੜ ਚੁੱਕੇ ਆ ਜੀ, ਉਹਨਾਂ ਦੇ ਵੀ ਆਪਾਂ ਅਪਡੇਟ ਲੈਨੇ ਆ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। 7140 ਚੰਦੀ ਸਾਹਿਬ ਤੁਹਾਨੂੰ ਸਭ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬੜੇ ਵਿਸਥਾਰ ਨਾਲ ਤੁਸੀਂ ਪ੍ਰੋਗਰਾਮ ਕਰ ਰਹੇ ਹੋ। ਢਿੱਲੋਂ ਸਾਹਿਬ ਨੇ ਬਹੁਤ ਵਧੀਆ ਗੱਲਬਾਤ ਜਿਹੜੀ ਕੀਤੀ, ਚੰਗੇ ਵਿਸਥਾਰ ਨਾਲ ਜੀ। ਦੇਖੋ ਸਾਡਾ ਉਮਰਾਂ ਨੰਗਲ ਨਾਲ ਕੋਈ ਮਤਲਬ ਕੋਈ ਵਿਰੋਧ ਨਹੀਂਗਾ ਜੀ। ਉਮਰਾਂ ਨੰਗਲ ਜਾਂ ਕੋਈ ਹੋਰ ਵੀ ਹੋਵੇ, ਸਾਡੀ ਗੱਲ ਚਾਹੇ ਢਿੱਲੋਂ ਸਾਹਿਬ ਦੀ, ਚਾਹੇ ਮੇਰੀ, ਚਾਹੇ ਤੁਹਾਡੀ, ਚਾਹੇ ਕੋਈ ਹੋਰ ਸੱਜਣ ਕਰਨ ਵਾਲਾ, ਸਾਡਾ ਮੇਨ ਮਕਸਦ ਇਹ ਹੈ ਕਿ ਕਿਹੜੀ ਗੱਲ ਹੋਣੀ ਚਾਹੀਦੀ ਤੇ ਕਿਹੜੀ ਨਹੀਂ ਹੋਣੀ ਚਾਹੀਦੀ ਜੀ। ਮੈਂ ਸਮਝਦਾ ਵੀ ਜਾਂ ਤੇ ਸਾਡੇ ਜਥੇਦਾਰ ਸਾਹਿਬਾਨ ਜਿਹੜੇ ਉੱਥੇ ਬੈਠੇ ਨੇ ਜੀ, ਜਾਂ ਉੱਥੇ ਦੇ ਜਿਹੜੇ ਮੋਤਬਰ ਜਿੰਨੇ ਵੀ ਨੇ ਜਿਨ੍ਹਾਂ ਨੇ ਇਹ ਕੁਛ ਕਰਨਾ ਤੇ ਜਿਨ੍ਹਾਂ ਦੀ ਸਲਾਹ ਮਸ਼ਵਰਾ ਹੁੰਦਾ ਵੀ ਕਿਹਨੂੰ ਸਰੋਪਾ ਦੇਣਾ ਕਿਹਨੂੰ ਨਹੀਂ ਦੇਣਾ, ਜਾਂ ਤੇ ਫਿਰ ਮੈਂ ਤੇ ਸਮਝਦਾ ਕਿ ਪੜ੍ਹੇ ਲਿਖੇ ਜ਼ਰੂਰ ਨੇ ਲੇਕਿਨ ਇਤਿਹਾਸ ਤੋਂ ਅਨਪੜ੍ਹ ਨੇ ਜੀ, ਇਤਿਹਾਸ ਤੋਂ ਕੱਚੇ ਨੇ, ਮੈਂ ਇਤਿਹਾਸ ਪੜ੍ਹਿਆ ਨਹੀਂ। ਕਿਉਂਕਿ ਜਿਹੜਾ ਬੰਦਾ ਕੋਈ ਵੀ ਇਹ ਦਾਨੀ ਸੰਜਣ ਹੈ, ਉਹ ਜੇ ਆਪਣੀ ਸ਼ਰਧਾ ਨਾਲ ਕੋਈ ਦਾਨ ਕਰਦਾ ਤੇ ਉਹਨੂੰ ਸਰੋਪਾ ਕਾਹਦਾ ਜੀ, ਉਹਦੇ ਸਰੋਪੇ ਦਾ ਕੋਈ ਹੱਕ ਹੀ ਨਹੀਂ ਬਣਦਾ। ਕੋਈ ਟਰੱਕਾਂ ਦੇ ਟਰੱਕ ਆਟਾ, ਦਾਲਾਂ, ਚੌਲ। ਮੇਰੇ ਵੇਖਣ ਦੀ ਗੱਲ, ਮੈਂ ਆਪਣੇ ਪਿਤਾ ਜੀ ਦੇ ਨਾਲ ਉੱਥੇ ਗਿਆ, ਇੱਕ ਸ਼ਾਹੂਕਾਰ ਆਇਆ, ਉਹਨੇ ਕਿਹਾ ਆਣ ਕੇ ਬੇਨਤੀ ਕੀਤੀ ਲੰਗਰ ਵਿੱਚ ਪ੍ਰਬੰਧਕਾਂ ਨੂੰ ਕਿ ਮੈਨੂੰ ਤਾਂ ਪਤਾ ਨਹੀਂ, ਪਰ ਮੈਂ ਚਾਹੁੰਦਾ ਕਿ ਇੱਕ ਹਫ਼ਤੇ ਦਾ ਜਿੰਨਾ ਲੰਗਰ ਦਾ ਪ੍ਰਬੰਧ ਹੈ ਮਤਲਬ ਮੈਨੂੰ ਦੇ ਦਿਓ, ਮੇਰਾ ਖਰਚਾ ਚਲੇ ਕੇ ਜੀ। ਪਰ ਉਸ ਵੇਲੇ ਮੈਨੂੰ ਇਹ ਨਹੀਂ ਸਮਝ ਨਹੀਂ ਆਉਂਦੀ, ਮੇਰੇ ਪਿਤਾ ਜੀ ਨਾਲ ਤੋਂ ਉਹਨਾਂ ਨੇ ਪ੍ਰਬੰਧਕਾਂ ਨੇ ਜੀ ਗੱਲਬਾਤ ਕਰਕੇ ਸ਼ੋਰ ਵਿੱਚ ਤੇ ਉਹਨਾਂ ਕਿਹਾ ਵੀ ਇਹ ਗੱਲਬਾਤ ਹੈ। ਮੈਨੂੰ ਪਤਾ ਨਹੀਂ ਉਸ ਵੇਲੇ ਕੌਣ ਸੀ ਉਸ ਵੇਲੇ ਜਥੇਦਾਰ ਜਾਂ ਪ੍ਰਬੰਧਕ, ਪਰ ਫਿਰ ਵੀ ਉਹਨਾਂ ਨੇ ਇਹ ਗੱਲ ਕਹੀ ਵੀ ਨਹੀਂ, ਇਹ ਕਿਸੇ ਇੱਕ ਦਾ ਲੰਗਰ ਨਹੀਂ ਹੋ ਸਕਦਾ ਜੀ। ਉਹ ਤਾਂ ਫਿਰ ਤੇਰਾ ਹੋ ਗਿਆ। ਇੱਥੇ ਸਾਧ ਸੰਗਤ ਦਾ ਜਿੰਨਾ ਖਰਚਾ ਆਉਂਦਾ ਹੈ ਉਹਦੇ ਦੁੱਗਣਾ ਰੋਜ਼ ਦੇ ਰਜਾਉਂਦਾ ਜਾਂਦਾ ਹੈ। ਗੁਰੂ ਰਾਮਦਾਸ ਸਾਹਿਬ ਜੀ ਦੀ ਬਰਕਤ ਹੈ। ਇਸ ਕਰਕੇ ਇੱਥੇ ਕਿਸੇ ਇੱਕ ਵੱਲੋਂ ਤੇਰਾ ਜੋ ਜੀ ਕਰਦਾ ਤੂੰ ਵੀ ਦੇ, ਲੇਕਿਨ ਤੇਰਾ ਨਾਂ ਲੈ ਕੇ ਲੰਗਰ ਨਹੀਂ ਚਲਾਇਆ ਜਾ ਸਕਦਾ। ਬਿਲਕੁਲ। ਚਲੋ ਇਹ ਘਟਨਾ ਫਿਰ ਅਕਬਰ ਬਾਦਸ਼ਾਹ ਗੋਂਦਵਾਲ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਆਇਆ ਤੇ ਉਹਨੇ ਬਹੁਤ ਸਾਰੀ ਗਿਆਨਦਾਤ ਔਰ ਬਹੁਤ ਕੁਝ ਗੁਰੂ ਘਰ ਨੂੰ ਦੇਣਾ ਚਾਹਿਆ ਕਿ ਇਹ ਤੁਸੀਂ ਮੇਰੇ ਵੱਲੋਂ ਲੈ ਲਓ, ਸਰਕਾਰੀ ਖਜ਼ਾਨੇ ਚ ਮੈਂ ਦੇਈ ਜਾਵਾਂਗਾ। ਗੁਰੂ ਘਰ ਲੰਗਰ ਵੀ ਚੱਲੇ, ਇੱਥੇ ਸੇਵਾ ਵੀ ਹੋਏ, ਜੋ ਇਮਾਰਤਾਂ ਬਣੀਆਂ ਉਹ ਵੀ ਬਣ ਜਾਏ। ਪਰ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਨਹੀਂ, ਇਹ ਸਰਕਾਰ ਦੇ ਵਿੱਚ ਕੋਈ ਕੰਮ ਨਹੀਂ ਕਰਨਾ, ਸਰਕਾਰ ਦਾ ਪੈਸਾ ਇੱਥੇ ਲੱਗ ਸਕਦਾ ਹੈ। ਭਲੇ ਲੋਕਾਂ ਤੋਂ ਸ਼ਰਧਾ ਭਾਵਨਾ ਨਾਲ ਤੇ ਲੰਗਰ ਪਾਣੀ ਉੱਥੇ ਸੰਗਤ ਬਹਿ ਕੇ ਛਕ ਤੇ ਜਾਂ ਆਪਣੇ ਆਨੰਦ ਲੈ। ਇੱਥੇ ਇਹ ਸਾਧ ਸੰਗਤ ਦਾ ਤਿਲ ਫੁੱਲ ਨਹੀਂ ਆਉਂਦਾ, ਤਿਲ ਫੁੱਲ ਨਹੀਂ ਚੱਲਦਾ। ਇਸ ਕਰਕੇ ਵੇਖੋ ਜੇ ਉਸ ਵੇਲੇ ਏਦਾਂ ਹੁੰਦਾ ਤੇ ਜੋ ਮਰਜ਼ੀ ਸਰਕਾਰਾਂ ਕੋਲ ਲੈ ਕੇ ਤੇ ਉਹਨਾਂ ਦੇ ਗਲਾਂ 'ਚ ਸਰੋਪੇ ਪਾ ਦਿੰਦੇ, ਪਰ ਨਹੀਂ, ਇਹ ਪੁੰਨਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਈ ਦੀ ਗੱਲ ਹੈ ਕਿ ਇੱਥੇ ਜਿਹੜਾ ਕੋਈ ਸ਼ਰਧਾ ਭਾਵਨਾ ਨਾਲ ਆਉਂਦਾ, ਜੋ ਚੜ੍ਹ ਜਾਂਦਾ ਚੜ੍ਹਾਉਂਦਾ ਤੇ ਉਹ ਮਹਾਰਾਜ ਜਾਣਦਾ, ਉਹਨੂੰ ਸਭ ਕੁਝ ਦਿੰਦਾ। ਤੇ ਇਹ ਜਿਹੜੇ ਸਰੋਪੇ ਦੇ ਕੇ ਨਵਾਜਣਾ ਨਾ,
ਇਹੀ ਗੱਲ ਹੈ ਕਿ ਇਹ ਲੋਕ ਇਤਿਹਾਸ ਤੋਂ ਕੱਚੇ ਨੇ, ਇਹਨਾਂ ਨੂੰ ਪਤਾ ਨਹੀਂ। ਇੱਕ ਛੋਟੀ ਜਿਹੀ ਗੱਲ ਕਰਕੇ ਮੈਂ ਖਿਮਾ ਮੰਗਦਾ, ਤੇ ਢਿੱਲੋਂ ਸਾਹਿਬ ਤੇ ਚੰਦੀ ਸਾਹਿਬ, ਮਤਲਬ ਕੱਲ ਇਹ ਗੱਲ ਚੱਲੀ ਸੀ ਕਿ ਨਿਸ਼ਾਨ ਸਾਹਿਬ ਦੇ ਉੱਤੇ ਜਿਹੜਾ ਅਕਾਲ ਤਖ਼ਤ ਦੇ ਸਾਹਮਣੇ ਨਿਸ਼ਾਨ ਸਾਹਿਬ ਨੇ ਕਿ ਉਹਦੇ ਉੱਤੇ ਤੀਰ ਕਮਾਨ ਦਾ ਜਿਹੜਾ ਲਾਤਾ ਚਿੰਨ੍ਹ ਜਿਹੜਾ ਜੀ ਇੱਕ ਹੋਰ ਗੁਰੂ ਘਰ ਵਿੱਚ। ਪਰ ਮੈਂ ਬੇਨਤੀ ਕਰਦਾ ਢਿੱਲੋਂ ਸਾਹਿਬ ਤੁਹਾਨੂੰ ਵੀ ਜਾਂ ਇਹ ਕੋਈ ਗੱਲ ਪ੍ਰਪੱਕ ਹੈ ਨਾ ਕਿ ਕਿਤੇ ਅਖਬਾਰ ਤੇ ਆਈ ਹੈ, ਤੇ ਮੈਂ ਦੋ ਤਿੰਨ ਸੱਜਣਾਂ ਨਾਲ ਗੱਲ ਵੀ ਕੀਤੀ, ਕਹਿੰਦੇ ਵੀ ਸਾਡੀ ਨੌਲੇਜ ਤੇ ਨਹੀਂ ਹੈ ਗੱਲ ਜੀ, ਤੇ ਇਹ ਜੇ ਕੋਈ ਪੁਖਤਾ ਗੱਲ ਹੈਗੀ ਹੈ ਤਾਂ ਮਾੜਾ ਜਿਹਾ ਚਾਨਣਾ ਪਾਇਆ ਹੋਣਾ ਤੇ ਭਲਾ ਕੀ ਗੱਲ ਕਾਰਨ ਕੀ ਹੈ ਭਲਾ ਇਹ ਬਿਲਕੁਲ ਜੀ। ਇੱਕ ਵੀਰ ਨੇ ਕੱਲ ਕਾਲ ਕੀਤੀ ਸੀਗੀ, ਪਰ ਅਸੀਂ ਵੀ ਆਪਣੇ ਰਿਪੋਰਟਰ ਨੂੰ ਕਿਹਾ ਜੀ ਜਾ ਕੇ ਚੈੱਕ ਕਰਕੇ ਆਓ ਤੇ ਵੀਡੀਓ ਬਣਾ ਕੇ ਸਾਨੂੰ ਭੇਜੋ। ਮੈਂ ਆਲਰੇਡੀ ਕਹਿ ਦਿੱਤਾ ਜੀ। ਮੈਂ ਇੱਕ ਗੱਲ ਤਾਂ ਹੋਰ ਕਰਨਾ, ਕਿਤੇ ਭੁਲੇਖੇ ਚ ਤਾਂ ਨਹੀਂ ਕਿ ਜਿਹੜੇ ਸਾਡੇ ਆਮ, ਤੁਹਾਨੂੰ ਇੱਕ ਹੋਰ ਵੇਰਵਾ ਕੱਢ ਦਿਆਂ ਮੈਂ, ਜਿਹੜੇ ਸਾਡੇ ਇੱਥੇ ਵੀ ਜਾਂ ਇੰਡੀਆ ਗੁਰੂ ਘਰਾਂ 'ਚ ਨਿਸ਼ਾਨ ਸਾਹਿਬ ਲੱਗਦੇ ਨੇ ਨਾ ਜੀ, ਉਹ ਜਿਹੜਾ ਸਾਡਾ ਸਿੱਖੀ ਦਾ ਰਾਸ਼ਟਰੀ ਚਿੰਨ੍ਹ ਹੈ ਉਹ ਹੈਗਾ ਦੁਆਲੇ ਦੋ ਤਲਵਾਰਾਂ ਗੋਲ ਘੇਰੇ ਵਿੱਚ ਜੀ, ਵਿਚਕਾਰ ਖੰਡਾ ਛੁੱਡਾ। ਬਿਲਕੁਲ ਜੀ, ਇਹ ਹੈ ਸਾਡਾ ਸਿੱਖੀ ਦਾ ਜਿਹੜਾ ਨਿਸ਼ਾਨ ਸਾਹਿਬ ਹੈ ਜੀ। ਜਿਹੜੇ ਅਕਾਲ ਤਖ਼ਤ ਦੇ ਸਾਹਮਣੇ ਨਿਸ਼ਾਨ ਸਾਹਿਬ ਨੇ ਨਾ, ਕਿਤੇ ਭੁਲੇਖਾ ਨਾ ਉਹ ਖਾਂਦਾ ਹੋਇਆ, ਉਹਦੇ ਉੱਤੇ ਮੇਜ਼ਾਂ ਵਾਲੇ ਖੰਡੇ ਲੱਗੇ ਨੇ ਜੀ, ਕਿਉਂਕਿ ਜੰਗਾਂ ਜੁੱਦਾਂ ਵਾਲਾ ਤੇ ਮੀਰੀ ਪੀਰੀ ਦਾ ਸਲਾਤ ਹੈ, ਉੱਥੇ ਇਹ ਨਿਸ਼ਾਨ ਸਾਹਿਬ ਦੇ ਉੱਤੇ ਖੰਡੇ ਨਹੀਂ ਲੱਗੇ, ਉੱਥੇ ਸਿੱਧੇ ਬਰਸ਼ੇ ਟਾਈਪ ਦੇ ਖੰਡੇ ਲੱਗੇ ਨੇ ਪਹਿਲਾਂ ਤੋਂ ਹੀ। ਇਸ ਗੱਲ ਦਾ ਵੇਰਵਾ ਕੱਢ ਲੈਣਾ ਚਾਹੀਦਾ ਜ਼ਰੂਰ। ਬਿਲਕੁਲ ਜੀ, ਮੈਂ ਤਾਂ ਹੀ ਕਲੀਅਰ ਕਰ ਲਈ ਕਿਹਾ ਜੀ। ਧੰਨਵਾਦ ਜੀ, ਧੰਨਵਾਦ ਜੀ, ਧੰਨਵਾਦ। ਹਾਂਜੀ ਢਿੱਲੋਂ ਸਾਹਿਬ, ਤੁਸੀਂ ਮੜੀ ਪਾਣੀ ਪੂਣੀ ਪੀ ਲਓ ਜੀ। ਆਪਣੇ ਨਾਲ ਹਰਜਿੰਦਰ ਸਿੰਘ ਧਨੋਆ ਵੀ ਜੁੜ ਚੁੱਕੇ। ਉਸ ਤੋਂ ਬਾਅਦ ਆਪਾਂ 1 by 1 ਜਿਹੜੀ ਕਾਲ ਆ ਉਹ ਵੀ ਔਨ ਏਅਰ ਕਰਦੇ ਜੀ। ਹਰਜਿੰਦਰ ਸਿੰਘ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਚੰਦੀ ਸਾਹਿਬ ਤੇ ਢਿੱਲੋਂ ਵੀਰ ਤੇ PTN 24 ਦੇ ਸਾਰੇ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਚੰਦੀ ਸਾਹਿਬ, ਜਿਸ ਤਰ੍ਹਾਂ ਆਪਾਂ ਕੱਲ ਗੱਲ ਕੀਤੀ ਸੀ ਜਸਟਿਨ ਟਰੂਡੋ ਦੀ ਜਿਹੜੀ ਅਨਾਉਂਸਮੈਂਟ ਹੈ ਸਟੂਡੈਂਟ ਬਾਰੇ, ਉਹਨਾਂ ਨੇ $9 ਬਿਲੀਅਨ ਫਾਈਨੈਂਸ਼ੀਅਲ ਏਡ ਜਿਹੜਾ ਸਟੂਡੈਂਟ ਵਾਸਤੇ ਲੈ ਕੇ ਆਏ ਆ। ਉਹਦੇ ਵਿੱਚ ਜਿਹੜਾ ਹੈਗਾ ਇਹ ਪੋਸਟ ਸੈਕੰਡਰੀ ਸਟੂਡੈਂਟ ਵਾਸਤੇ ਹੋਊਗਾ $1250 ਤਾਂ ਉਹਨਾਂ ਨੂੰ ਮਿਲੂਗਾ ਜੀ ਮੰਥ ਦਾ ਜੀ। ਇਹ ਮਈ ਤੋਂ ਅਗਸਤ ਤੱਕ ਹੋਏਗਾ। ਤੇ $1750 ਉਹਨਾਂ ਨੂੰ ਮਿਲੂਗਾ ਜਿਹੜੇ ਕਿਸੇ ਦੀ ਕੇਅਰ ਕਰਦੇ ਜਾਂ ਜਿਹੜੇ ਸਟੂਡੈਂਟ ਦੇ ਡਿਪੈਂਡ ਆ ਕੋਈ ਥੱਲੇ ਜਾਂ ਉਹ ਕੋਈ ਡਿਸੇਬਲਡ ਆ, $1750 ਤੱਕ ਉਸ ਨੂੰ ਮਿਲੂਗਾ। ਤੇ ਬਾਕੀ ਜਿਹੜਾ ਕੋਈ ਸਟੂਡੈਂਟ ਕੰਮ ਵੀ ਕਰਦਾ ਤੇ ਲੈਸ ਦੈਨ $1000 ਬਣਾਉਂਦਾ ਆ ਤੇ ਉਹ ਵੀ ਇਹ ਬੈਨੀਫਿਟ ਅਪਲਾਈ ਕਰ ਸਕਦਾ। ਇੱਥੇ ਮੈਂ ਚੰਦੀ ਸਾਹਿਬ ਥੋੜਾ ਜਿਹਾ ਐਡ ਅਪ ਕਰਦਾ। ਇੱਕ ਉਹਨਾਂ ਨੇ ਜਸਟਿਨ ਟਰੂਡੋ ਨੇ ਇਹ ਵੀ ਕਹੀ ਸੀ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆ ਉਹ 20 ਘੰਟੇ ਤੋਂ ਵੱਧ ਕੰਮ ਨਹੀਂ ਕਰ ਸਕਦੇ। ਉਹਨਾਂ ਨੇ ਖੋਲ ਦਿੱਤੀ ਹੈ ਕਿ ਜੇ ਕੋਈ ਸਟੂਡੈਂਟ ਜਿਹੜਾ ਆ ਐਸੈਂਸ਼ੀਅਲ ਬਿਜ਼ਨਸ ਦੇ ਵਿੱਚ ਕੰਮ ਕਰਦਾ ਆ, ਉਹਦੀ ਕੋਈ ਲਿਮਿਟ ਨਹੀਂ, ਉਹ 20 ਘੰਟੇ ਤੋਂ ਉੱਤੇ ਉਹ ਕੰਮ ਉੱਥੇ ਵੀ ਕਰ ਸਕਦਾ ਚੰਦੀ ਸਾਹਿਬ ਜੀ। ਬਾਕੀ ਇਸੇ ਤਰ੍ਹਾਂ ਫੈਡਰਲ ਗਵਰਨਮੈਂਟ ਨੇ ਡਬਲਿੰਗ ਸਟੂਡੈਂਟ ਗ੍ਰਾਂਟ ਜਿਹੜੇ ਐਲੀਜੀਬਲ ਸਟੂਡੈਂਟ ਆ ਉਹਨਾਂ ਦੀ ਗੱਲ ਕੀਤੀ ਆ ਕਿ $6000 ਜਿਹੜੇ ਫੁੱਲ ਟਾਈਮ ਸਟੂਡੈਂਟ ਹੋਣਗੇ ਜਾਂ $3600 ਉਹਨਾਂ ਨੂੰ ਜਿਹੜੇ ਪਾਰਟ ਟਾਈਮ ਹੋਣਗੇ ਜੀ। ਤੇ ਜੇ ਆਪਾਂ ਅੰਟੇਰੀਓ ਦੀ ਗੱਲ ਕਰੀਏ ਤੇ ਜਿਹੜੇ ਨਵੇਂ ਕੇਸ ਆਏ ਸੀ ਚੰਦੀ ਸਾਹਿਬ, 510 ਨਵੇਂ ਕੇਸ ਆਏ ਸੀ ਜਿਨ੍ਹਾਂ ਦੀ ਅੰਟੇਰੀਓ ਦੇ ਵਿੱਚ ਮੌਤਾਂ ਦੀ ਗਿਣਤੀ ਵੱਧ ਕੇ 659 ਹੋ ਗਈ ਸੀਗੀ। ਤੇ ਇਹਦੇ ਵਿੱਚ ਦੇਖਣ ਵਾਲੀ ਗੱਲ ਹੈ ਜੀ 659 ਮੌਤਾਂ ਦੇ ਵਿੱਚ ਜਿਹੜੀਆਂ ਕੱਲੀਆਂ ਲੌਂਗ ਟਰਮ ਕੇਅਰ ਦੇ ਵਿੱਚ ਡੈਥ ਹੋਈਆਂ ਜੀ 447 ਇੱਥੇ ਹੋਈਆਂ ਜੀ ਟੋਟਲ ਹੈਗੀਆਂ। ਤੇ ਜੇ ਮੈਂ ਇਹਦੀ ਪਰਸੈਂਟੇਜ ਦੀ ਗੱਲ ਕਰਾਂ ਕਿ 68% ਜਿਹੜੀਆਂ ਮੌਤਾਂ ਹੋਈਆਂ ਇਹ ਪਹਿਲਾਂ ਜਿਸ ਤਰ੍ਹਾਂ ਆਪਾਂ 2 ਵੀਕ ਪਹਿਲਾਂ ਕਵਰ ਕੀਤਾ ਸੀ 50% ਦੇ ਕਰੀਬ ਸੀਗਾ, ਇਹ ਵੱਧ ਕੇ ਹੁਣ 68% ਤੱਕ ਚਲੇ ਗਿਆ। ਇਹ ਬਿਗ ਨੰਬਰ ਹੈ ਜੀ ਚੰਦੀ ਸਾਹਿਬ। ਇਸ ਕਰਕੇ ਡਾਗ ਫੋਰ ਨੇ ਆਰਮੀ ਦੀ ਗੱਲ ਕੀਤੀ ਆ ਵੀ ਆਰਮੀ ਤੋਂ ਹੈਲਪ ਮੰਗਣ ਦੀ ਗੱਲ ਕੀਤੀ ਆ। ਇਸੇ ਤਰ੍ਹਾਂ ਉਹਨਾਂ ਨੇ ਆਟੋਮਾ ਨੂੰ ਫੈਡਰਲ ਗਵਰਨਮੈਂਟ ਨੂੰ ਰਿਕੁਐਸਟ ਵੀ ਕੀਤੀ ਆ ਕਿ ਪਲੀਜ਼ ਸਾਨੂੰ ਜਿਹੜੀ ਆ ਆਰਮੀ ਭੇਜੀ ਜਾਵੇ ਕਿ ਜਿਹੜੇ ਬਹੁਤ ਬੈਡਲੀ ਹਿੱਟ ਲੌਂਗ ਟਰਮ ਕੇਅਰ ਜਿਹੜੇ 5 ਆ ਉਹਨਾਂ ਦੇ ਵਾਸਤੇ ਉਹਨਾਂ ਨੂੰ ਚਾਹੀਦਾ। ਇਸੇ ਤਰ੍ਹਾਂ ਕੁਵੈਕ ਦੇ ਪ੍ਰੀਮੀਅਰ ਨੇ ਵੀ ਹੈਲਪ ਦੀ ਗੱਲ ਕੀਤੀ ਆ ਵੀ ਆਰਮੀ ਉੱਥੇ ਭੇਜੀ ਜਾਵੇ ਜੀ। ਬਾਕੀ ਜੇ ਮੈਂ ਗੱਲ ਕਰਾਂ ਚੰਦੀ ਸਾਹਿਬ ਅੰਟੇਰੀਓ ਦੇ ਵਿੱਚ ਟੈਸਟ ਕਿੰਨੇ ਹੋਏ ਆ, 10361 ਟੈਸਟ ਜਿਹੜੇ ਪਿਛਲੇ 24 ਘੰਟਿਆਂ 'ਚ ਹੋਏ ਸੀਗੇ। ਇਹ ਪਹਿਲੀ ਵਾਰੀ ਹੋਇਆ ਕਿ ਜਦੋਂ ਦਾ COVID-19 ਆਇਆ ਕਿ 10,000 ਟੈਸਟ ਤੋਂ ਜ਼ਿਆਦਾ ਇਹ ਵੱਧ ਗਿਆ। ਤੇ ਡਾਕਟਰ ਦਾ ਕਹਿਣਾ ਆ ਕਿ ਇਹ ਜਿਹੜੇ ਟੈਸਟ ਆ ਅਸੀਂ 6 ਮਈ ਤੱਕ ਇਹਦੀ ਗਿਣਤੀ ਜਿਹੜੀ ਆ 16,000 ਤੱਕ ਲੈ ਜਾਣੀ ਹੈ ਜੀ। ਜੇ ਆਪਾਂ ਕੈਨੇਡਾ ਦੀ ਗੱਲ ਕਰੀਏ ਤਾਂ ਪੂਰੇ ਕੈਨੇਡਾ ਦੇ ਵਿੱਚ ਹੁਣ 20,000 ਤੱਕ ਟੈਸਟ ਸਾਰੇ ਹੁੰਦੇ ਆ। ਤੇ ਇਹ ਜਿਹੜੀ ਹੈਗੀ ਡਾਕਟਰ ਟ੍ਰਿਸਾ ਟੈਮ ਉਹ ਵੀ ਕਹਿੰਦੇ ਆ ਕਿ ਇਹਨੂੰ ਵਧਾ ਕੇ ਅਸੀਂ ਇਹਦੀ ਗਿਣਤੀ 60,000 ਤੱਕ ਕਰਨੀ ਆ। ਜੇ ਆਪਾਂ ਪੂਰੇ ਕੈਨੇਡਾ 'ਚ ਦੇਖਿਆ ਜਾਵੇ ਤਾਂ ਹੁਣ ਤੱਕ ਕਿੰਨੇ ਜਿਹੜੇ ਟੈਸਟ ਹੋਏ ਆ 1,85,000 ਦੇ ਕਰੀਬ ਚੰਦੀ ਸਾਹਿਬ ਉੱਥੇ ਹੋ ਗਏ ਆ ਜੀ। ਕੱਲ ਇੱਕ ਆਪਣੇ ਡਰਾਈਵਰ ਸ਼ਟਡਾਊਨ ਜੰਗ ਐਂਡ ਡੰਡਾਸ
ਸਟਰੀਟ ਤੇ ਚੰਦੀ ਸਾਹਿਬ ਵਿਦ ਡੋਨਟਸ। ਆਪ ਤੁਹਾਨੂੰ ਯਾਦ ਹੋਣਾ ਚੰਦੀ ਸਾਹਿਬ, ਜਿਸ ਤਰ੍ਹਾਂ ਤੁਸੀਂ ਆਮ ਦੇਖਦੇ ਹੀ ਆ, ਕਿਤੇ ਸਕੂਲ ਦੀ ਪਾਰਕਿੰਗ ਲਾਟ ਹੋਵੇ ਜਾਂ ਕਿਤੇ ਹੋਰ ਹੋਵੇ, ਕਈ ਉੱਥੇ ਯੰਗ ਡਰਾਈਵਰ ਜਿਹੜੇ ਆ ਉਹ ਸਰਕਲਿੰਗ ਰਾਉਂਡ ਕਰਦੇ ਆ ਜੀ, ਕਾਰ ਨੂੰ ਇਦਾਂ ਘੁਮਾਉਂਦੇ ਆ। ਇਹ ਜਿਹੜਾ ਯੰਗ ਐਂਡ ਡੰਡਾਸ ਏਰੀਆ ਹੈ ਜੀ ਈਟਨ ਸੈਂਟਰ ਦੇ ਨਾਲ, ਇਹ ਟੋਰਾਂਟੋ ਦਾ ਸਭ ਤੋਂ ਜ਼ਿਆਦਾ ਬਿਜ਼ੀਐਸਟ ਇੰਟਰਸੈਕਸ਼ਨ ਹੈ ਜੀ। ਉੱਥੇ ਇਹ ਸਰਕਲਿੰਗ ਰਾਉਂਡ ਕਰ ਰਿਹਾ ਸੀ, ਇੱਕ ਉਹਦੇ ਨਾਲ ਦਾ ਉੱਥੇ ਮੂਵੀ ਬਣਾਉਂਦਾ ਸੀ। ਇਹ ਕਾਲੇ ਰੰਗ ਦੀ ਮਸਟੈਂਗ ਸੀਗੀ ਤੇ ਫਿਰ ਪੁਲਿਸ ਨੇ ਜੀ 21 ਸਾਲਾਂ ਦੇ ਮੁੰਡੇ ਨੂੰ ਫੜਿਆ ਤੇ 5 ਚਾਰਜ ਉਹਦੇ ਉੱਤੇ ਲਾਏ ਆ ਜੀ। ਬਾਕੀ ਆਪਾਂ ਜਿਹੜੇ ਸਮਾਲ ਬਿਜ਼ਨਸ ਆ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਕਹਿੰਦੇ ਕਿ ਨੀਅਰਲੀ 2/3 ਜਿਹੜੇ ਟੋਰਾਂਟੋ ਦੇ ਸਮਾਲ ਬਿਜ਼ਨਸ ਆ ਨਾ, ਉਹ ਦੇ ਕੈਨਟ ਸਰਵਾਈਵ 10 ਮੰਥ ਜੀ, 3 ਮੰਥ ਤੱਕ ਉਹ ਸਰਵਾਈਵ ਹੀ ਨਹੀਂ ਕਰ ਸਕਦੇ ਆ। ਤੇ ਜਿਹੜੀ ਇੱਥੇ ਸਟੱਡੀ ਆਈ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਆ ਕਿ 17% ਜਿਹੜੇ ਬਿਜ਼ਨਸ ਆ ਉਹ ਕਹਿੰਦੇ ਅਸੀਂ 1 ਮਹੀਨਾ ਹੀ ਹੋਰ ਇਸ ਤਰ੍ਹਾਂ ਜੇ ਬੰਦ ਰਿਹਾ ਤਾਂ ਗੁਜ਼ਾਰ ਸਕਦੇ ਆ, ਤੇ ਜੇ ਇਹ ਵੱਧ ਕੇ 2 ਮਹੀਨੇ ਤੱਕ ਚੱਲ ਜਾਂਦਾ ਤੇ 21% ਲੋਕ ਕਹਿੰਦੇ ਆ ਕਿ ਅਸੀਂ ਇਹ ਮਾਰ ਝੱਲ ਸਕਦੇ ਆ। ਤੇ ਜੇ ਇਹ ਵੱਧ ਕੇ ਚੰਦੀ ਸਾਹਿਬ ਲਾਕਡਾਊਨ 3 ਮਹੀਨੇ ਤੱਕ ਜਾਂਦਾ ਤੇ ਬੜਾ ਵੱਡਾ ਨੰਬਰ ਬਣ ਜਾਂਦਾ ਜੀ, 61% ਤੱਕ ਪਹੁੰਚ ਜਾਂਦਾ ਜੀ ਜਿਹੜੇ ਬਿਜ਼ਨਸ ਸ਼ਟਡਾਊਨ ਹੋ ਜਾਂਦੇ ਆ, ਜੋ ਬੈਂਕਰਪਟ ਹੋ ਜਾਂਦੇ। ਜੇ ਇਹ ਲਾਕਡਾਊਨ 5 ਮਹੀਨੇ ਤੱਕ ਚੱਲਦਾ ਤੇ 76% ਲੋਕ ਇਹ ਪੀੜਤ ਹੋਣਗੇ ਜੀ ਇਹਦੇ ਜੀ। ਬਾਕੀ ਰੀਅਲ ਸਟੇਟ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਰੀਅਲ ਸਟੇਟ ਦੇ ਬੋਰਡ ਆ, ਪ੍ਰੈਜ਼ੀਡੈਂਟ ਆ ਮਾਈਕਲ ਕਾਲਨ, ਇਹਨਾਂ ਨੇ ਵੀ ਦੱਸਿਆ ਕਿ ਅਪ੍ਰੈਲ 1 ਤੋਂ ਲੱਗ ਕੇ 17 ਤੱਕ ਜਿਹੜੀ ਰੀਅਲ ਸਟੇਟ ਹੈ, ਜਿਹੜੀ ਮਾਰਕੀਟ ਹੈ ਜੀ, ਜਿਹੜੀ ਇਹਦੀ ਸੇਲਸ ਆ 69% ਜਿਹੜੀ ਆ ਉਹ ਡਾਊਨ ਆਈ ਹੈ ਜੀ। ਇਹ ਕਾਫੀ ਵੱਡਾ ਨੰਬਰ ਹੈ। ਤੇ ਜੇ ਆਪਾਂ ਪ੍ਰਾਈਸਿੰਗ ਦੀ ਗੱਲ ਕੀਤੀ ਜਾਵੇ ਤਾਂ ਪ੍ਰਾਈਸ 1.5% ਡਾਊਨ ਆਈ ਹੈ ਜੀ। ਤੇ ਬਾਕੀ ਇੱਕ ਆਰਟੀਕਲ ਇੱਥੇ ਨਿਊਯਾਰਕ ਟਾਈਮਸ ਨੇ ਲਿਖਿਆ ਜੀ, ਉਹਦੀ ਗੱਲ ਉਹਨੇ ਨੈਰੋਬੀ ਕੀਨੀਆ ਦੀ ਕੀਤੀ ਹੈ ਜੀ। ਕੀਨੀਆ ਜਿੱਦਾਂ ਆਪਣੇ ਸਰੋਤਿਆਂ ਨੂੰ ਪਤਾ ਹੀ ਹੋਣਾ ਬੜਾ ਲਾਰਜੈਸਟ ਸਲਮ ਕੈਪੀਟਲ ਹੈਗਾ ਜੀ ਇਹ। ਉਹਨਾਂ ਨੇ ਉਹੀ ਚੰਦੀ ਸਾਹਿਬ ਜਿੱਦਾਂ ਹਮੇਸ਼ਾ ਤੁਸੀਂ ਗੱਲ ਕਰਦੇ ਆ ਕਿ ਕਰੋਨਾ ਵਾਇਰਸ ਦੇ ਨਾਲ ਸ਼ਾਇਦ ਘੱਟ ਮੌਤਾਂ ਹੋਣ ਤੇ ਭੁੱਖਮਰੀ ਨਾਲ ਕਾਫੀ ਹੋਣਗੀਆਂ, ਇਸੇ ਤਰ੍ਹਾਂ ਇਹਦੇ ਵਿੱਚ ਇਹਨਾਂ ਨੇ ਲਿਖਿਆ, ਇਹਨਾਂ ਨੇ ਗੱਲ ਇੱਥੇ ਨੈਰੋਬੀ ਕੀਨੀਆ ਦੀ ਕੀਤੀ ਆ, ਇੰਡੀਆ ਦੀ ਕੀਤੀ ਆ, ਕੋਲੰਬੀਆ ਦੀ ਕੀਤੀ ਆ। ਤੇ ਇਹਨਾਂ ਨੇ ਕਿਹਾ ਕਿ ਜਦੋਂ ਉੱਥੇ ਚੰਦੀ ਸਾਹਿਬ ਫੂਡ ਲੈ ਕੇ ਆਉਂਦੇ ਆ ਤੇ ਹਰ ਬੰਦੇ ਨੂੰ ਜਦੋਂ ਭੁੱਖ ਲੱਗੀ ਹੁੰਦੀ ਆ ਉਹ ਚਾਹੁੰਦਾ ਕਿ ਫੂਡ ਮੇਰੇ ਹੱਥ ਹੀ ਲੱਗੇ, ਤੇ ਇਸ ਕਰਕੇ ਜਿਹੜਾ ਸਟੈਂਪੀਡ ਦੇ ਨਾਲ ਆ ਉੱਥੇ ਉਹ ਵੀ ਕਾਫੀ ਲੋਕ ਮਰਦੇ ਆ। ਤੇ ਜੇ ਉਹਨਾਂ ਨੇ ਕਿਹਾ ਆ ਕਿ ਜਿਹੜੀ ਭੁੱਖਮਰੀ ਦੇ ਨਾਲ ਲੋਕ ਪੀੜਤ ਆ ਹੁਣ ਤੱਕ 135 ਮਿਲੀਅਨ ਲੋਕ ਹੁਣ ਤੱਕ ਹੈਗੇ ਆ, ਤੇ ਐਂਡ ਆਫ ਦਿਸ ਈਅਰ ਤੇ ਇਹ ਜਿਹੜੇ ਕਹਿੰਦੇ ਆ ਕਿ ਗਿਣਤੀ ਵੱਧ ਕੇ ਜਿਹੜੀ ਆ 130 ਮਿਲੀਅਨ ਹੋਰ ਐਡ ਹੋ ਜਾਊਗੀ। ਟੋਟਲ ਗਿਣਤੀ ਐਂਡ ਆਫ ਦਿਸ ਈਅਰ 265 ਮਿਲੀਅਨ ਤੱਕ ਪਹੁੰਚ ਜਾਊਗੀ ਜੀ। ਬਾਕੀ ਜਿਵੇਂ ਆਪਾਂ ਗੱਲ ਕੱਲ ਵੀ ਕੀਤੀ ਸੀ, ਜਿਹੜੇ ਮੀਟ ਦੇ ਪ੍ਰੋਸੈਸਿੰਗ ਪਲਾਂਟ ਹੈ ਜੀ, ਉਹ 95% ਜਿਹੜੇ ਇਹ ਵੱਡੇ ਪਲਾਂਟ 3 ਹੈ ਜੀ ਇੱਥੇ, ਤੇ 95% ਜਿਹੜਾ ਬੀਫ ਹੈ ਇਹਨਾਂ ਪਲਾਂਟਾਂ ਦੇ ਵਿੱਚੋਂ ਹੀ ਆਉਂਦਾ ਹੈ। 2 ਪਲਾਂਟ ਵਿੱਚ ਇਹੋ ਜਿਹੇ ਆ ਜਿਨ੍ਹਾਂ ਦੇ ਵਿੱਚ COVID-19 ਦੇ ਕੇਸ ਜਿਹੜੇ ਕਾਫੀ ਪਾਏ ਗਏ ਆ, ਉਹ ਸ਼ਟਡਾਊਨ ਕੀਤੇ ਆ, ਜਿਹਦਾ ਆਪਾਂ ਜ਼ਿਕਰ ਆਲਰੇਡੀ ਜਿਹੜਾ ਕੈਲਗਰੀ ਚ ਕਾਰਵਲ ਹੈ ਉਹਦੀ ਕੀਤੀ ਆ। ਤੇ ਹੁਣ ਉਹ ਲੱਗ ਰਿਹਾ ਕਿ ਜਿਹੜੀ ਇਹਦੀ ਬੀਫ ਦੀ ਪ੍ਰਾਈਸ ਹੈ ਕਾਫੀ ਉੱਪਰ ਜਾਊਗੀ ਜੀ। ਬਾਕੀ ਅੰਟੇਰੀਓ ਦੀਆਂ ਨਰਸਾਂ ਨੇ ਕੋਰਟ ਨੂੰ ਆਸਕ ਕੀਤਾ ਹੈ ਕਿ ਲੌਂਗ ਟਰਮ ਕੇਅਰ ਨੂੰ ਪੁਸ਼ ਕੀਤਾ ਜਾਵੇ ਕਿ ਸਾਨੂੰ PPE ਜਿਹੜੇ ਆ ਉਹ ਪ੍ਰੋਵਾਈਡ ਕੀਤੇ ਜਾਣ ਜੀ। ਜਿਸ ਤਰ੍ਹਾਂ ਆਪਾਂ ਪ੍ਰੋਸੈਸਿੰਗ ਜਿਹੜੇ ਪਲਾਂਟ ਇੱਥੇ ਦੀ ਗੱਲ ਕੀਤੀ ਆ, ਇਸੇ ਤਰ੍ਹਾਂ ਆਪਣੇ ਅਮਰੀਕਾ ਦੇ ਵਿੱਚ ਟਾਈਸਨ ਫੂਡ ਪੋਰਕ ਦੇ ਪ੍ਰੋਸੈਸਿੰਗ ਪਲਾਂਟ ਆ ਜੀ, ਉਹ ਅਮਰੀਕਾ ਦੇ ਵਿੱਚ ਉਹ ਵੀ 2 ਬੰਦ ਕੀਤੇ ਆ ਜੀ ਇਹਨਾਂ ਨੇ। ਇਹ ਲੋਆ ਤੇ ਇੰਡੀਆਨਾ ਦੇ ਵਿੱਚ ਆ। ਤੇ ਕੱਲ ਇੱਕ ਓਕਵਿਲ ਦੇ ਵਿੱਚ ਇੱਕ ਪੀਜ਼ਾ ਡਿਲੀਵਰੀ ਮੈਨ ਸੀਗਾ ਜੀ, ਜਦੋਂ ਉਹ ਪੀਜ਼ਾ ਡਿਲੀਵਰ ਕਰਨ ਗਿਆ ਤੇ ਘਰੇ ਕਿਸੇ ਦੇ ਜਿੱਥੇ ਡਿਲੀਵਰ ਕਰਨਾ ਸੀ ਗੱਡੀ ਰੋਕੀ ਤਾਂ 2 ਬਲੈਕ ਮੈਨ ਨੇ ਨਾਈਫ ਦੇ ਨਾਲ ਉਹਨਾਂ ਦੀ 8 ਵਜੇ ਕਰੀਬ ਸ਼ਾਮ ਨੂੰ ਜੀ ਗੱਡੀ ਖੋਲ੍ਹੀ ਆ। ਜਿਸ ਤਰ੍ਹਾਂ ਤੁਸੀਂ ਹੁਣ ਚੰਦੀ ਸਾਹਿਬ ਕਰਦੇ ਆ ਕਿ ਆਹ ਭੁੱਖਮਰੀ ਦੇ ਨਾਲ ਤੇ ਜਿਹੜੇ ਆਹ ਖੋਹ ਖਵਾਈ ਵਾਲਾ ਚੋਰੀ ਵਾਲਾ ਕੰਮ ਵਧੇਗਾ ਜੀ, ਉਹ ਕੰਮ ਹੋਣਾ ਮੇਰੇ ਹਿਸਾਬ ਨਾਲ ਸ਼ੁਰੂ ਹੋ ਹੀ ਗਿਆ ਜੀ। ਬਾਕੀ ਸਿੱਖ COVID-19 ਦੀ ਜਿਹੜੀ ਅੰਡਰਲਾਈਨ ਕੰਡੀਸ਼ਨ ਆ ਉਹਦੇ ਵਿੱਚ ਇੱਕ ਲਾਰਜ ਸਟੱਡੀ ਆਈ ਹੈ NVC ਦੀ ਜੀ, ਹਨਾ। ਉਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਕਿ ਹਾਈ ਬਲੱਡ ਪ੍ਰੈਸ਼ਰ ਦੀ ਗੱਲ ਕੀਤੀ ਆ, ਐਂਜ਼ਾਈਟੀ ਦੀ ਕੀਤੀ ਹੈ, ਡਾਇਬੀਟਿਸ ਦੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੂੰ ਕਰੋਨਾ ਵਾਇਰਸ ਹੁੰਦਾ ਉਹਨਾਂ ਵਾਸਤੇ ਇਹ ਬਹੁਤ ਵੱਡਾ ਹਾਈ ਰਿਸਕ ਹੈ। ਜਿਹੜੀ ਇਹ ਸਟੱਡੀ ਇਹਨਾਂ ਨੇ 5700 ਲੋਕਾਂ ਦੇ ਕੀਤੀ ਹੈ। 57% ਲੋਕ ਜਿਹੜੇ ਆ ਹਾਈ ਬਲੱਡ ਪ੍ਰੈਸ਼ਰ ਦੇ ਪੀੜਤ ਹੈ, 41 ਜਿਹੜੇ ਆ ਐਂਜ਼ਾਈਟੀ ਦੇ ਨਾਲ, ਤੇ ਜਸਟ ਹੈਡ ਓਵਰ 3rd ਜਿਹੜੇ ਆ ਉਹ ਡਾਇਬੀਟੀਜ਼ ਦੇ ਨਾਲ। ਕਾਫੀ ਮੰਨ ਲਓ ਕਿ ਜਿਹੜੇ ਆਪਣੇ CDC ਦੀ ਇਹ ਰਿਪੋਰਟ ਆਈ ਹੈ, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਕਵਰ ਕੀਤਾ ਸੀਗਾ ਜੀ, ਉਹਨਾਂ ਨੂੰ ਇਹ ਕਰੋਨਾ ਵਾਇਰਸ ਜਿਹੜਾ ਜ਼ਿਆਦਾ ਹਿੱਟ ਕਰੇਗਾ ਜੀ। ਬਾਕੀ ਜੇ TTC ਦੀ ਗੱਲ ਕੀਤੀ ਜਾਵੇ ਤੇ
ਉਹਨਾਂ ਨੇ ਵੀ ਆਪਣੇ ਸਾਈਨ ਰੈਸਟ੍ਰਿਕਸ਼ਨ ਜਿਹੜੇ ਉਹ ਲਗਾਤੇ ਆ ਬੱਸਾਂ ਦੇ ਵਿੱਚ, ਬੱਸਸ ਦੇ ਵਿੱਚ, ਸਟਰੀਟ ਕਾਰ ਤੇ ਸਾਬੇ ਦੇ ਵਿੱਚ। ਇਸ ਤਰ੍ਹਾਂ ਹੋਵੇਗਾ ਕਿ ਇੱਕ ਸੀਟ ਛੱਡ ਕੇ ਉਹਨਾਂ ਨੇ ਸਾਈਨ ਲਾਤਾ ਜਿਹਦੇ ਉੱਤੇ ਤੁਸੀਂ ਚੰਦੀ ਸਾਹਿਬ ਨਹੀਂ ਬੈਠ ਸਕਦੇ ਜੀ। ਬਾਕੀ ਜਸਟਿਨ ਟਰੂਡੋ ਨੇ ਅੱਜ ਆਉਣਾ ਆ, ਨਵੀਂ ਅਨਾਉਂਸਮੈਂਟ COVID-19 ਦੀ ਉਹਨਾਂ ਨੇ ਫਲਾਈਟਸ ਬਾਰੇ ਉਹਨਾਂ ਨੇ ਕਰਨੀ ਆ ਕਿ ਜਿਹੜੇ ਲੋਕ ਕੈਨੇਡਾ ਤੋਂ ਬਾਹਰ ਆ ਵਾਪਸ ਆਉਣਾ ਚਾਹੁੰਦੇ ਆ, ਸਟਕ ਆ ਜਿੱਥੇ ਜਿੱਥੇ ਵੀ ਉਹ ਬੈਠੇ ਆ। ਜੇ ਆਪਾਂ ਇੰਡੀਆ ਦੀ ਗੱਲ ਕਰੇ ਉੱਥੇ ਵੀ ਕਾਫੀ ਵੱਡਾ ਨੰਬਰ ਹੈਗਾ ਜੀ ਜਿਹੜੇ ਆਪਣੇ ਕੈਨੇਡੀਅਨਸ ਹੈਗੇ ਆ ਜਾਂ PR ਕਾਰਡ ਵਾਲੇ ਆ, ਹਾਂਜੀ, ਉਹ ਉੱਥੇ ਫਸੇ ਆ। ਤੇ ਬਾਕੀ ਤਾਂ ਅਨਾਉਂਸਮੈਂਟ ਅੱਜ ਜਸਟਿਨ ਟਰੂਡੋ ਦੇਣਗੇ। ਥੋੜੀ ਜਿਹੀ ਮੇਰੇ ਕੋਲ ਇਨਫੋਰਮੇਸ਼ਨ ਹੈ, ਮੈਂ ਆਪਣੇ ਸਰੋਤਿਆਂ ਦੇ ਨਾਲ ਸ਼ੇਅਰ ਕਰ ਦਿੰਦਾ। ਚੰਦੀ ਸਾਹਿਬ, ਅਜੇ ਇਹਨਾਂ ਨੇ ਸੈਟਅਪ ਜਿਹੜੀ ਆ 15 ਫਲਾਈਟਾਂ ਦੀ ਕੀਤੀ ਆ ਹੁਣ ਤੱਕ ਜੀ। ਇਹ 8 ਫਲਾਈਟਾਂ ਜਿਹੜੀਆਂ ਇਹ ਅੰਮ੍ਰਿਤਸਰ ਤੋਂ ਚੱਲਣਗੀਆਂ, 7 ਫਲਾਈਟਾਂ ਨਿਊ ਦਿੱਲੀ ਤੋਂ ਚੱਲਣਗੀਆਂ। ਇਹ ਕਤਰ 에ਅਰਲਾਈਨ ਹੋਵੇਗੀ ਤੇ ਦੋਹਾ ਰਾਹੀਂ ਬਾਇਆ ਦੋਹਾ ਇਹ ਆਉਣਗੇ। ਇਹ ਟੋਰਾਂਟੋ ਤੇ ਵੈਨਕੂਵਰ ਸਰ ਪਹੁੰਚਣਗੇ ਚੰਦੀ ਸਾਹਿਬ ਜੀ। ਜੀ ਹਾਂਜੀ ਚੰਦੀ ਸਾਹਿਬ, ਤੇ ਜੇ ਆਪਾਂ ਗੱਲ ਕੀਤੀ ਜਾਵੇ ਕਿ ਹੁਣ ਆਪਾਂ ਅੰਟੇਰੀਓ ਦੇ ਵਿੱਚ ਟੋਟਲ ਕਿੰਨੇ ਕੇਸ ਹੋ ਗਏ ਜੀ ਸਾਰੇ, ਇਹ ਅੰਟੇਰੀਓ ਦੀ ਗਿਣਤੀ ਵੱਧ ਕੇ 12,245 ਹੋ ਗਈ ਆ। 659 ਲੋਕਾਂ ਦੀ ਇੱਥੇ ਮੌਤ ਹੋਈ ਆ। ਕਬੈਕ ਦਾ ਨੰਬਰ ਜੀ ਆਲਮੋਸਟ ਅੰਟੇਰੀਓ ਨਾਲੋਂ ਡਬਲ ਹੀ ਆਪਾਂ ਕਹਿ ਸਕਦੇ ਹਾਂ ਜੀ, 20,965 ਤੇ 1,134 ਲੋਕਾਂ ਦੀ ਉੱਥੇ ਮੌਤ ਹੋਈ ਆ। BC ਦੇ ਵਿੱਚ ਦੇਖਣ ਵਾਲੀ ਗੱਲ ਆ ਜੀ, ਪਹਿਲਾਂ ਤਾਂ ਠੀਕ ਸੀਗਾ, ਹੁਣ ਇੱਕ ਦਿਨ ਦੇ ਵਿੱਚ ਇੱਥੇ ਨਵੇਂ ਕੇਸ ਜਿਹੜੇ 71 ਆਏ ਆ, ਜਿਹੜਾ ਕਿ BC ਦਾ ਨੰਬਰ ਵੱਧ ਕੇ 1,795 ਹੋ ਗਿਆ ਤੇ 90 ਲੋਕਾਂ ਦੀ ਇੱਥੇ ਮੌਤ ਹੋਈ ਆ। ਇਸੇ ਤਰ੍ਹਾਂ ਅਲਬਰਟਾ 3400 ਨੂੰ ਕ੍ਰਾਸ ਕਰ ਗਿਆ ਜੀ, 66 ਲੋਕ ਇੱਥੇ ਮਰੇ ਆ ਜੀ। ਜੇ ਮੈਂ ਟੋਟਲ ਆਲ ਓਵਰ ਦੀ ਗੱਲ ਕਰਾਂ ਵੀ ਟੋਟਲ ਕੇਸ ਕਿੰਨੇ ਆ ਜੀ, 26,68,900 ਆ ਜੀ। ਜਿਹੜੇ ਲੋਕਾਂ ਦੀ ਮੌਤ ਹੋ ਗਈ ਆ 1,86,000 ਜੀ। ਹੁਣ ਉਹ ਬੜਾ ਦੂਰ ਨਹੀਂ, ਜਿਹੜਾ ਹੁਣ 2 ਲੱਖ ਦੇ ਲਾਗੇ ਪਹੁੰਚਣ ਵਾਲਾ। ਰਿਕਵਰੀ ਜਿਹੜੀ ਆ 7,16,000 ਨੇ ਕੀਤੀ ਆ। ਬਾਕੀ USA ਦਾ ਨੰਬਰ ਵੱਧ ਕੇ 8,57,000 ਹੋ ਗਿਆ ਜੀ। 48,000 ਨੂੰ ਅੰਕੜਾ ਮਰਨ ਵਾਲਿਆਂ ਦਾ ਕ੍ਰਾਸ ਕਰ ਗਿਆ। ਸਪੇਨ ਦੇ ਵਿੱਚ ਜਿਹੜੇ ਕੇਸ ਆ 2,13,000 ਤੋਂ ਵੀ ਵੱਧ ਗਿਆ ਜੀ। 22,000 ਦਾ ਅੰਕੜਾ ਇੱਥੇ ਮਰਨ ਵਾਲਿਆਂ ਦਾ ਕ੍ਰਾਸ ਕਰ ਗਿਆ ਜੀ। ਇਟਲੀ ਦੇ ਵਿੱਚ 1,87,324, 25,000 ਤੋਂ ਉੱਪਰ ਇੱਥੇ ਲੋਕਾਂ ਦੀ ਮੌਤ ਹੋਈ ਹੈ। ਜੇ ਮੈਂ ਫਰਾਂਸ ਤੇ UK ਦੀ ਗੱਲ ਕਰਾਂ, ਫਰਾਂਸ ਦਾ ਵੀ ਅੰਕੜਾ 21,000 ਨੂੰ ਟੱਪ ਗਿਆ। ਇਸੇ ਤਰ੍ਹਾਂ UK ਦੇ ਵੀ ਮਰਨ ਵਾਲਿਆਂ ਦਾ ਗਿਣਤਾ 18,000 ਤੋਂ ਉੱਤੇ ਚਲੇਗਾ ਜੀ। ਜੇ ਕੈਨੇਡਾ ਦੀ ਗੱਲ ਕਰਾਂ ਤੇ ਇਸ ਦਾ ਵੀ ਨੰਬਰ ਕਾਫੀ ਉੱਪਰ ਗਿਆ ਜੀ, 41,663, 281 ਲੋਕਾਂ ਦੀ ਇੱਥੇ ਮੌਤ ਹੋਈ ਹੈ। ਜੇ ਮੈਂ ਇੰਡੀਆ ਦੀ ਗੱਲ ਕਰਾਂ ਜੀ ਚੰਦੀ ਸਾਹਿਬ, 21,800 ਕੇਸ ਉੱਤੇ ਹੋਏ ਆ, 691 ਲੋਕਾਂ ਦੀ ਇੱਥੇ ਵੀ ਚੰਦੀ ਸਾਹਿਬ ਮੌਤ ਹੋਈ ਹੈ ਜੀ। ਹਰਜਿੰਦਰ ਸਿੰਘ, ਮੈਂ ਪੁੱਛਣਾ ਚਾਹੁੰਦਾ ਸੀ, ਟਰੰਪ ਸਾਹਿਬ ਹੁਣੀ ਕਹਿੰਦੇ ਜੀ ਆਪਾਂ ਬਹੁਤ ਜਲਦੀ ਖੋਲ ਦੇਣਾ ਅਮਰੀਕਾ ਦੇ ਵਿੱਚ, ਤੇ ਹੁਣ ਜਿਹੜਾ ਐਰੀਜ਼ੋਨਾ ਦੇ ਗਵਰਨਰ ਨੇ ਉਹਨੂੰ ਖੋਲਣ ਦੀ ਗੱਲ ਕੀਤੀ ਹੈ ਤੇ ਹੁਣ ਨਾਲ ਹੀ ਟਰੰਪ ਸਾਹਿਬ ਉਹਨਾਂ ਦਾ ਬਿਆਨ ਬਦਲ ਗਿਆ ਜੀ। ਕਹਿੰਦੇ ਤੁਸੀਂ ਆਪਣੀ ਮਰਜ਼ੀ ਕਰ ਸਕਦੇ ਆ। ਇਹਦੇ ਬਾਰੇ ਕੋਈ ਹੈ ਜਾਣਕਾਰੀ? ਹਾਂਜੀ ਚੰਦੀ ਸਾਹਿਬ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਖਬਰ ਹਮੇਸ਼ਾ ਮਤਲਬ ਕਵਰ ਕਰਦਾ ਰਿਹਾ ਹਾਂ ਕਿ ਇਹ ਇੱਕ ਦੂਜੇ ਦੇ ਉੱਤੇ ਹੈ ਜੀ। ਪਹਿਲਾਂ ਇਹ ਓਪਨ ਦੀ ਗੱਲ ਜਿਵੇਂ ਇਹ ਕਰੀ ਰਿਹਾ ਡੋਨਲਡ ਟਰੰਪ ਜੀ, ਇਹ ਓਪਨ ਹੈ ਤੇ ਮੁੜ ਕੇ ਉਹ ਸਾਰਾ ਭਾਂਡਾ ਆਪਣਾ ਜਿਹੜੇ ਹੈਗੇ ਆ ਗਵਰਨਰ ਤੇ ਫਿਰ ਉਹ ਆਪਣੇ ਮੇਅਰ ਤੇ ਫਿਰ ਲੋਕਾਂ ਤੇ ਇੱਕ ਦੂਜੇ ਦੇ ਭਾਂਡਾ ਭੰਨੀ ਜਾਂਦੇ ਆ। ਇਹਦਾ ਸਾਰਾ ਕਾਰਨ ਇਹੀ ਹੈ, ਜਿਸ ਤਰ੍ਹਾਂ ਤੁਸੀਂ ਗੱਲ ਜਾਰਜੀਆ ਦੀ ਕੀਤੀ ਹੈ ਤੇ ਓਪਨ ਦੀ ਗੱਲ ਕੀਤੀ ਹੈ। ਜਿਸ ਤਰ੍ਹਾਂ ਹੁਣ ਚਲੋ ਓਪਨ ਤਾਂ ਉਹਨਾਂ ਨੂੰ ਪਤਾ ਜਾਰਜੀਆ ਦੇ ਜਿਹੜੇ ਗਵਰਨਰ ਆ ਜੀ ਬ੍ਰਾਇਨ ਕੈਂਪ, ਜਾਂ ਉੱਥੋਂ ਦੇ ਜਿਹੜੇ ਜਾਰਜੀਆ ਦੇ ਮੇਅਰ ਆ ਕਾਸਟੀ ਪੌਲ, ਉਹਨਾਂ ਨੇ ਰਲ ਕੇ ਚਲੋ ਖੋਲਣ ਦੀ ਗੱਲ ਕੀਤੀ ਹੈ। ਤਾਂ ਹੁਣ ਉੱਤੇ ਪਾਲਿਸ਼ ਜਾਂ ਮਾਰਨ ਲਈ ਇਹ ਜ਼ਰੂਰ ਬਿਆਨ ਦੇ ਰਿਹਾ ਜੀ, ਦੇਖੋ ਜੀ ਤੁਹਾਡੀ ਮਰਜ਼ੀ ਆ ਖੋਲਣਾ ਜਾਂ ਨਹੀਂ ਖੋਲਣਾ, ਦੇਖਿਓ ਸੇਫ ਆ ਜਾਂ ਨਹੀਂ ਸੇਫ। ਕਿਉਂਕਿ ਜਿਹੜੀਆਂ ਆਲਰੇਡੀ ਇਹ 17 ਸਾਊਦਰਨ ਸਟੇਟ ਹੈ ਜੀ, ਇਹਨਾਂ ਨੇ ਹੁਣ ਖੋਲਣ ਦਾ ਕੰਮ ਕਰ ਹੀ ਲਿਆ ਜੀ। ਇਹ ਤਾਂ ਮੈਂ ਚੰਦੀ ਸਾਹਿਬ ਮੈਂ ਕਹਿ ਰਿਹਾ ਜੀ, ਇਹ ਵਨ ਮੈਨ ਸ਼ੋਅ ਹੀ ਆ। ਜਿਸ ਤਰ੍ਹਾਂ ਆਪਾਂ ਕੱਲ ਵੀ ਗੱਲ ਕੀਤੀ ਸੀ CDC ਦੀ, ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ, ਉਹਨਾਂ ਨੇ ਕਿਹਾ ਸੀਗਾ ਕਿ ਸੈਕੰਡ ਵੇਵ ਜਿਹੜੀ ਕਰੋਨਾ ਵਾਇਰਸ ਦੀ ਆਊਗੀ ਬੜੀ ਖਤਰਨਾਕ ਆਊਗੀ। ਹੁਣ ਉਹਨਾਂ ਦੇ ਜਿਹੜੇ ਸੀਗੇ ਡਾਇਰੈਕਟਰ ਜਿਹੜੇ ਰੋਬਰਟ ਰੈਡਫੀਲਡ, ਉਹਨਾਂ ਨੇ ਵੀ ਕਿਹਾ ਆ। ਜੇ ਹੁਣ ਸੁਣਿਆ ਜਾਵੇ ਤਾਂ ਡਾਕਟਰ ਫੌਸੀ ਆ, ਉਹਨਾਂ ਦੀ ਵੀ ਗੱਲ ਆ। ਜੇ ਮੈਂ ਦੇਖਾਂ ਘੱਟੋ ਘੱਟ ਮੈਂ ਕੋਈ 20 ਡਾਕਟਰ ਦੇ ਕੋਲੋਂ ਕੱਲ ਮੈਂ ਵੱਖਰੇ ਚੈਨਲ ਤੇ ਜਾ ਕੇ ਸੁਣਿਆ ਕਿ 99% ਡਾਕਟਰ ਐਗਰੀ ਆ CDC ਦੀ ਰਿਪੋਰਟ ਦੇ ਨਾਲ ਵੀ ਹਾਂ ਸੈਕੰਡ ਵੇਵ ਜ਼ਰੂਰ ਆਊਗੀ। ਤੇ ਵਿੱਚ ਮੈਂ ਥੋੜਾ ਜਿਹਾ ਹੋਰ ਐਡ ਕਰ ਦਿੰਦਾ, CDC ਨੇ ਇਹ ਵੀ ਕਿਹਾ ਆ ਕਿ ਸੈਕੰਡ ਵੇਵ ਆਉਣ ਤੋਂ ਪਹਿਲਾਂ ਜਿਹੜੇ ਅਮਰੀਕਨ ਨੂੰ ਕਿਹਾ ਆਪਣੇ ਫਲੂ ਸ਼ਾਟ ਵੀ ਲਗਵਾ ਲੈਣ ਚੰਦੀ ਸਾਹਿਬ। ਤੇ ਇਹਨਾਂ ਗੱਲਾਂ ਦਾ ਹੈਗਾ ਕਿ ਡੋਨਲਡ ਟਰੰਪ ਨੂੰ ਜਦੋਂ ਪੁੱਛਿਆ ਜਾਂਦਾ ਤਾਂ ਉਹ ਇੱਕੋ ਹੀ ਜਵਾਬ, ਨਾਟ ਸ਼ੋਰ, ਮਾਈਟ ਵੀ, ਉਹ ਏਦਾਂ ਮੋਢੇ 'ਚ ਚੜ੍ਹ ਕੇ ਐਵੇਂ ਕਹੀ ਜਾਂਦਾ। ਤੇ ਜੇ ਕੋਈ ਗੱਲ ਇਹੋ ਜਿਹੀ ਪੁੱਛੀ ਜਾਂਦੀ ਹੈ ਤਾਂ ਅੱਗੇ ਉਹ ਕਹਿੰਦਾ ਆਈ ਐਮ ਨਾਟ ਏ ਡਾਕਟਰ। ਹਾਂਜੀ,
ਤੇ ਇਸੇ ਤਰ੍ਹਾਂ ਜਦੋਂ ਇੱਕ ਡਾਕਟਰ ਨੇ ਜਿਹੜਾ ਇਹਨਾਂ ਦੇ ਫੈਡਰਲ ਚ ਕੰਮ ਕਰ ਰਿਹਾ ਸੀ, ਉਹਨੇ ਹਾਈਡਰੋਕਸੀਕਲੋਰੋਕੁਈਨ ਦੀ ਮਲੇਰੀਆ ਦੀ ਦਵਾਈ ਦੀ ਗੱਲ ਕੀਤੀ ਸੀਗੀ, ਚੰਦੀ ਸਾਹਿਬ ਉਹਨੂੰ ਫੈਡਰਲੀ ਪੋਸਟ ਤੋਂ ਟੇਕ ਆਊਟ ਕਰਤਾ ਜੀ। ਇਹ ਤਾਂ ਮੇਰੇ ਹਿਸਾਬ ਦੇ ਨਾਲ ਜੇ ਮੈਂ ਦੇਖਿਆ ਜਾਵੇ ਚੰਦੀ ਸਾਹਿਬ ਇਹ ਓਪਨ ਦੀ ਗੱਲ ਕਰ ਰਿਹਾ, ਸਿਰਫ ਇਹਨਾਂ ਨੂੰ ਇਲੈਕਸ਼ਨ ਅੱਗੇ ਦੇਖ ਰਹੀ ਆ। ਇਲੈਕਸ਼ਨ ਜੇ ਅਮਰੀਕਾ ਖੁੱਲੂਗਾ ਤਾਂ ਕੈਂਪੇਨ ਤਾਂ ਹੀ ਹੋਊਗੀ ਹੈ ਨਾ। ਇਹਦੇ ਵਿੱਚ ਹੁਣ ਨਫਾ ਹੁੰਦਾ ਨੁਕਸਾਨ ਹੁੰਦਾ, ਇਹ ਤਾਂ ਆਉਣ ਵਾਲਾ ਸਮੇਂ ਜੀ ਪਤਾ ਲੱਗੂਗਾ ਚੰਦੀ ਸਾਹਿਬ। ਜਿਸ ਤਰ੍ਹਾਂ ਇੱਥੋਂ ਆਪਣੇ ਕੈਨੇਡਾ ਦੀ ਇਲੈਕਸ਼ਨ ਹੋਈ ਸੀ, ਡਾਗਫੋਰ ਨੂੰ ਅੰਦਰ ਬਿਠਾਤਾ ਹੀ, ਲੱਗਦਾ ਸੀ ਕਿ ਜਿੱਤ ਜਾਣਗੇ ਤੇ ਉਹ ਰਿਜ਼ਲਟ ਉਹਦੇ ਕੋਈ ਵੱਖਰੇ ਹੀ ਆਏ ਸੀਗੇ ਚੰਦੀ ਸਾਹਿਬ ਜੀ। ਹਾਂ ਬਿਲਕੁਲ ਜੀ, ਲੱਗਦਾ ਤਾਂ ਇਦਾਂ ਵੀ ਜਿੱਦਾਂ ਡੋਨਲਡ ਟਰੰਪ ਹੈ ਜੀ, ਜਿੱਦਾਂ ਉਹ ਕਹਿੰਦੇ ਪੁਰਾਣੀ ਕਹਾਵਤ ਨਹੀਂ ਵੀ ਦੋਧੀਆਂ ਦੇ ਸਾਈਕਲ ਦਾ ਸਟੈਂਡ ਨਹੀਂ ਹੁੰਦਾ, ਜਿੱਧਰ ਨੂੰ ਜੀ ਕਰਦਾ ਉਹਨੂੰ ਟੇਢਾ ਕਰਕੇ ਡਰਮ ਜਿਹਾ ਲਾ ਦਿੰਦੇ, ਉਹ ਨਹੀਂ ਝੁਕ ਜਾਂਦਾ ਜਿੱਧਰ ਨੂੰ ਸੂਤ ਲੱਗਦਾ ਉਹਦਾ। ਹਾਂ ਮੇਰੇ ਹਿਸਾਬ ਨਾਲ ਤਾਂ ਡੋਨਲਡ ਟਰੰਪ ਨੂੰ ਇਹੀ ਕਹਿ ਦੇਣਾ ਚਾਹੀਦਾ ਵੀ ਕੋਈ ਵੀ ਜਿਹੜਾ ਡਾਕਟਰ ਆ ਅਮਰੀਕਾ ਦੇ ਵਿੱਚ ਰਹਿ ਰਿਹਾ ਟੀਵੀ ਤੇ ਆ ਕੇ ਬੋਲ ਹੀ ਨਹੀਂ ਸਕਦਾ ਜੀ, ਕਿਉਂਕਿ ਬੋਲਣ ਦਾ ਫਾਇਦਾ ਕੀ ਹੈ ਜਦੋਂ ਕਰਨੀ ਤਾਂ ਆਪਣੀ ਮਰਜ਼ੀ ਹੈ ਇਹਨੇ ਡੋਨਲਡ ਟਰੰਪ ਨੇ ਜੀ। ਬਾਕੀ ਚੰਦੀ ਸਾਹਿਬ ਕੱਲ ਦੀ ਇੱਕ ਗੱਲ ਸੀਗੀ ਜਿਹੜੀ ਆ, ਜਿਸ ਤਰ੍ਹਾਂ ਆਪਣੇ ਕਾਲਰ ਆ ਸਾਰੇ ਜਿੰਨੇ ਵੀ ਕਾਲਰ ਆਪਣੇ PTN 24 ਦੇ ਨਾਲ ਜੁੜੇ ਆ ਜਾਂ ਇਸ ਚੈਨਲ ਦੇ ਨਾਲ ਜੁੜੇ ਆ, ਸਰੋਤੇ ਸਾਰੇ ਚੰਗੇ ਆ। ਜੇ ਮੈਂ ਗੱਲ ਕਰਾਂ ਜਿਵੇਂ ਬਾਈ ਫੇਸ ਤਾਂ ਮੈਂ ਚਲੋ ਨਹੀਂ ਜਾਣਦਾ ਆਪਾਂ ਤੁਹਾਡੇ ਚੈਨਲ ਦੇ ਥਰੂ, ਨਾ ਜਿੱਦਾਂ ਬਿਲਗਾ ਸਾਹਿਬ ਹੋਏ, ਕੁਲਦੀਪ ਹੋਏ, ਚੌਹਾਨ ਭਾਜੀ ਹੋਏ, ਭੁਪਿੰਦਰ ਹੋਏ ਜਾਂ ਭੈਣ ਜੀ ਅਮਰੀਕਾ ਤੋਂ ਆਉਂਦੇ, ਬੜੇ ਵਧੀਆ ਵਿਚਾਰ ਹੁੰਦੇ ਆ। ਪਰ ਇੱਕ ਸਰੋਤੇ ਨੇ ਕੱਲ ਮੈਨੂੰ ਜਿਸ ਤਰ੍ਹਾਂ, ਕਿਉਂਕਿ ਮੈਂ ਬਹੁਤ ਸਾਰੀ ਜਿਹੜੀ ਕਿੱਥੋਂ ਰਿਪੋਰਟ ਇਹ ਪਿਕ ਕਰੀ ਦੀ ਆ, ਜਿਸ ਤਰ੍ਹਾਂ ਮੈਂ CNN ਦਾ ਥੋੜਾ ਜ਼ਿਕਰ ਕੀਤਾ ਸੀਗਾ, ਉਹ ਉਹਨਾਂ ਨੇ ਕਿਹਾ ਸੀਗਾ ਤੂੰ ਬੜਾ ਲੱਗਦਾ ਵੀ ਇਹ ਹਰਜਿੰਦਰ ਧਨੋਆ ਬੜਾ CNN ਦਾ ਜਿਹੜਾ ਹੈਗਾ ਫੈਨ ਆ ਜੀ। ਮੈਂ ਉਹ ਵੀਰ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਵੀਰ ਜੀ ਅਸੀਂ ਕਿਸੇ ਦੇ ਫੈਨ ਨੇਗੇ, ਅਸੀਂ ਆਪਣੇ 10 ਗੁਰੂਆਂ ਦੇ ਫੈਨ ਆ ਜੀ। ਤੇ ਕਿਉਂਕਿ ਫੈਨ ਕਿਸੇ ਹਿਊਮਨ ਦਾ ਤੁਸੀਂ ਫੈਨ ਬਣਨਾ ਨਾ, ਜਿਸ ਤਰ੍ਹਾਂ ਹੁਣ ਮੈਂ ਕੇਜਰੀਵਾਲ ਦੀ ਗੱਲ ਕਰ ਦਿੰਦਾ ਚੰਨੀ ਸਾਹਿਬ, ਜਿਸ ਤਰ੍ਹਾਂ ਇਲੈਕਸ਼ਨਾਂ ਉਦੋਂ ਚੱਲ ਰਹੀਆਂ ਸੀ, ਪੂਰਾ ਕੈਨੇਡਾ ਅਮਰੀਕਾ ਕੇਜਰੀਵਾਲ ਦਾ ਫੈਨ ਹੋ ਗਿਆ ਸੀ। ਫੈਨ ਫੋਲੋਇੰਗ ਕਦੋਂ ਘਟੀ ਹੈ? ਜਦੋਂ ਪੰਜਾਬ ਦੇ ਵਿੱਚ ਇਹਨਾਂ ਨੇ ਖੁਦ ਮੁਖਤਿਆਰੀ ਦੀ ਗੱਲ ਹੋਈ ਸੀ, ਜਾਂ ਰਾਜ ਸਭਾ ਦੇ ਵਿੱਚ ਸਿੱਖ ਮੈਂਬਰ ਸਿੱਖ ਲੀਡਰ ਉਹਨਾਂ ਨੇ ਨਹੀਂ ਲੈ ਗਿਆ, ਤਾਂ ਉਦੋਂ ਫੈਨ ਜਿਹੜੇ ਘਟ ਗਏ। ਇਸ ਤਰ੍ਹਾਂ ਨਹੀਂ ਹੁੰਦਾ ਕਿ ਜਦੋਂ ਤੁਸੀਂ ਕਿਸੇ ਦੇ ਨਾਲ ਫੈਨ ਜੁੜ ਗਏ ਆ ਤੇ ਤੁਸੀਂ ਮੁੜ ਕੇ ਬਾਅਦ 2-4 ਮਹੀਨਿਆਂ ਜਾਂ ਸਾਲ ਬਾਅਦ ਤੁਸੀਂ ਫੈਨ ਹੋ ਗਏ। ਜੇ ਹੁਣ ਅਸੀਂ ਗੁਰੂਆਂ ਦੇ ਫੈਨ ਆ ਜਾਂ ਆਪਣੇ ਜਿਹੜੇ ਸਾਰੇ ਹੈਗੇ ਗੁਰੂਆਂ ਦੇ ਫੈਨ ਆ, ਤਾਂ ਹਮੇਸ਼ਾ ਹੀ ਜਿਹੜੇ ਹੈਗੇ ਗੁਰੂਆਂ ਦੇ ਫੈਨ ਰਹਿਣਾ ਹੀ ਆ। ਬਾਕੀ ਗੁਰੂ ਜਿਹੜੇ ਕੰਮ ਕਰ ਗਏ, 10ਵੇਂ ਪਾਤਸ਼ਾਹ ਦੀ ਗੱਲ ਕੀਤੀ ਜਾਵੇ ਤਾਂ ਪੂਰਾ ਹਰਵੰਸ ਉਹਨਾਂ ਨੇ ਆਪਣਾ ਜੀ ਵਾਰਤਾ ਜੀ। ਇਹ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਮੈਨੂੰ ਇੱਥੇ ਫਾਇਦਾ ਮੈਨੂੰ ਇੱਥੇ ਨੁਕਸਾਨ ਹੈ ਜੀ। ਹੁਣ ਅੱਜ ਕੱਲ ਤਾਂ ਆਪਾਂ ਫਾਇਦੇ ਨੁਕਸਾਨ ਪਹਿਲਾਂ ਰੱਖਦੇ ਹਾਂ ਜੀ। ਜੇ ਆਪਾਂ ਹੁਣ ਡੋਨਲਡ ਟਰੰਪ ਦੀ ਗੱਲ ਕਰਕੇ ਚੱਕੇ ਆ, ਬਾਕੀ ਜੇ ਤਾਂ ਕਿਉਂਕਿ ਨਿਊਜ਼ ਜਿਹੜੀ ਆ, ਮੈਂ ਹੋਰ ਵੀ ਇੱਕ ਗੱਲ ਚੰਗੀ ਸਾਹਿਬ ਕਲੀਅਰ ਕਰਨੀ ਚਾਹੁੰਦਾ ਆ ਕਿ ਜਿਸ ਤਰ੍ਹਾਂ ਹੁਣ ਮੈਂ ਨਿਊਜ਼ ਦਿੰਦਾ, ਮੈਂ ਵੱਖਰੇ ਚੈਨਲ ਆ, ਜਿਵੇਂ ਮੈਂ 680, 1010, CB24, CBC, ਸਿਟੀ TV, ਗਲੋਬਲ, ਨੈਸ਼ਨਲ ਪੋਸਟ, ਨਿਊਯਾਰਕ ਟਾਈਮਸ, CNN, NBC, ABC, ਕਿੰਨੇ ਚੈਨਲ ਆ ਚੰਦੀ ਸਾਹਿਬ ਦੇਖਣੇ ਪੈਂਦੇ। ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਜੇ ਹੁਣ ਮੈਂ ਇੱਥੇ ਆ ਕੇ ਖਬਰ ਪੇਸ਼ ਕਰਦਾ, ਬਹੁਤ ਸਾਰੇ ਆਪਣੇ ਵੀਰ ਭੈਣ ਭਰਾ ਜਿਹੜੇ ਆ ਆਪਣੇ ਆਪਣੇ ਜੌਬਾਂ ਦੇ ਬਿਜ਼ੀ ਆ, ਕਿਉਂਕਿ ਇੰਨੇ ਚੈਨਲ ਦੇਖਣਾ ਬਹੁਤ ਸਾਰਾ ਟਾਈਮ ਚੰਦੀ ਸਾਹਿਬ ਉਹਨਾਂ ਨੂੰ ਚਾਹੀਦਾ। ਮੈਂ ਇਹ ਚੈਲੰਜ ਵੀ ਕਰਦਾ ਚੰਦੀ ਸਾਹਿਬ, ਜਿੰਨੇ ਵੀ ਆਪਣੇ ਇੱਥੇ ਟੋਰਾਂਟੋ ਦੇ ਵਿੱਚ ਰਿਪੋਰਟਰ ਬਣੇ ਆ ਜਾਂ ਰਿਪੋਰਟਿੰਗ ਕਰਦੇ ਆ, ਉਹ ਐਕਚੁਅਲੀ ਰਿਪੋਰਟਰ ਨਹੀਂ, ਉਹਨਾਂ ਨੂੰ ਮੈਂ ਕਹੂੰਗਾ ਕਿ ਨਿਊਜ਼ ਰੀਡਰ, NEWS ਜੀ, ਨਾਰਥ ਈਸਟ ਵੈਸਟ ਸਾਊਥ। ਇੱਥੇ ਹੁਣ ਜੇ ਮੈਂ ਜਿੰਨੇ ਚੈਨਲ ਦੇ ਨਾਮ ਬੋਲ ਕੇ ਹਟਿਆ, ਇਹਨਾਂ ਦੀ ਜਿਹੜੇ ਕਿੰਨੇ ਲੋਕ ਕੰਮ ਕਰਦੇ, ਹਜ਼ਾਰਾਂ ਦੇ ਹਿਸਾਬ ਨਾਲ ਚੰਦੀ ਸਾਹਿਬ ਇਹਨਾਂ ਦੇ ਬੰਦੇ ਇਹਨਾਂ ਚੈਨਲਾਂ ਦੇ ਨਾਲ ਕੰਮ ਕਰਦੇ ਆ। ਹਰੇਕ 2-2 ਕਿਲੋਮੀਟਰ ਤੇ 4-4 ਕਿਲੋਮੀਟਰ ਤੇ ਇਹਨਾਂ ਦਾ ਬਣਿਆ ਜੀ। ਅਸੀਂ ਇਹਨਾਂ ਸਾਰੇ ਚੈਨਲਾਂ ਨੂੰ ਦੇਖ ਕੇ ਉੱਥੋਂ ਨਿਊਜ਼ ਪਿਕ ਕਰਕੇ ਹੀ ਚੈਨਲ ਤੇ ਦਿੰਦੇ ਆ। ਜੇ ਕੋਈ ਇੱਥੇ ਕਵੇ ਕਿਸੇ ਕੋਲ ਲਾਇਸੈਂਸ ਹੈਗਾ ਟੋਰਾਂਟੋ ਦੇ, ਕਿਸੇ ਕੋਲ ਲਾਇਸੈਂਸ ਹੈ ਨਹੀਂਗਾ ਜੀ। ਜੇ ਮੈਂ ਆਪਣੀ ਖੁਦ ਦੀ ਗੱਲ ਕਰਾਂ, ਮੇਰੇ ਕੋਲ ਕੋਈ ਲਾਇਸੈਂਸ ਨਹੀਂ, ਮੇਰਾ ਇਹ ਪੈਸ਼ਨ ਹੈ ਜੀ ਇਹ ਖਬਰਾਂ ਸੁਣਨਾ। ਚਲੋ ਠੀਕ ਆ, ਉਹ ਤਾਂ ਤੁਹਾਡੇ ਚੈਨਲ ਤੇ ਮੈਂ ਹੁਣ ਆ ਕੇ ਚਲੋ ਆਪਾਂ ਇੱਥੇ ਖਬਰਾਂ ਆ ਕੇ ਪੜ੍ਹ ਜਿੰਦੇ ਆ, ਚਾਹੇ ਮੈਂ ਪੜ੍ਹਾਂ ਚਾਹੇ ਨਾ ਪੜ੍ਹਾਂ, ਮੈਂ ਆਪਣੇ ਨੌਲੇਜ ਦਾ ਹਰ ਇਹ ਚੈਨਲ ਹਰ ਰੋਜ਼ ਦੇਖਦਾ ਜੱਦੀ ਸਾਹਿਬ ਜੀ। ਇਹੀ ਮੈਂ ਕਹਿਣਾ ਸੀਗਾ, ਬਾਕੀ ਕੋਈ ਅੱਗੇ ਪਿੱਛੇ ਵੱਧ ਘੱਟ ਬੋਲਿਆ ਹੋਇਆ ਤਾਂ ਧੰਨਵਾਦ ਜੀ। ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਧੰਨਵਾਦ ਆ। ਜਿਹੜੀ ਤੁਸੀਂ ਕਿਹਾ ਜੀ 10 ਗੁਰੂਆਂ ਦੇ ਫੈਨ ਆ, ਵਾਕਈ ਅਸੀਂ ਤੇ ਹੈ ਹੀ ਆਪਣੇ ਗੁਰੂਆਂ ਦੇ, ਗੁਰੂ ਗ੍ਰੰਥ ਸਾਹਿਬ ਦੇ ਫੈਨ ਆ। ਬਹੁਤ ਬਹੁਤ ਧੰਨਵਾਦ ਹਰਜਿੰਦਰ ਸਿੰਘ ਜੀ ਇੰਨੀ ਭਰਪੂਰ ਜਾਣਕਾਰੀ ਦੇਣ ਲਈ। ਆਪਣੇ ਨਾਲ ਕਾਲਰ ਵੀ ਜੁੜ ਚੁੱਕੇ ਆ ਜੀ, ਤੇ ਸਟੂਡੀਓ 'ਚ ਕਾਲ ਕਰ ਲਈ ਨੰਬਰ 905 867 2770 905 8672770। ਜੇ ਟੋਲ ਫ੍ਰੀ ਨੰਬਰ ਤੇ ਕਾਲ ਕਰਨੀ ਜੀ 1 866 247 8624। ਇਸ ਪ੍ਰੋਗਰਾਮ ਦਾ ਆਨੰਦ ਤੁਸੀਂ PTN 24 TV ਤੇ ਐਪ ਤੇ, ਤਹਿਲਕਾ TV ਤੇ ਤਹਿਲਕਾ ਦੇ ਐਪ ਤੇ ਮਾਣ ਰਹੇ ਹੋ।
ਚੱਲਦੇ ਜੀ ਆਪਾਂ ਨੈਕਸਟ ਕਾਲਰ ਤੇ ਉਸ ਤੋਂ ਬਾਅਦ ਆਪਾਂ ਢਿੱਲੋਂ ਸਾਹਿਬ ਕੋਲੋਂ ਖਬਰ ਵੀ ਲੈਣੇ ਨਾਲ ਕਰਦੇ ਸਾਂਝੀ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ 9806। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਵੀਰੇ। ਤੇ ਪਹਿਲਾਂ ਤਾਂ ਭਾਜੀ ਮੈਂ ਹੀ ਕੱਲ ਕਿਹਾ ਸੀਗਾ ਵੀ ਭਾਜੀ ਫੈਨ ਹੈ ਜਿੱਦਾਂ ਜੀ ਜੀ, ਭਾਜੀ ਨੂੰ ਥੋੜਾ ਜਿਹਾ ਵੀ ਮਤਲਬ ਫੀਲ ਹੋਇਆ ਤਾਂ ਉਹਦੇ ਲਈ ਸੌਰੀ ਆ। ਮੈਂ ਵੈਸੇ ਕਿਹਾ ਕਿਉਂਕਿ ਖਬਰਾਂ ਜ਼ਿਆਦਾ ਉਸ ਨੂੰ ਲੱਗਦਾ ਸੀਗਾ, ਚਲੋ ਮੇਰੀ ਗਲਤੀ ਹੋ ਸਕਦੀ ਆ, ਕਹਿੰਦਾ ਮਤਲਬ ਸੌਰੀ ਆ ਉਹਦੇ ਲਈ ਭਾਜੀ ਤੋਂ ਹਨਾ। ਤੇ ਦੂਜਾ ਭਾਜੀ ਮੇਰਾ ਸਵਾਲ ਸੀਗਾ ਜਿੱਦਾਂ ਹੁਣੇ ਆਪਣੇ ਚੱਲਦੇ ਜਦੋਂ ਰੂੜ ਸਿੰਘ ਦੀ ਗੱਲ ਚੱਲਦੀ ਸੀ ਨਾ, ਇਤਿਹਾਸ ਦੁਹਰਾਇਆ ਗਿਆ ਉਹ ਜਿਹੜੀ ਹੈਪਨ ਹੋਇਆ ਨਾ, ਉਹ ਤੋਂ ਲੈ ਕੇ ਤੇ ਅੱਜ ਤੱਕ ਦੇਖ ਲਓ ਆਪਣਾ ਸਿੱਖੀ ਦਾ ਕਿੰਨਾ ਪ੍ਰਚਾਰ ਹੁੰਦਾ, ਕਿੰਨਾ ਇਤਿਹਾਸ ਸੁਣਾਇਆ ਜਾਂਦਾ ਆ, ਪਰ ਰਿਪੀਟ ਫੇਰ ਉਹ ਚੀਜ਼ ਹੋਈ ਆ, ਮਾੜੀ ਗੱਲ ਹੈ ਨਾ। ਬਿਲਕੁਲ ਜੀ। ਮੇਰੇ ਕਹਿਣ ਦਾ ਮਤਲਬ ਬਈ ਅਕਾਲ ਤਖਤ ਸਾਹਿਬ ਜਾਂ ਸਾਡੇ ਜਿਹੜੇ ਮੂਹਰੇ ਜਥੇਬੰਦੀਆਂ ਜਿੱਦਾਂ ਜਥੇਦਾਰ ਆ, ਉਦੋਂ ਵੀ ਉਹਨਾਂ ਨੂੰ ਬਚਾਉਂਦੇ ਹੁੰਦੇ ਸੀਗੇ, ਉਹਨਾਂ ਦੇ ਹੱਕ 'ਚ ਭੁਗਤਦੇ ਹੁੰਦੇ ਸੀਗੇ ਵਿਰੋਧੀਆਂ ਦੇ, ਸਿੱਖ ਕੌਮ ਦੇ ਅਗੇਂਸਟ ਫਲਸਫੇ ਤੋਂ। ਅੱਜ ਵੀ ਉਹ ਭੁਗਤਦੇ ਆ। ਤੇ ਜਦੋਂ ਕੋਈ ਉਹ ਗਲਤੀ ਕਰਦੇ ਆ, ਜਦੋਂ ਲੋਕ ਰੌਲਾ ਪਾਉਂਦੇ ਆਮ ਬੰਦੇ, ਪਹਿਲਾਂ ਤਾਂ ਇਹਨਾਂ ਨੂੰ ਰੱਖਿਆ ਹੀ ਉੱਥੇ ਤੱਕ ਜਾਂਦਾ, ਸ਼ਰਧਾ ਮੱਥਾ ਟੇਕਣਾ ਲੰਗਰਾਂ ਤੇ ਰੱਖਿਆ ਜਾਂਦਾ, ਬਸ ਉਹਦੀਆਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਸੁਣਾ ਦਿੱਤੀਆਂ ਜਾਂਦੀਆਂ। ਜੇ ਚਾਰੇ ਸਿਰੇ ਕੋਈ ਗੱਲ ਨਹੀਂ ਆਉਂਦੀ ਤਾਂ ਉਹਨੂੰ ਪੰਕਤੀਆਂ ਸੁਣਾ ਦਿੱਤੀਆਂ ਜਾਂਦੀਆਂ ਗੁਰੂਆਂ ਦੀਆਂ ਨਾ, ਬੰਦਾ ਚੁੱਪ ਕਰ ਜਾਂਦਾ। ਕਿੱਦਾਂ ਚੁੱਪ ਕਰਾਉਣਾ? ਮੇਰਾ ਪੁਆਇੰਟ ਇਹ ਵੀ ਜਦੋਂ ਕੋਈ ਗੱਲਬਾਤ ਹੋਵੇ ਫੇਰ ਵੀ ਵਿਰੋਧ ਹੁੰਦਾ ਤਾਂ ਫਿਰ ਉਹਨਾਂ ਨੂੰ ਜੁੱਤੀਆਂ ਚੜਾ ਕੇ ਜਾਂ ਭਾਂਡੇ ਵਜਾ ਕੇ ਕਹਿੰਦੇ ਜੀ ਇਹਨੇ ਸੇਵਾ ਜੀ ਇਹਨਾਂ ਨੂੰ ਸੇਵਾ ਲਾਤੀ, ਦੱਸੋ ਕਹਿਣ ਦਾ ਮਤਲਬ। ਪਰ ਗਾਂ ਵਾਸਤੇ ਸੁਧਾਰ ਕੀ ਆ ਰਿਹਾ ਆ? ਮਤਲਬ ਇਹਦੇ ਬਾਰੇ ਦੱਸਿਓ ਵੀ ਇੱਥੋਂ ਲੱਗਦਾ ਨਹੀਂ ਵੀ ਇਹ ਸ਼ੁਰੂ ਤੋਂ ਹੀ ਜਦੋਂ ਤੋਂ ਮੈਨੂੰ ਹੋਸ਼ ਆ, ਜਾਣੀ ਕਿ ਮੇਰੇ ਤਾਂ ਇਹੀ ਲੱਗਦਾ ਵੀ ਉਹਨਾਂ ਦੇ ਹੱਕ ਲਈ ਸਿਰਫ ਜਥੇਦਾਰ ਬਣਾਏ ਆ, ਉਹਨਾਂ ਨੇ ਜੋ ਮਰਜ਼ੀ ਆਪਣੀਆਂ ਕਰ ਰਹੀਆਂ ਵੀ ਇਹ ਮੈਨੂੰ ਲੱਗਦਾ ਹੈ ਵੀ ਜਾਂ ਵਾਕਈ ਜਥੇਦਾਰ ਸਿੱਖ ਮਤਲਬ ਸਿੱਖ ਕੌਮ ਦੇ ਪੱਲੇ 'ਚ ਬੈਠੇ ਆ ਝੋਲੀ ਦੇ ਵਿੱਚ, ਜਾਂ ਉਹਨਾਂ ਦੇ ਪੱਲੇ 'ਚ ਬਹਿ ਕੇ ਕਰ ਰਿਹਾ ਕੰਮ। ਇਹਦੇ ਬਾਰੇ ਦੱਸੋ ਜੀ। ਥੈਂਕ ਯੂ। ਧਾਰਮਿਕ ਨਾ ਇਹਨੂੰ ਧਾਰਮਿਕ ਨਾ ਲਿਓ ਭਾਜੀ, ਕਿਉਂਕਿ ਕਈ ਵਾਰੀ ਭਾਜੀ ਕਹਿੰਦੇ ਮੈਂ ਨਹੀਂ ਜਵਾਬ ਦੇਣਾ। ਇਹਨੂੰ ਏਦਾਂ ਦੇਖਿਓ ਵੀ ਜੋ ਬੰਦਾ ਕਰਦਾ ਕੀ ਆ, ਕਿਉਂਕਿ ਧੱਕਾ ਕੌਮ ਨਾਲ ਹੋ ਰਿਹਾ ਨਾ ਜਿੱਥੇ ਹੁੰਦਾ ਏਦਾਂ, ਉਹਦੇ ਬਾਰੇ ਦੱਸੋ। ਓਕੇ, ਧੰਨਵਾਦ ਵੀਰ ਜੀ, ਬੜੇ ਵਧੀਆ ਵਿਚਾਰ ਸੀ, ਕਾਫੀ ਲੰਮਾ ਸਮਾਂ ਹੋਲਡ ਕੀਤਾ ਜੀ। ਢਿੱਲੋਂ ਸਾਹਿਬ ਸਵਾਗਤ। ਹਾਂਜੀ, ਸਵਾਗਤ ਹੈ ਤੁਹਾਡਾ ਫਿਰ ਇੱਕ ਵਾਰ। ਬਿਲਕੁਲ ਜੀ, ਇਹਦੇ 'ਚ ਕੋਈ ਸ਼ੱਕ ਨਹੀਂ। ਤੋਂ ਵੀਰ ਨੇ ਜੋ ਮੁੱਦਾ ਉਠਾਇਆ ਇਹ ਜ਼ਰੂਰ ਇਹ ਵਿਚਾਰ ਮੰਗਦਾ ਹੈ, ਕਿਉਂਕਿ ਜੇ ਅਸੀਂ ਸਾਡੇ ਸਿੰਘ ਸਾਹਿਬਾਨਾਂ ਦੀ ਗੱਲ ਕਰੀਏ ਜਾਂ ਸਾਡੇ ਜਥੇਦਾਰਾਂ ਦੀ ਗੱਲ ਕਰੀਏ ਤਾਂ ਮੈਂ ਜਿੰਨਾ ਕੁ ਪੜ੍ਹਿਆ, ਕੋਈ ਜ਼ਰੂਰੀ ਨਹੀਂ ਕਿ ਮੈਂ ਜਿਹੜਾ ਪੜ੍ਹਿਆ ਹੋਵੇ ਉਹ ਠੀਕ ਹੀ ਹੋਵੇ, ਉਹਦੇ ਵਿੱਚ ਕੋਈ ਗਲਤ ਵੀ ਹੋ ਸਕਦਾ, ਲੇਕਿਨ ਜਿੰਨਾ ਕੁ ਮੈਂ ਅਬਜ਼ਰਵ ਕੀਤਾ ਹੈ ਉਹ ਹੈ ਕਿ ਅਕਾਲੀ ਫੂਲਾ ਸਿੰਘ ਵਰਗੇ ਜਥੇਦਾਰ ਜਦੋਂ ਹੁੰਦੇ ਸੀ ਉਦੋਂ ਅਕਾਲ ਤਖਤ ਸਾਹਿਬ ਦੀ ਜਿਹੜੀ ਹੈ ਮਾਨਤਾ ਵੀ ਜ਼ਿਆਦਾ ਸੀ, ਉੱਥੋਂ ਲਏ ਹੋਏ ਫੈਸਲੇ ਨੂੰ ਵੀ ਲੋਕ ਪ੍ਰਵਾਨਗੀ ਦਿੰਦੇ ਸੀ, ਕੋਈ ਕਿੰਤੂ ਪ੍ਰੰਤੂ ਨਹੀਂ ਕਰਦਾ ਸੀ। ਵੀਰ ਨੇ ਜਿਹੜੀਆਂ ਗੱਲਾਂ ਕਹੀਆਂ ਕਿ ਕਈ ਵਾਰੀ ਅਕਾਲ ਤਖਤ ਸਾਹਿਬ ਤੇ ਬੈਠੇ ਜਥੇਦਾਰ ਸਾਹਿਬਾਨ ਇਸ ਕਿਸਮ ਦੇ ਫੈਸਲੇ ਲੈ ਲੈਂਦੇ ਹੈ, ਅਸੀਂ ਸ਼ਰਧਾ ਕਰਕੇ ਜਾਂ ਅਕਾਲ ਤਖਤ ਸਾਹਿਬ ਦੀ ਮਹਾਨਤਾ ਕਰਕੇ ਉਹਦੇ ਤੇ ਮਿੱਟੀ ਪਾਉਣ ਦੀ ਗੱਲ ਕਰਦੇ ਹਾਂ, ਲੇਕਿਨ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਚੀਜ਼ਾਂ ਬਹੁਤ ਧਿਆਨ ਮੰਗਦੀਆਂ। ਮਿਸਾਲ ਦੇ ਤੌਰ ਤੇ ਸਾਡੇ ਸਮੇਂ ਦੇ ਵਿੱਚ ਜਿਹੜੀ ਇੱਕ ਬੱਜਰ ਗਲਤੀ ਹੋਈ ਹੈ, ਉਹ ਗਲਤੀ ਹੋਈ ਹੈ ਜਦੋਂ ਰਾਮ ਰਹੀਮ ਨੂੰ ਮਾਫ ਕੀਤਾ ਗਿਆ। ਰਾਮ ਰਹੀਮ ਨੇ ਕੀ ਮਾਫੀ ਮੰਗੀ ਸੀ, ਇਹਦੇ ਬਾਰੇ ਵੀ ਅਜੇ ਤੱਕ ਜਿਹੜੀ ਹੈਗੀ ਹੈ ਮਤਭੇਦ ਚੱਲਦੇ। ਕੁਝ ਲੋਕ ਕਹਿੰਦੇ ਕਿ ਮਾਫੀ ਨਹੀਂ ਸੀ ਮੰਗੀ, ਚਿੱਠੀ ਵੀ ਉਹਨੇ ਨਹੀਂ ਸੀ ਲਿਖੀ, ਜਿਹੜਾ ਸਪਸ਼ਟੀਕਰਨ ਸੀ ਉਹ ਸਪਸ਼ਟੀਕਰਨ ਵੀ ਅਸਲ ਦੇ ਵਿੱਚ ਸਰਕਾਰੀ ਮਸ਼ੀਨਰੀ ਦਾ ਲਿਖਿਆ ਹੋਇਆ ਸੀ, ਔਰ ਸਿੰਘ ਸਾਹਿਬਾਨ ਨੂੰ ਜਾਂ ਸਾਡੇ ਜਿਹੜੇ ਜਥੇਦਾਰ ਸਾਹਿਬਾਨ ਹੈ ਇਹਨਾਂ ਨੂੰ ਚੰਡੀਗੜ੍ਹ ਬੁਲਾ ਕੇ ਹੁਕਮ ਦਿੱਤਾ ਗਿਆ ਕਿ ਤੁਹਾਨੂੰ ਆਹ ਕੁਛ ਕਰਨਾ ਪੈਣਾ ਹੈ। ਆਪਣੇ ਵੱਲੋਂ ਇਲਜ਼ਾਮ ਨਹੀਂ, ਗਿਆਨੀ ਗੁਰਮੁਖ ਸਿੰਘ ਹੋਰਾਂ ਨੇ ਇਹ ਗੱਲਾਂ ਕਹਿ ਦਿੱਤੀਆਂ, ਉਹਨਾਂ ਨੇ ਸਾਰਾ ਕੁਛ ਕਹਿਤਾ ਹੈ ਤਾਂ ਮੀਡੀਆ ਦੇ ਵਿੱਚ ਆ ਗਿਆ, ਸੋਸ਼ਲ ਮੀਡੀਆ ਦੇ ਉੱਤੇ ਵੀ ਪਿਆ, ਉਹਨਾਂ ਦੀਆਂ ਆਡੀਓ ਵੀਡੀਓ ਵੀ ਪਈਆਂ। ਉਹ ਤੋਂ ਬਾਅਦ ਸਰਬੱਤ ਖਾਲਸਾ ਹੋਇਆ, ਉਹਨਾਂ ਨੂੰ ਲਾਤਾ, ਉਹਨਾਂ ਦੀ ਥਾਂ ਉੱਤੇ ਪੈਰਲਲ ਜਥੇਦਾਰ ਬਣਾਤੀ। ਉਹ ਜਥੇਦਾਰ ਕਿੰਨੇ ਕਾਬਿਲ ਸੀ, ਉਹਨਾਂ ਨੇ ਕਿੰਨੀ ਕਾਬਲੀਅਤ ਦਿਖਾਈ, ਮੈਂ ਉਹਦੇ ਵਿੱਚ ਨਹੀਂ ਪੈਂਦਾ, ਆਪਾਂ ਸਾਰੇ ਜਾਣਦੇ ਹਾਂ। ਲੇਕਿਨ ਜਦੋਂ ਗਿਆਨੀ ਗੁਰਬਚਨ ਸਿੰਘ ਹੋਰਾਂ ਨੂੰ ਲਾਤਾ, ਉਹ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਹੋਰੀ ਆ ਗਈ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਗਿਆਨੀ ਹਰਪ੍ਰੀਤ ਸਿੰਘ ਪੜ੍ਹੇ ਲਿਖੇ ਬੰਦੇ, ਕੋਈ ਸ਼ੱਕ ਨਹੀਂ, ਉਹ ਯਤਨ ਕਰਦੇ ਹੈ ਕਿ ਹਾਂ ਜਿਹੜੀ ਹੈਗੀ ਹੈ ਗੱਡੀ ਲੀਹ ਤੋਂ ਲੈ ਗਈ ਤੇ ਇਹਨੂੰ ਮੈਂ ਗੱਡੀ ਨੂੰ ਲੀਹ ਤੇ ਚੜਾਉਣ ਦਾ ਯਤਨ ਕਰਾਂ। ਪਰ ਫਿਰ ਆਪਾਂ ਨੂੰ ਪਤਾ ਹੈ ਕਿ ਅਪਾਇੰਟਮੈਂਟ ਜਿਹੜੀ ਉਹਨਾਂ ਦੀ ਕੀਤੀ ਹੈ, ਕਿਹਨੇ ਕੀਤੀ ਹੈ, ਕਿਹਨੇ ਕਰਵਾਈ ਹੈ, ਉਹਨਾਂ ਦੇ ਖਿਲਾਫ ਉਹ ਨਹੀਂ ਚੱਲ ਸਕਦੀ। ਸਵਾਲ ਅਗਲਾ ਇਹ ਪੈਦਾ ਹੁੰਦਾ ਜਿਹੜਾ ਪੰਚ ਪ੍ਰਧਾਨੀ ਸਿਸਟਮ ਸਾਨੂੰ ਸਾਡੇ ਗੁਰੂਆਂ ਨੇ ਦਿੱਤਾ ਸੀ, ਉਸ ਪੰਚ ਪ੍ਰਧਾਨੀ ਸਿਸਟਮ ਦੇ ਉੱਤੇ ਅਸੀਂ ਕਿੰਨਾ ਕੁ ਪਹਿਰਾ ਦੇ ਰਹੇ ਹਾਂ, ਉਹ ਗੱਲ ਗਾਇਬ ਕਿਉਂ ਹੋ ਰਹੀ ਹੈ। ਸਰਬੱਤ ਖਾਲਸਾ ਹੋਇਆ, ਮੈਂ ਸਰਬੱਤ ਖਾਲਸਾ ਚ ਗਿਆ ਸਾਂ, ਮੈਂ ਆਪ ਜਾ ਕੇ ਦੇਖਿਆ। ਸ਼ੁਰੂ ਦੇ ਵਿੱਚ ਜਦੋਂ ਅਸੀਂ ਗਏ ਅਸੀਂ ਜਲਦੀ ਚਲੇ ਗਏ ਸੀ, ਉਦੋਂ ਵੱਡੇ ਲੀਡਰ ਜਿਹੜੇ ਸੀਗੇ ਉਹ ਵੱਡੇ ਲੀਡਰ ਫਿਕਰਮੰਦ ਸੀ,
ਇੱਥੋਂ ਤੱਕ ਕਿ ਸਿਮਰਜੀਤ ਸਿੰਘ ਮਾਨ ਵੀ ਫਿਕਰਮੰਦ ਸੀ ਕਿ ਲੋਕਾਂ ਨੇ ਆਉਣਾ ਨਹੀਂ, ਜੀ ਲੇਕਿਨ ਲੋਕ ਗਏ ਆਪ ਮੁਹਾਰੇ। ਉਹਨਾਂ ਦੀ ਤਾਂ ਕੋਈ ਜਿਹੜੀ ਹੈਗੀ ਹੈ ਯੋਜਨਾਬੰਦੀ ਹੈ ਨਹੀਂ ਸੀ ਕਿ ਲੋਕਾਂ ਨੂੰ ਕਿਵੇਂ ਲੈ ਕੇ ਆਉਣੇ। ਆਪਣੀਆਂ ਗੱਡੀਆਂ ਤੇ ਚੜ੍ਹ ਕੇ ਗਏ, ਲੋਕਾਂ ਨੇ ਜਾ ਕੇ ਚਲੋ ਜੋ ਕੁਛ ਕੀਤਾ ਉੱਥੇ ਫੈਸਲੇ ਹੋਏ, ਫੈਸਲਿਆਂ ਦੇ ਉੱਤੇ ਉਹਨਾਂ ਨੇ ਹੱਥ ਖੜੇ ਕੀਤੇ। ਜੀ ਕੁਛ ਨਿਰਾਸ਼ ਵੀ ਹੋਣਗੇ, ਨਾਰਾਜ਼ ਵੀ ਹੋਣਗੇ, ਵਾਪਸ ਵੀ ਆ ਗਏ, ਪਰ ਸਵਾਲ ਤਾਂ ਪੈਦਾ ਹੁੰਦਾ ਕਿ ਜਥੇਦਾਰ ਦੋ ਜੀ ਇਹ ਫਿਰ ਇਹ ਸਿਸਟਮ ਜਿਹੜਾ ਹੈਗਾ ਇਹਦੇ ਉੱਤੇ ਜਿਹੜੇ ਘੱਟੋ ਘੱਟ ਸਾਡੇ ਚਿੰਤਕ ਹੈ, ਸਾਡੇ ਜਿਹੜੇ ਬੁੱਧੀਜੀਵੀ ਹੈ, ਉਹਨਾਂ ਬੁੱਧੀਜੀਵੀਆਂ ਨੂੰ ਸੋਚਣਾ ਚਾਹੀਦਾ, ਬੈਠਣਾ ਚਾਹੀਦਾ। ਤਾਂ ਹੀ ਅਸੀਂ ਮਹਾਨਤਾ ਜਿਹੜੀ ਹੈਗੀ ਹੈ ਸਰਵਉੱਚਤਾ ਉਹਨੂੰ ਬਰਕਰਾਰ ਰੱਖਾਂਗੇ। ਕਿ ਘੱਟੋ ਘੱਟ ਜੇ ਕੋਈ ਗਲਤੀ ਹੁੰਦੀ ਹੈ, ਇੱਕ ਵਾਰੀ ਗਲਤੀ ਹੋ ਗਈ, 2 ਵਾਰੀ ਹੋ ਗਈ, ਵਾਰ-ਵਾਰ ਉਹ ਗਲਤੀ ਰਿਪੀਟ ਨਾ ਹੋਵੇ। ਉਹ ਬਹੁਤ ਸਾਡੇ ਲਈ ਸਤਿਕਾਰਤ ਜਿਹੜੀ ਹੈਗੀ ਹੈ ਸੀਟ ਹੈ। ਅਕਾਲ ਤਖਤ ਸਾਹਿਬ ਦੀ ਸੀਟ ਕੋਈ ਸਧਾਰਨ ਸੀਟ ਨਹੀਂ, ਉਹਦੇ ਚ ਜਿਹੜਾ ਹੈਗਾ ਬੜੇ ਉਹਨਾਂ ਨੇ ਕੀਰਤੀਮਾਨ ਸਥਾਪਿਤ ਕੀਤੇ ਅਕਾਲ ਤਖਤ ਸਾਹਿਬ ਤੋਂ, ਬੜੇ ਫੈਸਲੇ ਹੋਏ ਗਏ ਹੈ। ਲੇਕਿਨ ਜੇ ਉਹਨਾਂ ਦੀ ਜਿਹੜੀ ਸਰਵਉੱਚਤਾ, ਉਹ ਸਰਵਉੱਚਤਾ ਦੇ ਉੱਤੇ ਕਿੰਤੂ ਪ੍ਰੰਤੂ ਹੁੰਦਾ ਤਾਂ ਜ਼ਰੂਰ ਇਹਦੇ ਤੇ ਵਿਚਾਰਨ ਲਈ ਜਿਹੜੇ ਲੋਕ ਅਧਿਕਾਰਤ ਹੈ, ਜਿਹੜੇ ਲੋਕ ਵਿਚਾਰ ਸਕਦੇ ਆ, ਜਿਨ੍ਹਾਂ ਦੇ ਕੋਈ ਅਕਲ ਹੈ, ਉਹਨਾਂ ਨੂੰ ਸੋਚਣਾ ਚਾਹੀਦਾ, ਵਿਚਾਰ ਕਰਨੀ ਚਾਹੀਦੀ। ਜੀ ਬਿਲਕੁਲ ਜੀ। ਆਪਾਂ ਹੁਣ ਕਾਲਾਂ ਲੈਣੇ ਜੀ 1 ਬਾਈ 1। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ। ਸਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ। ਔਰ ਵਨ ਟੱਚ ਕਮਿਊਨੀਕੇਸ਼ਨ ਤੇ ਅੱਜ ਦੀ ਜਿਹੜੀ ਸਪੈਸ਼ਲ ਡੀਲ ਆਈ ਹੈ ਜੀ ਆਪਣੇ ਕੋਲ, ਮੈਂ ਸਰੋਤਿਆਂ ਨੂੰ ਦੱਸਦਾ ਕਿ ਅੱਜ ਆਪਣੇ ਕੋਲ ਸੈਲਫੋਨ ਦੇ ਬਹੁਤ ਹੀ ਸਪੈਸ਼ਲ ਪਲਾਨ ਆ, ਜਿਸ ਵਿੱਚ $35 ਦੇ ਵਿੱਚ 10 GB ਡਾਟਾ ਜਿਹੜਾ ਜੀ ਅਵੇਲੇਬਲ ਹੈ ਸਿਰਫ ਅੱਜ ਦੇ ਦਿਨ ਵਾਸਤੇ। ਤੇ ਨਾਲ ਹੀ ਸਾਡੇ ਕੋਲ $45 ਦੇ ਵਿੱਚ 17 GB ਡਾਟਾ ਅਵੇਲੇਬਲ ਹੈ ਜੀ। ਔਰ ਇਸ ਡੀਲ ਦੇ ਵਿੱਚ ਅਸੀਂ USA ਵੀ ਲੈ ਸਕਦੇ ਹਾਂ, ਭਾਵ ਕਿ 55 ਦੇ ਵਿੱਚ 17 GB ਡਾਟਾ। ਤੇ ਜਾਂ ਫਿਰ ਇੱਕ ਸਾਡੇ ਕੋਲ ਡੀਲ ਹੈ ਜੀ US ਐਂਡ ਕੈਨੇਡਾ, $75 ਦੇ ਵਿੱਚ 30 GB ਡਾਟਾ। ਉਸ ਤੋਂ ਬਾਅਦ ਡਾਟਾ ਜਿਹੜਾ ਬਿਲਕੁਲ ਅਨਲਿਮਿਟਡ ਹੋ ਜਾਊਗਾ ਜੀ। ਤੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਆਪਣੇ ਕੋਲ ਜਿਹੜਾ ਹੋਮ ਫੋਨ ਹੈ ਜੀ, ਘਰ ਵਾਲਾ ਹੈ ਨਾ, ਜਿਹਦੇ ਵਿੱਚ ਆਪਾਂ ਇੰਡੀਆ ਦੇ ਨਾਲ ਨਾਲ ਵਰਲਡ ਵਾਈਡ ਵੀ ਕਾਲ ਕਰ ਸਕਦੇ ਹਾਂ। ਔਰ ਖਾਸੀਅਤ ਇਹ ਹੈ ਕਿ ਜਿੱਥੇ ਆਪਾਂ ਲੈਂਡਲਾਈਨ ਤੇ ਗੱਲ ਕਰਾਂਗੇ, ਉੱਥੇ ਆਪਾਂ ਸੈਲਫੋਨ ਦੇ ਉੱਤੇ ਵੀ ਕਾਲ ਕਰ ਸਕਦੇ ਹਾਂ। ਸੋ ਕਿਸੇ ਵੀ ਸਰੋਤੇ ਨੇ ਡੀਲ ਲੈਣੀ ਹੈ ਜੀ, ਜਾਂ ਫਿਰ ਉਹਨਾਂ ਦੀ ਡੀਲ ਹੁਣ ਜਿਹੜੀ ਆਪਾਂ ਗੱਲ ਕਰੀਏ ਵੀ $20 ਤੋਂ ਮਹਿੰਗੀ ਹੋ ਚੁੱਕੀ, ਤਾਂ ਸਰੋਤੇ ਸਾਡੇ ਨਾਲ ਸੰਪਰਕ ਕਰ ਲੈਣ। ਫੋਨ ਦੀ ਡੱਬੀ ਲੌਂਗ ਡਿਸਟੈਂਸ ਵਾਲੀ ਫ੍ਰੀ ਹੈਗੀ, ਨੰਬਰ ਪੋਰਟਿੰਗ ਫ੍ਰੀ ਹੈਗਾ ਜੀ। ਤੇ ਨਾਲ ਸੈਲਫੋਨ ਦੇ ਉੱਤੇ ਵੀ ਜਿਹੜੀ ਆ ਡਾਊਨਲੋਡ ਕਰਕੇ ਐਪ, ਉੱਥੋਂ ਸਿੱਧੀਆਂ ਗੱਲਾਂ ਬਾਤਾਂ ਕਰ ਸਕਦੇ ਨੇ ਸਰੋਤੇ। ਤੇ ਫਾਈਬਰ ਇੰਟਰਨੈਟ ਕਾਫੀ ਦਿਨਾਂ ਤੋਂ ਆਪਾਂ ਅਨਾਉਂਸਮੈਂਟ ਕਰਦੇ ਆ ਰਹੇ ਹਾਂ ਕਿ ਸਾਡੇ ਕੋਲ ਬਹੁਤ ਹੀ ਸਪੈਸ਼ਲ ਪਲਾਨ ਹੈ। ਸੋ ਘਰ ਦੇ ਵਿੱਚ ਇੰਟਰਨੈਟ ਪ੍ਰੋਪਰ ਕੰਮ ਨਹੀਂ ਕਰਦੀ ਤਾਂ ਸਰੋਤੇ ਸਾਡੇ ਨਾਲ ਸੰਪਰਕ ਕਰ ਲੈਣ। ਵਧੀਆ ਰੇਟ ਆਫਰ ਕੀਤੇ ਜਾ ਰਹੇ ਆ। ਔਰ ਬਿਜ਼ਨਸ ਫੋਨ ਲਾਈਨ ਸਾਰੇ ਕਾਲਿੰਗ ਫੀਚਰ ਨਾਲ $19.95 ਤੇ ਨਾਰਥ ਅਮਰੀਕਾ ਅਨਲਿਮਿਟਡ। ਔਰ ਬਿਜ਼ਨਸ ਐਪ ਅਸੀਂ ਸੈਲਫੋਨਾਂ ਤੇ ਡਾਊਨਲੋਡ ਕਰਕੇ ਦੇਵਾਂਗੇ, ਜਿੱਥੋਂ ਬਿਜ਼ਨਸ ਦੀਆਂ ਕਾਲਾਂ ਸਿੱਧੀਆਂ ਸੈਲਫੋਨ ਤੇ ਸਰੋਤੇ ਰਿਸੀਵ ਕਰ ਸਕਦੇ ਨੇ। ਸੋ ਵਧੇਰੇ ਜਾਣਕਾਰੀ ਵਾਸਤੇ ਨੰਬਰ ਹੈ ਜੀ 905 203 3636 905 203 3636 905 203 3636 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਸਿੰਦਰ ਜੀ ਬਹੁਤ ਧੰਨਵਾਦ ਜੀ। ਇਸ ਦੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਜੀ, ਇਹ ਸਿਰਫ ontario ਦੇ ਵਿੱਚ ਨਹੀਂ, ਤੁਸੀਂ ਕਿਊਬਕ ਦੇ ਵਿੱਚ ਰਹਿੰਦੇ, ਮੌਂਟਰੀਅਲ ਦੇ ਵਿੱਚ ਵੀ ਰਹਿੰਦੇ, ਤਾਂ ਤੁਸੀਂ ਇਹੀ ਪਲਾਨ ਜਿਹੜੇ ਤੁਸੀਂ ਲੈ ਸਕਦੇ ਹੋ। ਸੁਖਦੇਵ ਸਿੰਘ ਥਾਪਰ ਉਹਨਾਂ ਨਾਲ ਕਾਲ ਕਰ ਸਕਦੇ, 905 203 3636। ਧੰਨਵਾਦ, ਬਹੁਤ ਧੰਨਵਾਦ ਜੀ। ਧੰਨਵਾਦ ਜੀ। ਆਪਾਂ ਚੱਲਦੇ ਜੀ ਨੈਕਸਟ ਕਾਲ ਤੇ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਜਗਰਾਜ ਗਿੱਲ USA ਤੋਂ ਜੀ। ਜੀ ਜੀ ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ, ਮੈਂ ਜਦੋਂ ਵੀ ਤੁਹਾਨੂੰ ਫੋਨ ਕਰਨ ਲੱਗਦਾ ਤੇ ਮੇਰੇ ਲੈਂਡਲਾਈਨ ਫੋਨ ਦੀ ਜਿਹੜਾ ਆਲ ਵਰਲਡ ਫ੍ਰੀ ਆ ਅਨਲਿਮਿਟਡ, ਉਹਦੀ ਬੈਟਰੀ 0 ਤੇ ਆ ਜਾਂਦੀ। ਤਾਂ ਫਿਰ ਵੀ ਗੱਲ ਹੋ ਰਹੀ, ਦੇਖੋ ਕਮਾਲ ਦੀ ਗੱਲ, ਪਤਾ ਨਹੀਂ ਕੀ ਗੱਲ ਆ ਜੀ। ਪਤਾ ਨਹੀਂ ਵਿੱਚ ਕੋਈ ਉਮਰਾਂ ਨੰਗਲ ਵਰਗਾ ਬੈਠਾ ਤੇ ਜਾਂ ਪਤਾ ਨਹੀਂ ਮੋਦੀ ਸਾਹਿਬ ਟਰੰਪ ਸਾਹਿਬ ਵਿੱਚ ਪੰਗਾ ਲੈਂਦੇ ਕੋਈ। ਤੇ ਉਮਰਾਂ ਨੰਗਲ ਬਾਰੇ ਦੱਸਣ ਲੱਗਾ, ਮੇਰੇ ਛੋਟੇ ਭਰਾ ਦਾ ਕਲਾਸ ਫੈਲੋ ਸੀ, ਉੱਥੇ ਪੜ੍ਹਦੇ ਸੀ ਪਟਿਆਲੇ ਇਕੱਠੇ, ਤੇ ਉਹ ਇੱਥੇ ਪ੍ਰੋਫੈਸਰ ਲੱਗ ਗਿਆ ਡੀਵ ਕਾਲ ਜਲਾਲਾਬਾਦ। ਇਹ ਇੱਥੇ ਆਣ ਕੇ ਡੀ ਗਿਆ ਸਿੱਧਾ, ਤੇ ਇਹ ਉਹਨੂੰ ਮਿਲਣ ਗਿਆ ਵੀ ਚੱਲ ਪੜ੍ਹਦੇ ਨੇ ਇਕੱਠੇ। ਤੇ ਉਹ ਅਰਦਲੀ ਨੇ ਕਿਹਾ ਬੈਠੋ, ਮੈਂ ਪਤਾ ਲੈਣਾ। ਅੰਦਰੋਂ ਪਤਾ ਕੀਤਾ ਤੇ 15 ਮਿੰਟ ਨਹੀਂ ਅੰਦਰ ਸੱਦਿਆ ਜੀ ਉਹਨੂੰ, ਬੈਠਾ ਰਿਹਾ ਬਾਹਰ। ਤੇ ਉਹ ਕਹਿੰਦਾ ਮੈਂ 5 ਮਿੰਟ ਹੋਰ ਵੇਟ ਕਰੂੰਗਾ, ਮੈਂ ਇੱਥੋਂ ਦਾਣਾ ਹੀ ਲੈਣਾ, ਮੈਂ ਕਿਹੜਾ ਕੋਈ ਬਲੈਕ ਕਰਦਾ। ਤੇ ਉਹਨੇ 5 ਮਿੰਟ ਫਿਰ ਨਹੀਂ ਸੱਦਿਆ, ਲੜਕੇ ਆ ਗਿਆ, ਕਹਿੰਦਾ ਕੋਈ ਨਹੀਂ। ਫਿਰ DAV ਕਾਲਜ ਕੋਈ ਫੰਕਸ਼ਨ ਸੀ, ਉੱਥੇ CBI ਦੇ ਜੋਗਿੰਦਰ ਸਿੰਘ ਚੇਅਰਮੈਨ ਸੀ DAV ਕਾਲਜ ਜਲਾਲਾਬਾਦ ਦੇ। ਤੇ ਉਹਨੇ ਮੇਰੇ ਭਰਾ ਨੇ ਕਹਿੰਦਾ ਵੀ ਇਸ ਬੰਦੇ ਨੂੰ ਕਾਲਜ ਚ ਨਹੀਂ ਵੜਨ ਦੇਣਾ ਆਪਾਂ, ਕਿਸੇ ਵੀ ਫੰਕਸ਼ਨ ਦੇ ਵਿੱਚ ਨਾ ਸਨਮਾਨਿਤ ਕਰਨਾ। ਉਦੋਂ ਬਾਅਦ ਇਹ IG ਬਣ ਕੇ ਆ ਗਿਆ ਬਠਿੰਡੇ, ਤੇ ਮੇਰਾ ਭਰਾ ਇੱਥੇ ਮਾਲਵਾ ਕਾਲਜ ਬਠਿੰਡੇ ਆ ਗਿਆ ਪ੍ਰਿੰਸੀਪਲ 1 ਸਾਲ ਲਈ। ਇਹ ਢਿੱਲੋਂ ਸਾਹਿਬ ਜਾਣਦੇ ਮਾਲਵਾ ਕਾਲਜ ਦੀ ਕਿੰਨੀ ਪਾਵਰ ਆ, ਜਿਹੜੇ ਚੇਅਰਮੈਨ ਉੱਥੋਂ ਦੇ ਜੋ ਵੀ ਇਨਕਮ ਟੈਕਸ ਵਾਲੇ ਅਫਸਰ ਸੀ। ਉੱਥੇ ਵੀ ਇਹਨੂੰ ਸਨਮਾਨਿਤ ਕਰਨ ਦੀ ਕੋਸ਼ਿਸ਼ ਕੀਤੀ ਇੱਕ ਫੰਕਸ਼ਨ, ਉੱਥੇ ਵੀ ਉਹਨੇ ਵਿਰੋਧ ਕੀਤਾ ਵੀ ਇਹ ਬੰਦਾ, ਇਹਨੂੰ ਸਨਮਾਨਿਤ ਮੈਂ ਆਪਦੇ ਇਹਦੇ ਨਾਲ ਫੋਟੋ ਨਹੀਂ ਲਵਾਉਣੀ ਜੇ ਤੁਸੀਂ ਸਨਮਾਨਿਤ ਕਰਨਾ। ਤੇ ਇਸ ਤਰ੍ਹਾਂ ਦੇ ਮਤਲਬ ਪੰਗੇ, ਉਹ ਵੀ ਅੜਬ ਇਹ ਵੀ ਅੜਬ, ਦੋਵੇਂ ਇਕੱਠੇ ਪੜ੍ਹਦੇ ਰਹੇ ਉੱਥੇ। ਤੇ ਕੋਈ ਜਿਹੜਾ ਜਥੇਦਾਰ ਸਾਹਿਬ ਨੇ ਸਨਮਾਨਿਤ ਕੀਤਾ, ਬਹੁਤ ਗਲਤ ਕੀਤਾ। ਇਹ ਕਿਤੇ ਐਂ ਤਾਂ ਨਹੀਂ ਗੁਰਦਾਸ ਮਾਨ ਨੂੰ 1 ਲੱਖ ਰੁਪਇਆ ਭੇਟਾ ਕਰਤਾ ਹੋਵੇ, ਅੰਡਰ ਦੀ ਟੇਬਲ ਤੇ ਸਨਮਾਨਿਤ ਕਰਦੇ ਉਹਨੂੰ। ਹੋ ਸਕਦਾ ਜੀ,
ਸਭ ਕੁਝ ਹੀ ਚੱਲਦਾ। ਧੰਨਵਾਦ ਜੀ ਤੁਹਾਡਾ। ਪੁੱਛ ਲੈਣੇ ਢਿੱਲੋਂ ਸਾਹਿਬ ਕੋਲ ਜੀ। ਹਾਂਜੀ ਢਿੱਲੋਂ ਸਾਹਿਬ। ਦੇਖੋ ਜੀ, ਮੈਂ ਇਹਦੇ ਬਾਰੇ ਤਾਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਨਾ ਤਾਂ ਮੈਂ ਮੌਕੇ ਤੇ ਸੀ, ਬਿਲਕੁਲ ਨਾ ਮੈਂ ਕੁਝ ਸੁਣਿਆ ਜੀ। ਅਸੀਂ ਤਾਂ ਜੋ ਪੜਿਆ ਉਹ ਪੜਨ ਦੇ ਉੱਤੇ ਅਸੀਂ ਉਹੀ ਪੇਸ਼ ਕਰ ਸਕਦੇ ਹਾਂ, ਉਹਦੇ ਉੱਤੇ ਜਿਹੜੀ ਆਪਣੀ ਟਿੱਪਣੀ ਬਣਦੀ ਆ ਉਹ ਕਰ ਸਕਦੇ ਜੀ। ਧੰਨਵਾਦ ਜੀ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ 9200। ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਮੈਂ ਤਾਂ ਇਹੀ ਕਹਿਣਾ ਕਿ ਆਪਣੇ ਕਾਲਰ ਕਿਹਾ ਕਿ ਜੇ ਸੀਗੇ ਵੀ ਇੰਡੀਆ ਦੇ ਵਿੱਚ ਮੌਬ ਲਿੰਚਿੰਗ ਬਾਰੇ ਲਾ ਬਣਨ ਜਾਂ ਕੁਝ ਬਣੇ ਫਿਰ ਠੱਲ ਪੈ ਸਕਦੀ ਆ ਜੀ। ਤੇ ਆਪਾਂ ਤਾਂ ਇਹ ਕਹਿੰਦੇ ਵੀ ਲਾ ਤਾਂ ਆਲਰੇਡੀ ਪਹਿਲੇ ਬਣੇ ਹੋ ਆ ਨਾ। ਜੇ ਤੁਸੀਂ ਆਪਾਂ ਸੰਵਿਧਾਨ ਦੇਖੋ ਤਾਂ ਕਿੰਨੇ ਉੱਚੇ ਚੀਜ਼ਾਂ ਜਿਵੇਂ ਕਿ ਹੱਕ ਮਿਲੇ ਹੋ ਆ, ਘੱਟ ਗਿਣਤੀਆਂ ਨੂੰ, ਵੱਧ ਗਿਣਤੀਆਂ ਨੂੰ, ਕੁਝ ਵੀ ਆ ਹਰੇਕ ਚੀਜ਼ ਦਾ ਉੱਥੇ ਲਾ ਮੌਜੂਦ ਆ। ਪਰ ਗੱਲ ਇਹ ਨਹੀਂ ਬਣਦੀ ਵੀ ਲਾ ਬਣਾ ਦੋ। ਹੁਣ ਤੁਸੀਂ ਦੇਖੋ ਰੇਪ ਦੇ ਖਿਲਾਫ ਲਾ ਬਣੇ ਸੀਗੇ 10 ਸਾਲ ਪਹਿਲਾਂ, ਰੇਪ ਰੁਕ ਗਏ ਆਪਣੇ? ਬਿਲਕੁਲ। ਨਾ ਰੇਪ ਰੁਕ ਸਕੇ ਆ, ਨਾ ਚੋਰੀਆਂ ਠੱਗੀਆਂ, ਨਾ ਮੰਤਰੀਆਂ ਦੇ ਖਿਲਾਫ ਕਿੰਨੇ ਲਾ ਬਣੇ ਸੀਗੇ ਵੀ ਪਾਵਰ ਚਾ ਕੇ ਆਹ ਨਹੀਂ ਕਰ ਸਕਦੇ, ਉਹ ਨਹੀਂ ਕਰ ਸਕਦੇ, ਉਹ ਚੀਜ਼ਾਂ ਨੂੰ ਠੱਲ ਨਹੀਂ ਪੈ ਸਕੀ। ਗੱਲ ਲਾ ਦੀ ਨਹੀਂ, ਗੱਲ ਹੈਗੀ ਨੀਅਤ ਦੀ। ਜੇ ਨੀਅਤ ਤੁਹਾਡੀ ਸਾਫ਼ ਆ, ਤੁਸੀਂ ਰੋਕਣ ਦੇ ਬਾਕੀ ਚਾਹੁੰਦੇ ਆ ਤਾਂ ਹੋਣਾ। ਜੇ ਲਾਅ ਬਣਾਉਂਦੇ ਤਾਂ ਡਰਾਮਾ ਖਾਂਦੀ ਹੋਣੀ ਆ ਵੀ ਚਲੋ ਮੁਸਲਮਾਨ ਨੂੰ ਖੁਸ਼ ਕਰ ਦੋ ਲਾਅ ਬਣਾ ਕੇ। ਦੂਜੀ ਗੱਲ ਭਾਜੀ ਰਹੀ ਜਿਹੜੀ ਗੱਲ ਕਰਦੇ ਨਾ ਆਪਾਂ ਵੀ ਮਾਫੀ ਦੇਤੀ ਉਹਨੂੰ ਆਪਣੇ ਸਿਆਸੀ ਵਾਲੇ ਨੂੰ ਜਾਂ ਜੋ ਵੀ ਕੁਝ ਉੱਥੇ ਸਾਡੇ ਹੋ ਰਿਹਾ ਧਰਮ ਉਧਾਰਿਆਂ ਤੇ। ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਇਹ ਤਾਂ ਕੋਈ ਗੱਲ ਲੁਕੀ ਨਹੀਂ ਹੈਗੀ ਵੀ ਅਸੀਂ ਉੱਥੇ ਗੁਲਾਮ ਆ ਨਾ। ਸਾਡੇ ਹਰੇਕ ਧਰਮਦਾਰਾ ਉੱਥੇ ਕਿਸੇ ਨਾ ਕਿਸੇ ਦੇ ਕਬਜ਼ੇ ਥੱਲੇ ਹੈਗਾ ਆ ਜੋ ਪ੍ਰਭਾਵਿਤ ਕਰਦਾ ਉਹਨਾਂ ਨੂੰ। ਉਹਨਾਂ ਦੇ ਡਿਸੀਜਨ ਹੀ ਚੱਲਦੇ ਆ। ਹੁਣ ਜਦੋਂ ਅੰਗਰੇਜ਼ ਰਾਜ ਕਰਦੇ ਸੀਗੇ ਉਹਨਾਂ ਦੀਆਂ ਦੇਖੋ ਤੁਸੀਂ ਕਿੰਨੀਆਂ ਉਹਨਾਂ ਨੇ ਪਾਲਿਸੀਆਂ ਬਣਾਈਆਂ ਜੋ ਇੰਡੀਆ ਦੇ ਅਗੇਂਸਟ ਸੀਗੀਆਂ, ਪਰ ਸਾਡੇ ਆਪਣੇ ਬੰਦਿਆਂ ਦੇ ਥਰੂ ਹੀ ਬਣਾਈਆਂ ਸੀਗੀਆਂ ਜਿਹੜੇ ਮੂਹਰੇ ਦੇ ਪਾਵਰ 'ਚ ਸੀਗੇ। ਕੰਟਰੋਲ ਅੰਗਰੇਜ਼ ਕਰਦੇ ਸੀਗੇ, ਮੂਹਰੇ ਨੀਤੀਆਂ ਆਪਣੇ ਮਹਾਰਾਜੇ ਜੋ ਵੀ ਉਹਨਾਂ ਟਾਈਮਾਂ ਦੇ ਸੀਗੇ ਉਹ ਲੈ ਕੇ ਆਉਂਦੇ ਸੀਗੇ ਮੂਹਰੇ ਇੰਡੀਆ ਦੇ ਅਗੇਂਸਟ ਜਿਹੜੀਆਂ ਪਾਲਿਸੀਆਂ ਸੀਗੀਆਂ। ਐਵੇਂ ਹੁਣ ਸਾਡੇ ਧਰਮ ਦੇ ਨਾਲ ਹੋ ਰਿਹਾ, ਬੰਦੇ ਸਾਡੇ ਮੂਹਰੇ ਆ ਪਰ ਪਿੱਛੋਂ ਨੀਤੀਆਂ ਪਿੱਛੋਂ ਕੋਈ ਹੋਰ ਬਣਾ ਰਿਹਾ। ਇਹ ਸਭ ਨੀਤੀਆਂ ਉਦੋਂ ਬਦਲੀਆਂ ਜਦੋਂ ਸਾਨੂੰ ਆਜ਼ਾਦੀ ਮਿਲੀ। ਇਹਨਾਂ ਤੱਕ ਆਜ਼ਾਦੀ ਨਹੀਂ ਮਿਲਣੀ ਅਸੀਂ ਆਪਣੇ ਧਰਮਧਾਰਾਂ ਨੂੰ ਅਸੀਂ ਭੰਡ ਨਹੀਂ ਸਕਦੇ। ਅਸੀਂ ਇਹ ਸੋਚ ਕੇ ਚੱਲੋ ਵੀ ਅਸੀਂ ਗੁਲਾਮ ਆ ਤੇ ਸਾਡੇ ਚਲਾ ਸਾਨੂੰ ਕੋਈ ਹੋ ਰਿਹਾ। ਧੰਨਵਾਦ ਜੀ। ਧੰਨਵਾਦ ਜੀ। ਧੰਨਵਾਦ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ 2940। ਸਤਿ ਸ਼੍ਰੀ ਅਕਾਲ ਚੰਦੀ ਸਾਹਿਬ। ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਵੀਰ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬੇਨਤੀ ਹੈ ਜੀ, ਜੇ ਆਪਣਾ ਕਹਿੰਦੇ ਆ ਵੀ ਫਲਾਣਾ ਹਿੰਦੂ ਨੇ ਕਰਤਾ ਤੇ ਇੱਕ ਸੈਂਟਰ ਇੰਡੀਆ 'ਚ 84 ਨਵੰਬਰ 84 'ਚ ਹਿੰਦੂ ਸਿੱਖਾਂ ਨੂੰ ਉਹ ਬਚਾਉਂਦਾ ਉਹ ਆਪ ਸ਼ਹੀਦ ਹੋ ਗਿਆ ਸੀ ਜੀ। ਅੱਜ ਮੈਨੂੰ ਕਿਸੇ ਨੂੰ ਉਹਦਾ ਨਾਂ ਨਹੀਂ ਪਤਾ, ਜਗੀਰਦਾਰ ਸਾਹਿਬ ਸੀ। ਤੇ 26 ਜਨਵਰੀ 85 ਨੂੰ ਆਪਣੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੇ ਉਹਦੀ ਵਿਧਵਾ ਨੂੰ ਸਨਮਾਨਿਤ ਕੀਤਾ ਸੀਗਾ ਜੀ। ਤੇ ਬਾਕੀ ਜਿਹੜੇ ਪੰਜ ਤਖਤ ਤਾਂ ਇੱਕ ਦੂਜੇ ਦਾ ਇਹ ਮੰਨਦੇ ਨਹੀਂ ਕਿ ਦੋ ਤਖਤ ਉਹ 10 ਗ੍ਰੰਥ ਦੇ ਨਾਲ ਪ੍ਰਕਾਸ਼ ਕਰੀ ਤੇ ਕਿਆਸੀਆਂ ਕਰੀ ਜਾਂਦੇ ਆ। ਤੇ ਤਖਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਨਮਾਨਿਤ ਨਹੀਂ ਕੀਤਾ, ਇਹਨੇ ਕੀਤਾ ਹੋਣਾ ਜਿਹੜਾ ਲੰਗੋਵਾਲ ਜਿਹੜਾ ਚੱਚੋ ਸਰੋਪਾ ਲੈ ਕੇ ਆਇਆ ਸੀਗਾ ਜੀ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ। ਬਿਲਕੁਲ ਜੀ, ਸਾਡੇ ਜਿਹੜੇ 3 ਤਖਤ ਆ ਉਹ ਡਿਫਰੈਂਟ ਆ ਤੇ ਜਿਹੜੇ 2 ਤਖਤ ਪੰਜਾਬ ਤੋਂ ਬਾਹਰ ਆ ਉਹਨਾਂ ਦੇ ਆਪੋ ਆਪਣੇ ਜਿਹੜੇ ਸੰਵਿਧਾਨ ਚੱਲਦੇ ਆ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ 46 10। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ। ਭਾਜੀ ਮੈਂ ਜਿੱਦਾਂ ਟਰੱਕ ਚਲਾਉਣਾ ਜੀ ਹਨਾ ਜੀ, USA ਨੂੰ ਹਨਾ ਜੀ। ਤੇ ਭਾਜੀ ਜਿੱਦਾਂ ਹੁਣ ਸਾਡੇ ਲਈ ਵੀ ਆਵਾਜ਼ ਚੱਕੋ ਜੀ, ਸਾਨੂੰ ਕੁਛ ਨਹੀਂ ਬਚ ਰਿਹਾ ਹਨਾ। 15 ਦਿਨਾਂ 'ਚ 2 ਟ੍ਰਿਪ ਲੱਗੇ ਸੀ ਮੇਰੇ ਟੈਕਸਸ ਦੇ ਜੀ। ਟਰੱਕ ਦੀ ਕਿਸ਼ਤ ਕੱਢ ਕੇ, ਡਰਾਈਵਰ ਦੀ ਤਨਖਾਹ ਕੱਢ ਕੇ $700 ਮੈਨੂੰ ਬਚਿਆ ਨਾ ਜੀ। ਕਿਉਂਕਿ ਰੇਟ ਇੰਨਾ ਸਿੱਟੀ ਜਾਂਦੇ ਆ। 2 ਦਿਨ ਹੋ ਗਏ ਮੁੰਡੇ ਨੂੰ ਕੈਲੀਫੋਰਨੀਆ 'ਚ ਬੈਠਿਆਂ ਨੂੰ ਨਾ ਜੀ। ਉਧਰੋਂ ਮੌਂਟਰੀਅਲ ਤੋਂ ਵੀ ਖਾਲੀ ਵਾਪਸ ਆ ਰਹੇ ਟੋਰਾਂਟੋ ਨੂੰ ਹਨਾ। ਹੁਣ ਟੈਕਸੀਆਂ ਵਾਲਿਆਂ ਦਾ ਦੇਖ ਲਓ, ਟਰੱਕਾਂ ਵਾਲਿਆਂ ਦਾ। ਜਿੱਦਾਂ ਹੁਣ ਗੌਰਮੈਂਟ ਬਾਕੀ ਸਾਰਿਆਂ ਨੂੰ ਬੈਨੀਫਿਟ ਦੇ ਰਹੀ ਆ ਜੀ। ਜੇ ਧਨੋਆ ਸਾਹਿਬ ਹੋ ਸਕਿਆ ਤਾਂ ਉਹਨਾਂ ਨੂੰ ਪਲੀਜ਼ ਕਿਉਂ, ਸਾਡੀ ਬੇਨਤੀ ਆ ਜੇ ਈਮੇਲ ਕਰ ਸਕਦੇ ਤਾਂ ਨਾ, ਜੇ ਟਰੱਕਾਂ ਵਾਲਿਆਂ ਨੂੰ ਕੋਈ ਸਹੂਲਤ ਮਿਲ ਸਕਦੀ। ਜੇ ਤੁਸੀਂ ਕੰਮ ਤੇ ਨਹੀਂ ਜਾਂਦੇ ਤਾਂ ਜਿਹੜੇ ਪੈਸੇ ਮਿਲਦੇ $2000 ਤੁਸੀਂ ਵੀ ਲੈ ਸਕਦੇ ਆ, ਪਰ ਜੇ ਤੁਸੀਂ ਕੰਮ ਤੇ ਨਹੀਂ ਜਾਂਦੇ ਤਾਂ ਭਾਜੀ ਉਹ 2000 ਨਾਲ ਅਸੀਂ ਹੁਣ ਟਰੱਕ ਦੀ ਕਿਸ਼ਤ ਤੋਂ ਮੈਂ ਘਰ ਦੇ ਖਰਚੇ ਬਿਲਕੁਲ ਖਰਚੇ ਤਾਂ ਜ਼ਿਆਦੇ ਆ। ਬਿਲਕੁਲ ਸਹੀ ਹੈ। ਵਾਕਿਆ ਸਾਡੀਆਂ ਕੰਪਨੀਆਂ ਨੂੰ ਧਿਆਨ ਦੇਣਾ ਚਾਹੀਦਾ ਜੀ ਇਹੋ ਜਿਹੇ ਸਮੇਂ ਦੇ ਉੱਤੇ। ਜਿਹੜਾ ਸ਼ਾਇਦ ਤੁਸੀਂ ਕਿਸੇ ਮੈਂਬਰ ਪਾਰਲੀਮੈਂਟ ਦੇ ਨਾਲ ਜਾਂ ਰੈਵਨਿਊ ਵਾਲਿਆਂ ਨੂੰ ਖੁਦ ਕਾਲ ਕਰਕੇ ਦੇਖਿਓ ਜੀ। ਭਾਜੀ ਮੈਂ ਆਪਣੇ ਮੁੰਡਾ ਇੱਥੇ ਆਪਣੇ ਸੰਧੂ ਅਮਰਜੋਤ ਤੇ ਉਹਨਾਂ ਦਾ ਨਾਲ ਉਹਨਾਂ ਨਾਲ ਗੱਲਬਾਤ ਕੀਤੀ ਸੀ ਰੇਡੀਓ ਤੇ ਨਾ ਜੀ, ਤੇ ਉਹ ਕੁਛ ਵੀ ਨਹੀਂ ਬੋਲ ਰਿਹਾ ਕੋਈ ਵੀ ਇਹਦੇ ਬਾਰੇ ਜੀ। ਹਾਂ ਬਿਲਕੁਲ ਜੀ, ਜੇ ਸਾਡੇ ਮੈਂਬਰ ਪਾਰਲੀਮੈਂਟ ਸੁਣਦੇ ਹੋਣ ਜੀ ਤੇ ਪ੍ਰੋਗਰਾਮ ਵਾਕਿਆ ਜਿਹੜੇ ਟਰੱਕ ਦੇ ਓਨਰ ਆਪਰੇਟਰ ਆ ਉਹਨਾਂ ਬਾਰੇ ਵੀ ਜ਼ਰੂਰ ਸੋਚਿਆ ਜਾਵੇ, ਕਿਉਂਕਿ ਉਹਨਾਂ ਨੇ ਵੀ ਘਰਾਂ ਦੀਆਂ ਕਿਸ਼ਤਾਂ ਦੇਣੀਆਂ, ਟਰੱਕਾਂ ਦੀਆਂ ਕਿਸ਼ਤਾਂ ਦੇਣੀਆਂ, ਇੰਸ਼ੋਰੈਂਸ ਪੇ ਕਰਨੀਆਂ। ਤਾਂ ਬੜਾ ਵੱਡਾ ਸਵਾਲ ਆ। ਧੰਨਵਾਦ ਵੀਰ ਜੀ। ਹਾਂਜੀ ਹੈ ਭਾਜੀ, 1 ਮਿੰਟ ਲੈਣਾ ਜੀ।
ਜੇ ਤੁਸੀਂ ਹੁਣ ਰੇਡੀਓ ਤੇ ਆਵਾਜ਼ ਚੱਕੋਗੇ ਤਾਂ ਹੀ ਨਾ ਤੱਕ ਆਵਾਜ਼ ਜਾਣੀ ਹੈ ਜੀ। ਉਦਾਂ ਤਾਂ ਸਾਡੀ ਤਾਂ ਇਕੱਲੇ ਦੀ ਕਿਸੇ ਸੁਣਨੀ ਨਹੀਂ ਜੀ, 1-2 ਬੰਦਿਆਂ ਦੀ, ਕਿਉਂਕਿ ਮੇਰੀ 10-12 ਮੁੰਡਿਆਂ ਨਾਲ ਗੱਲਬਾਤ ਹੋਈ ਆ ਜੀ। ਉਹ ਕਹਿੰਦੇ ਤੁਸੀਂ ਭਾਜੀ ਉਹਨਾਂ ਨਾਲ ਗੱਲ ਕਰਕੇ ਦੇਖੋ ਤੇ ਆਵਾਜ਼ ਚੱਕੋ ਨਾ ਜੀ। ਹਾਂ ਬਿਲਕੁਲ ਜੀ, ਆਪਾਂ ਕੱਲ ਵਾਲੇ ਸਵੇਰੇ ਪ੍ਰੋਗਰਾਮ ਦੇ ਵਿੱਚ ਸਵੇਰੇ ਵੀ ਇਸ ਵਿਸ਼ੇ ਤੇ ਗੱਲ ਆਪਾਂ ਸਟਾਰਟਿੰਗ ਦੇ ਵਿੱਚ ਵੀ ਕਰਾਂਗੇ। ਜਿਹੜੇ ਟਰੱਕਰ ਵੀਰ ਆ ਸਾਡੇ ਇਸ ਔਖੇ ਵੇਲੇ ਦੇ ਵਿੱਚ ਜਿਹੜੀ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਉਹ ਸਰਵਿਸ ਦੇ ਰਿਹਾ, ਸਾਰੀਆਂ ਟਰੱਕ ਚਲਾ ਰਹੇ ਆ, ਸਾਰੇ ਲੋਕ ਘਰਾਂ ਦੇ ਵਿੱਚ ਬੈਠੇ ਆ। ਸਰਕਾਰ ਨੂੰ ਇਹਨਾਂ ਵੱਲੇ ਵੀ ਜ਼ਰੂਰ ਸੋਚਣਾ ਚਾਹੀਦਾ। ਸਾਡੇ ਜੇ ਮੈਂਬਰ ਪਾਰਲੀਮੈਂਟ ਆ ਉਹ ਸੁਣਦੇ ਹੋਣ ਤੇ ਜ਼ਰੂਰ ਕਾਲ ਕਰਨ। ਧੰਨਵਾਦ ਜੀ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ 11:33। ਹਾਂਜੀ ਭੈਣ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਤੇ ਇਹੀ ਦੇਖਦੀ ਹਾਂ ਕਿ ਜਿਹੜਾ ਆਪਣੀਆਂ CDC ਦੀ ਰਿਪੋਰਟ ਆਉਂਦੀ ਆ ਉਹ ਇਹੀ ਮਤਲਬ ਦੇਖਦੇ ਹਾਂ ਕਿ ਉਹਦੇ ਅੱਜ ਤੋਂ 1-2 ਸਾਲ ਪਹਿਲਾਂ ਕਿੰਨੀਆਂ ਡੈਥਾਂ ਉਹਨਾਂ ਟਾਈਮ ਤੇ ਹੋਈਆਂ ਸੀ ਔਰ ਕਿਹੜੀ ਏਜਾਂ 'ਚ ਹੋਈਆਂ ਸੀ। ਦੂਸਰੀ ਇਹ ਆ ਕਿ ਜੇ ਹੁਣ ਜਿਵੇਂ ਸਾਡੇ ਇਹ ਚੈਕਿੰਗ ਹੁਣ ਹੋ ਰਹੀ ਆ, ਜੇ ਇਹ ਚੈਕਿੰਗ ਅਗਰ ਜਿਹੜੇ 2000 ਚ ਨਿਕਲੇ ਸੀ, ਜਿਹੜੇ ਕਿ ਕਹਿੰਦੇ ਐਂਡਿੰਗ ਹੋਈ ਆ 2004 ਚ SARS ਦੀ, ਉਹਨਾਂ ਦੇ ਵੀ ਇਫੈਕਟ ਸੇਮ ਹੀ ਨੇ ਤੇ ਇਹਦੇ ਵੀ ਇਫੈਕਟ ਸੇਮ ਹੀ ਨੇ। ਫਿਰ ਸਾਡੇ ਉਸ ਟਾਈਮ ਤੇ ਲੀਡਰਾਂ ਨੇ ਚੈਕਿੰਗ ਕਿਉਂ ਨਹੀਂ ਕਰੀ? ਅਸੀਂ ਜਿਹੜਾ ਹੁਣ ਇੱਕ ਇਸ ਟਾਈਮ ਤੇ ਕਰੰਟ ਲੀਡਰ ਤੇ ਹੀ ਬਲੇਮ ਕਰੀ ਜਾਂਦੇ ਆ, ਤਾਂ ਸਾਨੂੰ ਉਹਨਾਂ ਤੇ ਵੀ ਬਲੇਮ ਉਹ ਇਕੁਅਲੀ ਬਣਦਾ ਆ ਕਿ ਉਦੋਂ ਤੇ ਨਹੀਂ ਹੋਈ। ਫਿਰ CDC ਦੇ ਜਿਹੜੇ ਆਪਣੇ ਨਹੀਂ ਭੈਣ ਜੀ, ਮੈਂ ਤੁਹਾਡੇ ਨਾਲ ਕੁਛ ਹੱਦ ਤੱਕ ਸਹਿਮਤ ਹਾਂ, ਸਾਰੇ ਨਾਲ ਨਹੀਂ, ਕਿਉਂਕਿ ਟਰੰਪ ਹੋਣੀ ਕਿਸੇ ਗੱਲ ਤੇ ਖੜਦੇ ਹੀ ਨਹੀਂ। ਉਹ ਸਾਈਕਲ ਦਾ ਵੀ ਸਟੈਂਡ ਹੁੰਦਾ, ਉਹਨਾਂ ਦਾ ਸਟੈਂਡ ਹੀ ਹੈ ਨਹੀਂ। ਮਿੰਟ ਬਾਅਦ ਇੱਕ ਦਿਨ 'ਚ 15 ਵਾਰੀ ਤੋਂ ਬਿਆਨ ਬਦਲ ਦਿੰਦੇ ਆ। ਉਹ ਆਪਣੀ ਗੱਲ ਕਹੀ ਨੂੰ ਦੁਬਾਰਾ ਬਦਲ ਦਿੰਦੇ। ਫਿਰ ਉਹ ਤੇ ਗੱਲ ਠੀਕ ਆ, ਪਰ ਸਾਡੇ ਲੀਡਰਾਂ ਦਾ ਜਦੋਂ ਤੁਹਾਡੇ ਲੀਡਰ ਵਰਡ ਦੇ ਆ ਚਾਹੇ ਕਿਸੇ ਦੇ ਵੀ ਆ, ਇਹ ਬਲੇਮ ਕੋਈ ਬਹੁਤਾ ਲੀਡਰ ਲੈਂਦਾ ਹੀ ਨਹੀਂ। ਭੈਣ ਜੀ, ਇੱਕ ਏਡੇ ਵੱਡੇ ਸੁਪਰ ਪਾਵਰ ਦਾ ਰਾਸ਼ਟਰਪਤੀ ਹੋਣਾ ਤੇ ਉਹ ਡਾਕਟਰ ਨਾਲ ਖੜਾ ਬਿਆਨ ਕੁਛ ਦੇ ਰਿਹਾ, ਉਹ ਕੁਛ ਦੇ ਰਿਹਾ, ਫਿਰ ਉਹ ਡਾਕਟਰ ਦੇ ਨਾਲ ਮੈਂ ਤਾਂ ਸਹਿਮਤ ਹੀ ਨਹੀਂ। ਜਿਹਨੂੰ ਪੁੱਛਦੇ ਉਹ ਕਹਿੰਦਾ ਮੈਂ ਕਿਹੜਾ ਡਾਕਟਰ ਆ, ਤੇ ਡਾਕਟਰ ਕਹਿ ਰਿਹਾ ਤਾਂ ਉਹ ਗੱਲ ਮੰਨਦਾ ਨਹੀਂ। ਉਹ ਇੱਕ ਮਿੰਟ ਬਾਅਦ ਜਿਹੜੇ ਬਿਆਨ ਬਦਲਨੇ, ਇਹ ਸ਼ੋਭਾ ਨਹੀਂ ਦਿੰਦੇ ਏਡੇ ਵੱਡੇ ਦੇਸ਼ ਦੇ ਰਾਸ਼ਟਰਪਤੀ ਨੂੰ। ਚਲੋ ਦੇਖ ਲਓ, ਬਾਕੀ ਮੇਰੇ ਵਿਚਾਰ ਨੇ, ਬਾਕੀ ਹੋਰ ਤੁਸੀਂ ਆਪਣੇ ਵਿਚਾਰ ਦੱਸੋ। ਧੰਨਵਾਦ। ਹਾਂਜੀ, ਥੈਂਕ ਯੂ ਜੀ। ਓਕੇ। ਹਾਂਜੀ, ਸਵਾਗਤ ਹੈ ਵੀਰ ਜੀ। 2160। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੇਖੋ ਜੀ, ਜਿਹੜੀ ਆਪਣੇ ਸਰੋਪੇ ਦੀ ਗੱਲਬਾਤ ਆ ਉਹ ਬਹੁਤ ਮਾੜੀ ਗੱਲ ਆ ਭਾਜੀ, ਉਹਨੂੰ ਦੇਣਾ ਨਹੀਂ ਚਾਹੀਦਾ ਜੀ, ਹੈ ਨਾ ਜੀ। ਇਹ ਉਹਨਾਂ ਚਿਰ ਭਾਜੀ ਹੱਲ ਨਹੀਂ ਹੋਣਾ ਜਿੰਨਾ ਚਿਰ ਬਾਦਲ ਬੈਠੇ ਨੇ ਜੀ। ਜਦੋਂ ਕਿਤੇ ਬਾਦਲ ਚਲੇ ਗਏ ਉਦੋਂ ਬਾਅਦ ਹੌਲੀ ਆਪਣੇ ਹੱਲ ਹੋਊਗਾ ਜੀ। ਤੇ ਨਾ ਕੋਈ ਜੋ ਚੰਗਾ ਕੋਈ ਸਿੱਖ ਜਿਹੜੀ ਪੂਰੀ ਰਹਿਤ ਮਰਿਆਦਾ ਨਾਲ ਹੋਵੇ ਜੀ, ਉਹ ਉੱਥੇ ਬੈਠਾ ਹੋਵੇ, ਉਹ ਕੰਮ ਸਹੀ ਕਰ ਸਕਦਾ ਜੀ। ਆਮ ਤਾਂ ਇਹ ਜਿਹੜੀ ਕੁਛ ਤਾਂ ਜਿਹੜੀ 25% ਦਾ BJP ਦੇ ਬੰਦੇ ਬੈਠੇ ਨੇ ਉੱਥੇ ਨੇ, RSS ਦੇ ਜੀ, ਤੇ ਕੁਛ ਦੇ ਬਾਦਲ ਦੇ ਬੰਦੇ ਬੈਠੇ ਨੇ, ਤੇ ਉੱਥੇ ਕੋਈ ਹੱਲ ਹੋ ਨਹੀਂ ਸਕਦਾ ਜੀ ਉਹ ਬੰਦੇ ਨਾ। ਬਿਲਕੁਲ। ਦੂਸਰੀ ਗੱਲ ਤਾਂ ਭਾਜੀ ਦੇਖੋ, ਟਰੰਪ ਤੇ ਮੋਦੀ ਦੀ ਸੇਮ ਗੱਲ ਹੀ ਆ ਭਾਜੀ। ਉਹਨਾਂ ਝੂਠੀ ਆਪਣਾ ਮੋਦੀ ਬੋਲਦਾ, ਉਹਨਾਂ ਹੀ ਉਹ ਆਪਣੇ ਟਰੰਪ ਬੋਲਦਾ। ਨਾ ਤਾਂ ਮੋਦੀ ਦੇ ਕੋਈ ਯਕੀਨ ਕਰਨਾ ਚਾਹੀਦਾ, ਨਾ ਹੀ ਆਪਣੇ ਟਰੰਪ ਤੇ ਬੜਾ ਯਕੀਨ ਕਰਨਾ ਚਾਹੀਦਾ ਜੀ। ਤੇ ਸੇਮ ਕੈਟਾਗਰੀ ਦੇ ਨੇ ਜੀ। ਧੰਨਵਾਦ ਵੀਰ ਜੀ। ਓਕੇ ਜੀ, ਧੰਨਵਾਦ ਜੀ। ਮੈਂ ਨਾਲ ਹੀ ਜਾਣਕਾਰੀ ਦੇਣੀ ਚਾਹੁੰਦਾ ਜੀ, ਜੇ ਤੁਸੀਂ ਗਰੋਸਰੀ ਲੈਣੀ ਚਾਹੁੰਦੇ, ਸਾਫ਼ ਸੁਥਰੀ ਗਰੋਸਰੀ ਕਰਨ ਲਈ ਏਸ਼ੀਅਨ ਫੂਡ ਦੇ ਨੇੜਲੇ ਸਟੋਰ ਤੇ ਜਾ ਸਕਦੇ ਹੋ। ਜਾਣਕਾਰੀ ਵਾਸਤੇ 416 543 7107 ਤੇ ਨਾਲ ਹੀ ਜੇ ਤੁਸੀਂ ਟਰੱਕ ਦਾ ਲਾਇਸੈਂਸ ਲੈਣਾ ਜੀ, ਬੈਸਟ ਕੈਨੇਡੀਅਨ ਟਰੱਕ ਡਰਾਈਵਿੰਗ ਸਕੂਲ ਆ 416 670 3173। ਕਿੰਗ ਟੋਇੰਗ ਨਾਰਥ ਅਮਰੀਕਾ ਦੇ ਵਿੱਚ ਕਿਤੇ ਵੀ ਟੋ ਕਰਾਉਣਾ ਜੀ, ਸੁੱਖੇ ਢੇਸੀ ਨੂੰ ਕਾਲ ਕਰ ਸਕਦੇ ਹੋ 416 670 2222। ਸਟੀਲ ਦਾ ਕੋਈ ਕੰਮ ਕਰਾਉਣਾ, ਕੋਈ ਗਰਾਜ ਬਣਾਉਣੀ, ਫੈਕਟਰੀ ਬਣਾਉਣੀ ਹੈ ਜੀ, ਅਕਾਲ ਸਟੀਲ 416 816 93 33। STE ਟਰਾਂਸਮਿਸ਼ਨ ਮੌਂਟਰੀਅਲ ਦੇ ਵਿੱਚ ਆ। ਤੁਸੀਂ ਮੌਂਟਰੀਅਲ ਗਏ ਹੋ, ਤੁਹਾਡੇ ਟਰੱਕ ਦਾ ਟਰਾਂਸਮਿਸ਼ਨ, ਡਿਫਰੈਂਸ਼ੀਅਲ, ਕਲਚ, ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆਈ, ਨਾਰਥ ਅਮਰੀਕਾ ਦੀ ਸਭ ਤੋਂ ਵੱਡੀ ਗਰਾਜ ਆ ਜੀ। 514 343 3778। PTN 24 ਦਾ ਹਵਾਲਾ ਦਿਓਗੇ। ਜੋਬ ਅਨੁਸਾਰ $250 ਤੋਂ ਲੈ ਕੇ $500 ਤੱਕ ਡਿਸਕਾਊਂਟ ਦਿੱਤਾ ਜਾਊਗਾ। ਪ੍ਰੋਜੋਨ ਆਟੋ ਕਲੀਜ਼ਨ, ਤੁਹਾਡੀ ਕਾਰ ਦਾ ਐਕਸੀਡੈਂਟ ਹੋ ਗਿਆ, ਹਰੇਕ ਇੰਸ਼ੋਰੈਂਸ ਕੰਪਨੀ ਨਾਲ ਕਲੇਮ ਕਰਦੇ ਆ ਜੀ। 416 857 5700 ਤੇ ਨਾਲ ਹੀ ਡਾਇਮੰਡ ਟਰੱਕ ਐਂਡ ਰਿਪੇਅਰ ਲਵਾਲ ਦੇ ਵਿੱਚ ਹੈ ਜੀ। ਤੁਸੀਂ ਜਸਵੀਰ ਸਿੰਘ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਰਿਪੇਅਰ ਕਰਾਉਣ ਲਈ। 450 934 2957 ਤੇ ਨਾਲ ਹੀ ਤੁਸੀਂ ਜੇ ਕੋਈ ਮੌਰਗੇਜ ਕਰਾਉਣਾ ਚਾਹੁੰਦੇ ਫਸਟ ਜਾਂ ਸੈਕੰਡ, ਕਿਰਨ ਕੌਰ ਪੱਡਾ 416 710 20 416 710 2020 ਤੇ। ਢਿੱਲੋਂ ਸਾਹਿਬ, ਸੁਲਤਾਨਪੁਰ ਲੋਧੀ ਵਿਖੇ ਗਰੀਬਾਂ ਨੂੰ ਦਿੱਤੀ ਜਾਣ ਵਾਲੀ ਕਣਕ 'ਚ ਮਿਲਾਵਟ ਕਰਨ ਦਾ ਸਕੈਂਡਲ ਹੋਇਆ ਬੇਨਕਾਬ।
ਬਿਲਕੁਲ ਜੀ, ਬਹੁਤ ਹੀ ਖਤਰਨਾਕ ਗੱਲ ਹੈ। ਜਿੰਨੀ ਵੀ ਇਹਦੀ ਨਿੰਦਾ ਕੀਤੀ ਜਾਵੇ ਉਨੀ ਥੋੜੀ ਹੈ ਜੀ। ਅਸਲ ਦੇ ਵਿੱਚ ਹੋਇਆ ਕੀ ਸੀ? ਹੋਇਆ ਇਹ ਸੀ ਕਿ ਸੁਲਤਾਨਪੁਰ ਲੋਧੀ ਦੇ ਵਿੱਚ ਇੱਕ ਵਿਅਕਤੀ ਹੈ ਜਿਹੜਾ ਡਿਪੂ ਹੋਲਡਰ, ਨਾਂ ਉਹਦਾ ਹਰਪਾਲ ਸਿੰਘ ਪਾਲੀ ਜੀ। ਹਰਪਾਲ ਸਿੰਘ ਪਾਲੀ ਨੇ ਆਪਣੀ ਜ਼ਮੀਨ ਦੇ ਵਿੱਚ ਹੀ ਬਣਾਇਆ ਹੋਇਆ ਡੰਪ, ਜਿਹਨੂੰ ਆਪਾਂ ਗੋਦਾਮ ਕਹਿ ਦਿੰਦੇ ਹਾਂ। ਉਸ ਗੋਦਾਮ ਦੇ ਵਿੱਚ 550 ਕੁਇੰਟਲ ਕਣਕ ਹੈ ਜਿਹੜੀ ਉਹ ਰੱਖੀ ਹੋਈ ਸੀ ਜੀ। ਇਹ ਕਣਕ ਉਹ ਹੈ ਜਿਹੜੀ ਕਣਕ ਲੋਕਾਂ ਨੂੰ ਸਸਤੇ ਰੇਟ ਤੇ ਦਿੱਤੀ ਜਾਂਦੀ ਹੈ। ਬਹੁਤ ਸੁੰਦਰ, ਸ਼ਾਨਦਾਰ, ਵਧੀਆ, ਸਾਫ਼ ਸੁਥਰੀ ਕਣਕ ਸੀ ਜੀ। ਹੁਣ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਕਰੋਨਾ ਦੀ ਸਮੱਸਿਆ ਦੀ ਵਜ੍ਹਾ ਕਾਰਨ ਜਾਂ ਕਰੋਨਾ ਦੀ ਆਫਤ ਦੀ ਵਜ੍ਹਾ ਕਾਰਨ ਕਰਫਿਊ ਲੱਗਿਆ ਹੋਇਆ ਪੰਜਾਬ ਦੇ ਵਿੱਚ ਜੀ। ਲੋਕਾਂ ਨੂੰ ਅਨਾਜ ਕਿਹੋ ਜਿਹਾ ਮਿਲਦਾ ਉਹ ਬਹੁਤੀ ਗੱਲ ਬਾਹਰ ਆਉਂਦੀ ਹੈ ਜੀ। ਕਿਉਂਕਿ ਜਦੋਂ ਕਰਫਿਊ ਲੱਗ ਜੇ ਜਾਂ ਜਦੋਂ ਅਸੀਂ ਕਹਿ ਸਕਦੇ ਹਾਂ ਬੁਨਿਆਦੀ ਅਧਿਕਾਰ ਲੋਕਾਂ ਦੇ ਮੁਅੱਤਲ ਹੋ ਜਾਣ, ਉਦੋਂ ਮੀਡੀਆ ਦੀ ਭੂਮਿਕਾ ਵੀ ਘਟ ਜਾਂਦੀ ਹੈ। ਮੀਡੀਆ ਇਸ ਗੱਲ ਨੂੰ ਉਛਾਲ ਨਹੀਂ ਸਕਦਾ ਜਿਹਦੇ ਘਰੇ ਸੜਿਆ ਗੰਦਾ ਜੋ ਮਾਲ ਸਿੱਟਾ ਅਗਲੇ ਚਲੋ ਧੰਪਾ ਕਹਿ ਕੇ ਰੱਖ ਲੈਂਦੇ ਆ, ਕੁਛ ਲੋਕ ਰੌਲਾ ਪਾਉਂਦੇ ਆ, ਪਰ ਉਹਨੂੰ ਕੋਈ ਬਹੁਤਾ ਜਾਣਦਾ ਨਹੀਂ ਜੀ। ਇਹਨੇ ਪਾਲੀ ਨੇ ਕੀ ਕੀਤਾ? ਪਾਲੀ ਨੇ ਕੁਝ ਜਿਹੜੇ ਪਨਗ੍ਰੇਨ ਦੇ ਇੰਸਪੈਕਟਰ ਸੀ ਉਹਨਾਂ ਨਾਲ ਮਿਲ ਕੇ, 2 ਪਨਗ੍ਰੇਨ ਦੇ ਇੰਸਪੈਕਟਰ, ਇੱਕ ਦਾ ਨਾਂ ਹੈਗਾ ਜੀ ਵਿਵੇਕ ਸ਼ਰਮਾ ਤੇ ਦੂਜੇ ਦਾ ਨਾਂ ਹੈਗਾ ਲਲਿਤ ਜੀ। ਇੱਕ ਜਿਹੜਾ ਕਪੂਰਥਲੇ ਦਾ DFSO ਹੈ, ਡਿਸਟ੍ਰਿਕਟ ਫੂਡ ਸਪਲਾਈ ਆਫੀਸਰ ਜੀ, ਨਾਂ ਉਹਦਾ ਹੈਗਾ ਜੀ ਅਮਨਜੀਤ ਸਿੰਘ। ਨਾਂ ਬੜਾ ਸੋਹਣਾ ਹੈ, ਅਮਨਜੀਤ ਜੀ, ਪਰ ਕਰਤੂਤਾਂ ਦੇਖੋ ਕਿਹੋ ਜਿਹੀਆਂ। 3 ਇਹ ਹੋ ਗਏ, ਇੱਕ ਡਿਪੂ ਹੋਲਡਰ ਹੋ ਗਿਆ। 4 ਨੇ ਉਸ ਕਣਕ ਦੇ ਵਿੱਚੋਂ ਚੰਗੀ ਕਣਕ ਕੱਢਣੀ ਸ਼ੁਰੂ ਕਰਤੀ ਤੇ ਜਿਹੜੀ ਸੜੀ ਹੋਈ ਕਣਕ ਜੀ ਪਤਾ ਨਹੀਂ ਕਿੰਨੇ ਸਾਲਾਂ ਤੋਂ ਪਈ ਸੀ ਗੋਦਾਮਾਂ ਦੇ ਵਿੱਚ, ਉਹ ਕਣਕ ਲਿਆ ਕੇ ਮਿਲਾਉਣੀ ਸ਼ੁਰੂ ਕਰਤੀ ਜੀ। ਕਿਸੇ ਤਰੀਕੇ ਇਸ ਗੱਲ ਦੀ ਇਨਫੋਰਮੇਸ਼ਨ ਸੁਲਤਾਨਪੁਰ ਲੋਧੀ ਥਾਣੇ 'ਚ ਪਹੁੰਚ ਗਈ ਜੀ। ਭਲਾ ਹੋਵੇ ਉਸ ਇੰਸਪੈਕਟਰ ਦਾ, SHO ਜੋ ਵੀ ਲੱਗਿਆ ਉੱਥੇ, ਉਹਨੇ ਜਾ ਕੇ ਰੇਡ ਕਰ ਲਈ ਤੇ ਰੇਡ ਕਰਕੇ ਜੀ ਗੱਲ ਸਾਹਮਣੇ ਆ ਗਈ ਕਿ ਸਪਸ਼ਟ ਹੈ ਸਾਰਾ ਕੁਛ ਜੀ। ਹੁਣ ਸੀਲ ਕੀਤਾ ਹੋਇਆ ਜੀ ਸਾਰਾ ਕੁਛ। ਸੀਲ ਕਰਨ ਤੋਂ ਬਾਅਦ ਉਹਨਾਂ ਨੇ ਪੜਤਾਲ ਕਰਨੀ ਹੈ ਕਿ ਕਿੰਨੇ ਵੱਡੇ ਪੱਧਰ ਦੇ ਉੱਤੇ ਗੜਬੜ ਕੀਤੀ ਗਈ ਹੈ। ਲੇਕਿਨ ਮੁਕੱਦਮਾ ਦਰਜ ਕਰ ਲਿਆ 3 ਅਫਸਰ ਤੇ 1 ਡਿਪੂ ਹੋਲਡਰ ਜੀ। 420, 408, 409, 120 ਜੀ। ਇਹ ਤਾਂ ਹੈਗੀ ਹੈ ਜੀ IPC ਦੀਆਂ ਧਾਰਾਵਾਂ, ਇੰਡੀਅਨ ਪੀਨਲ ਕੋਡ ਜਿਹਨੂੰ ਆਪਾਂ ਕਹਿ ਦਿੰਦੇ ਜੀ। ਨਾਲ ਹੀ ਜਿਹੜਾ ਹੈਗਾ ਜੀ ਇਹਨਾਂ ਨੇ ਜਿਹੜੀ ਹੈ ਆਫਟ ਮੈਨੇਜਮੈਂਟ ਐਕਟ 2005 ਜੀ, ਉਹਦੀ ਧਾਰਾ 7 ਦੇ ਤਹਿਤ ਇਹਨਾਂ ਨੇ ਪਰਚਾ ਜਿਹੜਾ ਕੇਸ ਰਜਿਸਟਰ ਕੀਤਾ ਹੋਇਆ ਹੈ ਜੀ। ਔਰ ਇਹ ਸੁਲਤਾਨਪੁਰ ਲੋਧੀ ਦੇ ਥਾਣੇ 'ਚ ਕੀਤਾ ਹੋਇਆ। ਹੁਣ ਚੰਗੀ ਸਾਹਿਬ ਵੱਡੀ ਗੱਲ ਇਹ ਹੈ ਕਿ ਸੁਲਤਾਨਪੁਰ ਲੋਧੀ ਕੋਈ ਛੋਟਾ ਮੋਟਾ ਸਥਾਨ ਨਹੀਂ ਜੀ। ਸੁਲਤਾਨਪੁਰ ਲੋਧੀ ਗੁਰੂ ਸਾਹਿਬ ਦੇ ਬਾਬੇ ਨਾਨਕ ਦੇ ਨਾਂ ਨਾਲ ਜੁੜ ਗਏ। ਬਾਬਾ ਨਾਨਕ ਦੇ ਉੱਥੇ ਵੀ ਆ ਕੇ ਮਤਲਬ ਜਿਹੜਾ ਹੈਗਾ ਉਹਨਾਂ ਨੇ ਕੁਛ ਸਮਾਂ ਲਾਇਆ ਸੀ, ਬਿਤਾਇਆ ਸੀ ਉੱਥੇ। ਕਿੱਡਾ ਵੱਡਾ ਸੀ ਉੱਥੇ ਫੰਕਸ਼ਨ ਬਣਾ ਕੇ ਹਟਿਆ, 550 ਸਾਲਾ ਮਨਾਇਆ ਗਿਆ। ਇਹਦਾ ਮਤਲਬ ਹੈ ਕਿ ਬਾਬੇ ਦੀਆਂ ਸਿੱਖਿਆਵਾਂ ਦੇ ਉੱਤੇ ਤਾਂ ਸਾਡਾ ਕੋਈ ਵੀ ਜਿਹੜਾ ਅਮਲ ਕਰਨ ਦਾ ਆਈਡੀਆ ਕੋਈ ਨਹੀਂਗਾ। ਅਸੀਂ ਸੋਚਦੇ ਨਹੀਂ ਵੀ ਕਿ ਉਹਦੇ ਤੇ ਅਮਲ ਕਰੀਏ। ਅਜੇ ਕੱਲ ਤੁਸੀਂ ਉੱਥੇ 550 ਸਾਲਾ ਮਨਾ ਕੇ ਆਏ ਹੋ। ਅੱਜ ਜਦੋਂ ਮਨੁੱਖਤਾ ਦੇ ਉੱਤੇ ਐਡੀ ਵੱਡੀ ਆਫਤ ਪਈ ਹੋਈ ਹੈ, ਉਦੋਂ ਤੁਸੀਂ ਇਹਦੇ ਵਿੱਚ ਮਿਲਾਵਟ ਕਰਦੇ ਹੋ। ਜੇ ਕਿਤੇ ਇਹ ਮਿਲਾਵਟ ਚੀਨ ਵਰਗੇ ਦੇਸ਼ ਦੇ ਵਿੱਚ ਹੋਈ ਹੁੰਦੀ ਤੇ ਮੇਰਾ ਕਹਿਣਾ ਵੀ ਹਫ਼ਤੇ ਦੇ ਵਿੱਚ ਇਹਨਾਂ ਦੀ ਸਮਰੀ ਟ੍ਰਾਇਲ ਕਰਕੇ ਇਹਨਾਂ ਸਾਰਿਆਂ ਨੂੰ ਫਾਹੇ ਟੰਗ ਦੇਣਾ ਸੀ। ਬਿਲਕੁਲ ਚਾਹੀਦਾ। ਇੱਕ ਆਪਣੇ ਕਾਲਰ ਸਾਹਿਬ ਨੇ ਦੱਸਿਆ ਸੀ ਕਿ ਮੰਗ ਕੀਤੀ ਸੀਗੀ ਕਿ ਮੁਲਕ ਦੇ ਵਿੱਚ ਕਾਨੂੰਨ ਤਕੜੇ ਚਾਹੀਦੇ। ਕਾਨੂੰਨਾਂ ਦੀ ਤਾਂ ਕੋਈ ਕਮੀ ਨਹੀਂ, ਕਾਨੂੰਨ ਤਾਂ ਬਥੇਰੇ ਆ। ਆਫਤ ਵਾਲਾ ਐਕਟ ਹੈ ਜਿਹੜਾ ਆਪਣੇ ਆਪ ਦੇ ਵਿੱਚ ਬਹੁਤ ਮਜ਼ਬੂਤ ਐਕਟ ਹੈ, ਪਰ ਵੱਡੀ ਗੱਲ ਇਹ ਹੈ ਕਿ ਜਿਨ੍ਹਾਂ ਨੇ ਸਜ਼ਾਵਾਂ ਦੇਣੀਆਂ ਉਹਨਾਂ ਦੀ ਨੀਤੀ ਤੇ ਨੀਤ ਦੋਨਾਂ 'ਚ ਖੋਟ ਹੈ। ਉਹ ਕਰਦੇ ਨੇ। ਹੁਣ ਜੇ ਇੱਕ ਥਾਣੇਦਾਰ ਨੇ ਕੇਸ ਰਜਿਸਟਰ ਕਰਤਾ, ਕੇਸ ਰਜਿਸਟਰ ਕਰਾਉਣ ਤੋਂ ਬਾਅਦ ਜਿਨ੍ਹਾਂ ਬੰਦਿਆਂ ਨੇ ਇੰਨੇ ਠੱਗੀਆਂ ਮਾਰੀਆਂ, ਜਿਨ੍ਹਾਂ ਨੇ ਇੰਨਾ ਪੈਸਾ ਕਮਾਇਆ, ਉਹ ਲਮਕਾਉਣਗੇ ਕਿਵੇਂ? ਅਦਾਲਤੀ ਚੱਕਰ ਸਾਡਾ ਕਿੰਨਾ ਪੀੜਾ ਹੈ, ਕਿੰਨੀ ਸਾਡੀ ਪ੍ਰਣਾਲੀ ਜਿਹੜੀ ਹੈ ਘੁੰਮਣ ਘੇਰੀ ਵਾਲੀ ਹੈ। ਵੱਡੇ ਵੱਡੇ ਵਕੀਲ ਇਹਨਾਂ ਦੀ ਮਦਦ ਤੇ ਆ ਜਾਣਗੇ ਤੇ ਸੁਸਾਇਟੀ ਨੂੰ ਵੀ ਚਾਹੀਦਾ ਹੈ। ਅਸਲ ਵੱਡੀ ਗੱਲ ਹੈ ਕਿ ਜਿੰਨੀ ਦੇਰ ਸੁਸਾਇਟੀ ਦੇ ਵਿੱਚ ਜਾਗਰੂਕਤਾ ਨਹੀਂ ਆਉਂਦੀ ਉਨੀ ਦੇਰ ਤੱਕ ਇਹ ਲੋਕ ਕਾਬੂ ਨਹੀਂ ਆ ਸਕਦੇ। ਸੁਸਾਇਟੀ ਨੂੰ ਵੀ ਚਾਹੀਦਾ, ਵਕੀਲਾਂ ਨੂੰ ਵੀ ਚਾਹੀਦਾ ਕਿ ਇਹੋ ਜਿਹੇ ਲੋਕਾਂ ਦੀ ਵਕਾਲਤ ਬਿਲਕੁਲ ਨਾ ਕਰਨ ਜਿਨ੍ਹਾਂ ਨੇ ਭੁੱਖੇ ਲੋਕਾਂ ਦੇ ਢਿੱਡ ਦੇ ਵਿੱਚ ਲੱਤ ਮਾਰੀ ਹੈ, ਉਹਨਾਂ ਨੂੰ ਇਹ ਜ਼ਹਿਰ ਪਰੋਸ ਰਹੇ ਹੈ। ਸ਼ਾਇਦ ਕਰੋਨਾ ਦੀ ਬਿਮਾਰੀ ਤੋਂ ਬੰਦੇ ਬਚ ਜਾਣ, ਆਪਾਂ ਕਹਿੰਦੇ ਭੁੱਖ ਨਾਲ ਮਰਨਗੇ, ਪਰ ਮੈਂ ਕਹਿੰਦਾ ਕਿ ਭੁੱਖ ਨਾਲ ਵੀ ਬੰਦੇ ਨਹੀਂ ਮਰ ਸਕਦੇ ਪੰਜਾਬ ਦੇ ਵਿੱਚ, ਕਿਉਂਕਿ ਗੁਰੂਆਂ ਦੀ ਧਰਤੀ ਸਾਨੂੰ 5-5, 4-4 ਕਿਲੋਮੀਟਰ ਤੇ ਗੁਰੂ ਘਰਾਂ 'ਚ ਲੰਗਰ ਮਿਲ ਜਾਂਦੇ ਹੈ।
ਇੱਥੇ ਜਿਹੜਾ ਮਿਲਾਵਟੀ ਖਾਣਾ ਇਹਨਾਂ ਦਿਨਾਂ 'ਚ ਤਕਸੀਮ ਕੀਤਾ ਜਾ ਰਿਹਾ, ਉਹ ਮਿਲਾਵਟੀ ਖਾਣੇ ਦੀ ਵਜ੍ਹਾ ਕਾਰਨ ਲੋਕਾਂ ਦੀਆਂ ਮੌਤਾਂ ਹੋਣਗੀਆਂ, ਇੱਕ ਹੋਰ ਮਹਾਮਾਰੀ ਫੈਲੇਗੀ। ਸੋ ਇਹਨੂੰ ਚਾਹੀਦਾ, ਇਹ ਹੈ ਪੰਜਾਬ ਦੀ ਸਰਕਾਰ ਨੂੰ, ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਕਿ ਕੱਲ ਤੁਸੀਂ ਇੱਥੇ ਐਡਾ ਵੱਡਾ ਫੰਕਸ਼ਨ ਬਣਾ ਕੇ ਗਏ ਹੋ, ਇਹਨੂੰ ਇੱਕ ਜਿਹੜਾ ਹੈਗਾ ਟੈਸਟ ਕੇਸ ਦੇ ਤੌਰ ਤੇ, ਮਿਸਾਲੀ ਕੇਸ ਦੇ ਤੌਰ ਤੇ ਇਹਦੀ ਟ੍ਰਾਇਲ ਜਿਹੜੀ ਹੈਗੀ ਛੇਤੀ ਕਰਵਾਈ ਜਾਵੇ ਔਰ ਇਹਨਾਂ ਲੋਕਾਂ ਨੂੰ ਸਖਤ ਸਜ਼ਾਵਾਂ ਦਿਵਾਉਣਾ ਚਾਹੀਦਾ। ਬਿਲਕੁਲ ਜੀ, ਵਾਕਿਆ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਜੀ। ਸ਼ਗਨਦੀਪ ਹੋਣਾ ਦਾ ਮੈਸੇਜ ਹੈ ਜੀ ਸੋਫਾ ਸਟੂਡੀਓ ਤੋਂ, ਜੇ ਤੁਸੀਂ ਐਲ ਸ਼ੇਪ ਕਸਟਮ ਮੇਡ ਰਾਉਂਡ ਸੋਫਾ ਬੈਸਟ ਕੁਆਲਿਟੀ 'ਚ ਲੈਣਾ ਚਾਹੁੰਦੇ 905 799 8877 ਅਪਾਇੰਟਮੈਂਟ ਬਣਾ ਕੇ ਆ ਸਕਦੇ ਹੋ। ਹਰਦਿਆਲ ਸਿੰਘ ਚੀਤਾਵਣੀ, ਤੁਸੀਂ ਜੇ ਰੈਨੋਵੇਸ਼ਨ ਕਰਾਉਣੀ ਕਿਸੇ ਵੀ ਤਰ੍ਹਾਂ ਦੀ ਗਰਾਜ ਜਿਹੜੀ ਆਪਣੀ ਬੇਸਮੈਂਟ ਨੂੰ ਲੀਗਲ ਕਰਾਉਣਾ, ਬੇਸਮੈਂਟ ਬਣਾਉਣੀ ਹੈ, ਵਾਸ਼ਰੂਮ ਬਣਾਉਣਾ, 647 499 9915 ਸੋਮਲ ਸਟੂਡੀਓ, ਸੋਮਲ ਵਾਚ ਐਂਡ ਕਲੌਕ। ਜੇ ਤੁਸੀਂ ਆਪਣੀ ਘੜੀ ਠੀਕ ਕਰਾਉਣੀ ਜੀ 905 790 2188 ਕਿਸੇ ਵੀ ਤਰ੍ਹਾਂ ਦੀ ਘੜੀ ਜਿਹੜੀ ਤੁਸੀਂ ਬਾਏ ਕਰ ਸਕਦੇ ਹੋ। ਰਾਡੋ, ਰੋਲੈਕਸ, ਸਿਟੀਜ਼ਨ, ਸਿਕੋ 5 ਆਪਾਂ ਕਾਲ ਲੈਣੇ ਆ ਜੀ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਹਾਂ ਚੰਨੀ ਸਰ, ਸਤਿ ਸ਼੍ਰੀ ਅਕਾਲ। ਮੈਂ ਜਿਹੜੀ ਗੱਲ ਕੀਤੀ ਸੀ ਲਿੰਚਿੰਗ ਦੇ ਉੱਪਰ, ਮੈਂ ਕਿਹਾ ਸੀ ਕਿ ਸਖਤ ਕਾਨੂੰਨ ਬਣਾਇਆ ਜਾਵੇ, ਫਾਸਟ ਟਰੈਕ ਤੇ ਚੱਲਿਆ ਜਾਵੇ, ਜਲਦੀ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਏ। ਅਸੀਂ ਇੱਕ ਡੈਮੋਕ੍ਰੇਟਿਕ ਕੰਟਰੀਆਂ 'ਚ ਰਹਿ ਰਹੇ, ਅਸੀਂ ਲਾ ਦੀ ਹੀ ਗੱਲ ਕਰਾਂਗੇ। ਸੰਵਿਧਾਨ ਹੁੰਦੇ ਨੇ, ਸੰਵਿਧਾਨ ਤੋਂ ਬਾਅਦ ਹੀ ਉਹ ਲਾ ਆਉਂਦਾ, ਉਹਦੇ ਲਾ ਦੇ ਬਾਅਦ ਜਿਹੜੀਆਂ ਉੱਥੇ ਦੇ ਕੋਰਟ ਕਚਹਿਰੀਆਂ ਉਹਨਾਂ ਨੂੰ ਲਾਗੂ ਕਰਦੀਆਂ ਨੇ। ਜੇ ਅਸੀਂ ਮਨਮਰਜ਼ੀ ਦੀ ਗੱਲ ਕਰੀਏ ਜਾਂ ਆਪਣੀ ਨੀਅਤ ਦੀ ਗੱਲ ਕਰੀਏ, ਫਿਰ ਤਾਂ ਡਿਕਟੇਟਰਸ਼ਿਪ ਹੈ, ਜਿਹੜਾ ਕੋਈ ਮਰਜ਼ੀ ਨਾਲ ਆਪਣਾ ਲਾ ਦੇਗਾ, ਨਹੀਂ ਤਾਂ ਨਹੀਂ ਲਾ ਦੇਗਾ। ਇਸ ਕਰਕੇ ਮੇਰੀ ਗੱਲ ਨੂੰ ਮਿਸਅੰਡਰਸਟੂਡ ਨਾ ਕਰਨ ਵੀਰ ਜੀ। ਮੇਰਾ ਕਹਿਣ ਦਾ ਮਤਲਬ ਜੇ ਕਾਨੂੰਨ ਹੋਏਗਾ ਤਾਂ ਫਿਰ ਅਦਾਲਤਾਂ ਵੀ ਹੋਣਗੀਆਂ ਤੇ ਫੈਸਲੇ ਵੀ ਕੁਝ ਹੋ ਸਕਦੇ ਨੇ ਜੀ। ਹਾਂ, ਥੈਂਕ ਯੂ, ਧੰਨਵਾਦ ਜੀ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ। 8770 ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਭਾਜੀ ਮੈਂ ਇੱਕ ਗੱਲ ਕਰਨੀ ਚਾਹੁੰਦੀ ਆ, ਆ ਜਿਹੜੀ ਭੈਣ ਜੀ ਹੁਣੀ ਗੱਲ ਕਰਕੇ ਗਈ ਹੈ, ਕਹਿੰਦੀ ਨਾ ਅੱਗੇ ਵੀ ਲੋਕ ਮਰੇ ਤਾਂ ਹੁਣ ਵੀ ਮਰਨੇ ਆ। ਹੁਣ ਜਰਾ ਧਿਆਨ ਨਾਲ ਮੇਰੀ ਗੱਲ ਸੁਣਿਓ ਤੇ ਨਾਲੇ ਢਿੱਲੋਂ ਸਾਹਿਬ ਨਾਲ ਮੇਰੀ ਗੱਲ ਕਰਾਇਓ। ਅੱਗੇ ਜਿਹੜੇ ਲੋਕ ਮਰਦੇ ਸੀਗੇ ਸਾਸ ਦੀ ਬਿਮਾਰੀ ਨਾਲ ਤੇ ਫਲੂ ਦੀ ਬਿਮਾਰੀ ਨਾਲ, ਇੱਕ ਦੂਏ ਨਾਲ ਲੱਗ ਕੇ ਨਹੀਂ ਸੀ ਮਰਦੇ। ਹੁਣ ਇਹ ਜਿਹੜਾ ਬੈਰਨ ਆਇਆ ਹੈਗਾ ਕਰੋਨਾ ਵਾਇਰਸ, ਇਹਦੇ ਨਾਲ ਕੋਈ ਗੱਲ ਵੀ ਕਰਦਾ, ਕਿਸੇ ਕੰਨ ਨੂੰ ਵੀ ਹੱਥ ਲੱਗਦਾ, ਉਹਨੂੰ ਵੀ ਕਰੋਨਾ ਵਾਇਰਸ ਹੁੰਦਾ। ਇਹ ਭੈਣ ਜੀ ਨੂੰ ਗੱਲ ਨਹੀਂ ਕਰਨੀ ਚਾਹੀਦੀ। ਜਿਹੜੇ ਮਨ ਤੇ ਸੱਟ ਬੀਤਦੀ ਆ ਇਹ ਉਹਨੂੰ ਪਤਾ ਹੁੰਦਾ। ਇਹ ਢਿੱਲੋਂ ਸਾਹਿਬ ਨਾਲ ਮੇਰੀ ਗੱਲ ਕਰਾਇਓ। ਹਾਂਜੀ, ਤੇ ਬਾਕੀ ਰਹੇ ਮੋਦੀ ਸਾਹਿਬ ਦੀ ਗੱਲ, ਕਦੀ ਸਿੱਖਾਂ ਨੂੰ ਬਦਨਾਮ ਕਰ ਦਿੰਦੇ, ਕਦੀ ਮੁਸਲਮਾਨਾਂ ਨੂੰ ਬਦਨਾਮ ਕਰ ਦਿੰਦੇ ਆ। ਹੁਣ ਜਿਹੜੇ ਹਿੰਦੂ ਫੜੋ, ਇਹਨਾਂ ਵਾਸਤੇ ਕਾਨੂੰਨ ਮੋਦੀ ਕੋ ਹੈ ਨੇ। ਇਹਦੇ ਸਕੇ ਭਰਾ ਆ ਮੋਦੀ ਸਾਹਿਬ ਦੇ, ਜਿਹੜੇ ਇਹਨਾਂ ਵਾਸਤੇ ਕਾਨੂੰਨ ਮੋਦੀ ਦੇ ਕੋਲ ਹੈ ਨੇ। ਜੀ ਧੰਨਵਾਦ ਭੈਣ ਜੀ, ਧੰਨਵਾਦ ਜੀ। ਜੀ ਢਿੱਲੋਂ ਸਾਹਿਬ, ਮੈਂ ਨਾ ਵੈਸੇ ਮੇਰੇ ਖਿਆਲ ਮੈਨੂੰ ਮੈਂ ਕੋਈ ਗਲਤ ਨਹੀਂ ਸਮਝਿਆ ਭਰਾ ਜੀ ਨੂੰ। ਮੈਂ ਉਹਨਾਂ ਨੇ ਕਾਨੂੰਨ ਦੀ ਗੱਲ ਕਹੀ, ਕਾਨੂੰਨ ਹੈਗੇ ਆ। ਮੈਂ ਇਹ ਨਹੀਂ ਕਿਹਾ ਕਿ ਉਹਨਾਂ ਨੇ ਕੋਈ ਇਤਰਾਜ਼ਯੋਗ ਗੱਲ ਕਹੀ ਹੈ, ਬਿਲਕੁਲ ਠੀਕ ਕਹੀ ਹੈ ਉਹਨਾਂ ਨੇ। ਕਾਨੂੰਨ ਜੇ ਨਾ ਹੁਣ ਕਾਨੂੰਨ ਹੈਗੇ ਆ, ਪਰ ਗੱਲ ਜੇ ਕਾਨੂੰਨ ਬਣ ਵੀ ਜਾਣਗੇ, ਕਾਨੂੰਨ ਲਾਗੂ ਕਰਨ ਵਾਲਾ ਸਾਡਾ ਜਿਹੜਾ ਪ੍ਰੋਸੀਕਿਊਸ਼ਨ ਸਿਸਟਮ ਆ, ਉਹ ਸਾਡੀ ਪੁਲਿਸ ਦਾ ਜਿਹੜੀ ਤਫਤੀਸ਼ੀ ਸਿਸਟਮ, ਉਹ ਇਹਨਾਂ ਦੀ ਨੀਂਹ ਜਿੰਨੀ ਦੇਰ ਤੱਕ ਨੀਂਹ ਸਿੱਧੀ ਨਹੀਂ ਹੁੰਦੀ, ਜਿਹੜਾ ਸਾਡਾ ਸਿਸਟਮ ਹੈ, ਮੈਂ ਸਿਸਟਮ ਦੇ ਉੱਤੇ ਗੱਲ ਕਰ ਰਿਹਾ ਸੀ। ਮੈਂ ਤਾਂ ਇਹਨਾਂ ਦਾ ਹਵਾਲਾ ਦਿੱਤਾ ਵੀ ਉਹ ਗੱਲ ਕਰਕੇ ਗਏ ਸੀ ਕਾਨੂੰਨ ਦੀ। ਕਾਨੂੰਨ ਠੀਕ ਹੈ ਆਪਦੀ ਥਾਂ ਤੇ, ਕਾਨੂੰਨ ਹੈਗੇ ਵੀ, ਕਾਨੂੰਨ ਹੋਰ ਵੀ ਸਖਤ ਬਣ ਜਾਣ। ਸਾਨੂੰ ਇਸ ਕਰਕੇ ਕੋਈ ਇਤਰਾਜ਼ ਨਹੀਂ। ਮੈਂ ਕਦੇ ਵੀ ਕਿਸੇ ਵੀ ਕਾਲਰ ਵੱਲੋਂ ਜੋ ਕੋਈ ਸੁਝਾਅ ਦਿੱਤਾ ਜਾਂਦਾ, ਕੋਈ ਉਹਨਾਂ ਤੋਂ ਸਵਾਲ ਪੁੱਛਿਆ ਜਾਂਦਾ, ਮੈਂ ਕਦੇ ਵੀ ਉਹਦੇ ਤੇ ਬੁਰਾ ਨਹੀਂ ਮਨਾਉਂਦਾ, ਕਦੇ ਵੀ ਕਿੰਤੂ ਪ੍ਰੰਤੂ ਨਹੀਂ ਹੁੰਦਾ। ਮਾਫ ਕਰਨਾ ਮੈਨੂੰ ਜੇ ਤੁਸੀਂ ਤੁਹਾਡੀਆਂ ਭਾਵਨਾਵਾਂ ਇੰਜਰ ਹੋਈਆਂ ਤਾਂ ਮੈਂ ਇਹਦੇ ਲਈ ਖਿਮਾ ਜਾ ਚੁੱਕਿਆ। ਮੇਰਾ ਕੋਈ ਇਸ ਤਰ੍ਹਾਂ ਦਾ ਮਕਸਦ ਨਹੀਂ ਸੀ ਕਹਿਣ ਦਾ ਜੀ। ਹਾਂਜੀ, ਸਵਾਗਤ ਹੈ ਵੀਰ ਜੀ। 4747 ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਵੀਰ ਜੀ। ਗੱਲਾਂ ਤਾਂ ਬਹੁਤ ਦਿਲ ਕਰਦਾ ਕਮੈਂਟਸ ਕੀਤੇ ਜਾਣ। ਟਰੰਪ ਸਾਹਿਬ ਦੀ ਵੀ ਗੱਲ ਹੋਈ ਹੈ, ਅਮਰੀਕਨ ਲੋਕਾਂ ਦੀ ਵੀ ਗੱਲ, ਔਰ ਉਹ ਅਸੀਂ ਕਰ ਰਹੇ ਹਾਂ ਜਿਹੜੇ 72 ਸਾਲ ਅਸੀਂ ਉਹਨਾਂ ਤੋਂ ਜੁੱਤੀਆਂ ਖਾ ਰਹੇ ਹਾਂ, ਜਿਨ੍ਹਾਂ ਦੇ 1200 ਸਾਲ ਮੂੰਹ 'ਚ ਥੁੱਕਿਆ ਜਾਂਦਾ ਸੀ। ਸੋ ਅਸੀਂ ਸੋਚਦੇ ਹਾਂ ਕਿ ਸ਼ਾਇਦ ਸਾਨੂੰ ਟਰੰਪ ਨਾਲੋਂ ਜਾਂ ਅਮਰੀਕਨ ਲੋਕਾਂ ਨਾਲੋਂ ਵੱਧ ਪਤਾ। ਸੋ ਸਾਡੇ ਗੁਰੂਆਂ ਦੀ ਵੀ ਅਸੀਂ ਗੱਲ ਕਰਦੇ ਹਾਂ ਤੇ ਗੁਰੂਆਂ ਨੇ ਸਾਨੂੰ ਕੀ ਹੱਕ ਦਿੱਤੇ ਹੈ, ਤੇ ਅਮਰੀਕਨ ਕੌਨਸਟੀਟਿਊਸ਼ਨ ਅਮੈਂਡਮੈਂਟ 1 ਔਰ ਅਮੈਂਡਮੈਂਟ 2 ਕੀ ਕਹਿੰਦਾ, ਔਰ ਉਹ ਲੋਕ ਕਿਸ ਕਰਕੇ ਬਾਹਰ ਆਏ ਆ, ਉਹਨਾਂ ਦਾ ਕੀ ਮਤਲਬ ਹੈ। ਬਹੁਤ ਲੰਮੀ ਚੌੜੀ ਗੱਲ ਹੈ, ਮੈਂ ਇਹਦੇ ਤੇ ਬਹੁਤਾ ਨਹੀਂ ਜਾਊਂਗਾ। ਪਰ ਮੈਨੂੰ ਅਫਸੋਸ ਹੁੰਦਾ ਹੈ ਕਿ ਸਾਡੇ ਵਿੱਚੋਂ ਹੀ ਕਾਲਰ ਜਾਂ ਅਸੀਂ, ਮੈਂ ਇਹ ਸਮਝਦਾ ਹਾਂ ਕਿ ਹਿੰਦੁਸਤਾਨ ਦੇ ਅੰਦਰ ਬੈਠ ਕੇ ਸਾਨੂੰ ਜਿਹੜੀ ਪੂਰੀ ਫਰੀਡਮ ਨਹੀਂ ਹੈ, ਪਰ ਜਦੋਂ ਅਸੀਂ ਕੈਨੇਡਾ ਅਮਰੀਕਾ ਦੇ ਵਿੱਚ ਬੈਠ ਕੇ ਇਹ ਗੱਲਾਂ ਕਿ ਉੱਥੇ ਡੈਮੋਕ੍ਰੇਸੀ ਹੈ, ਉੱਥੇ ਕਾਨੂੰਨ ਆਏ ਕਰ ਲਓ ਜਾਂ ਨੀਅਤ ਸਾਫ਼ ਕਰ ਲਓ, ਸੋ ਫਿਰ ਵੇਟ ਕਰ ਲੈਣੀ ਸੀ ਅਸੀਂ। ਆਪਣਾ ਜਿਹੜਾ ਹਿਟਲਰ ਸੀ ਉਹਦੀ ਵੀ ਕਿਤੇ ਨਾ ਕਿਤੇ ਨੀਤ ਸਾਫ਼ ਹੋ ਜਾਂਦੀ ਜਾਂ ਸਾਫ਼ ਨੀਤ ਵਾਲਾ, ਇਹ ਗੱਲਾਂ ਦਿਮਾਗ ਚੋਂ ਕੱਢ ਦੇਣੀਆਂ ਚਾਹੀਦੀਆਂ। ਕੋਈ
ਹੋਰ ਹਿੰਦੁਸਤਾਨੀ ਕਰੇ ਤਾਂ ਸ਼ਾਇਦ ਮੈਂ ਥੋੜਾ ਬਹੁਤਾ ਸੋਚ ਲਵਾਂ, ਪਰ ਸਾਡੇ ਤੇ 72 ਸਾਲ ਤੋਂ ਕਿਹੜੀ ਨੀਅਤ, ਕਿਹੜੀ ਕਾਂਗਰਸ, ਕਿਹੜਾ ਮੋਦੀ, ਕਿਹੜੀਆਂ ਗੱਲਾਂ ਹਜੇ ਤੱਕ ਨਹੀਂ ਸਾਨੂੰ ਪਤਾ ਲੱਗਾ ਕਿਹੜੀ ਡੈਮੋਕ੍ਰੇਸੀ ਆ ਉੱਥੇ। ਦੇਖੋ, ਸੋ ਕਾਨੂੰਨ ਪਹਿਲਾਂ ਤੁਹਾਡੇ ਸਾਹਮਣੇ ਫਲਾਣੇ ਜਗ੍ਹਾ ਰੇਪ ਹੋ ਗਿਆ ਜੀ, ਹੁਣ ਕਾਨੂੰਨ ਸਖਤ ਕਰ ਦਿੱਤਾ ਜੀ, ਫਿਰ ਉਹ ਡਰਾਮਾ ਜਿਹਾ ਕੀਤਾ, ਉਹਨਾਂ ਨੂੰ ਫਾਂਸੀ ਦੇ ਦਿੱਤੀ। ਆ ਪਰਸੋਂ ਦੀ ਫੇਰ ਖਬਰ ਹੈ, ਬੱਚੀ ਨੂੰ ਚੱਕ ਕੇ ਲੈ ਗਏ ਮੰਦਿਰ ਦੇ ਵਿੱਚ, ਫੇਰ ਰੇਪ ਕੀਤਾ। ਸੋ ਇਹੋ ਜਿਹੇ ਸਿਸਟਮ ਤੋਂ ਕੋਈ ਨੀਅਤ ਦੀ ਕੋਈ ਜਿਹੜੀ ਹੈ ਉਮੀਦ ਰੱਖਣੀ, ਇੱਕ ਆਪਣੇ ਆਪ ਨੂੰ ਅਨਐਜੂਕੇਟਡ ਸਾਬਤ ਕਰਦੀ ਹੈ। ਦੂਸਰਾ ਕਿ ਕਾਂਗਰਸ ਜਾਂ ਬੀਜੇਪੀ ਜਾਂ ਮੋਦੀ ਜਾਂ ਲਾਲ ਵਾਲੇ ਜਾਂ ਪੀਲੇ ਵਾਲੇ, ਇਹ ਦਿਮਾਗ ਚੋਂ ਕੱਢ ਦੇਣਾ ਚਾਹੀਦਾ। ਹਾਂ ਠੀਕ ਹੈ, ਕਾਂਗਰਸ ਦੇ ਟਾਈਮ ਜਿਹੜਾ ਇਹ ਅੰਦਰ ਖਾਤੇ ਹੁੰਦਾ ਸੀ, ਉਹ ਜਿਹੜੀ ਨਫ਼ਰਤ ਇਹ ਭਰੀ ਹੋਈ ਹੈ, ਜਿਹੜਾ ਹਿੰਦੁਸਤਾਨੀਆਂ ਨੂੰ ਦੇ ਦਿਮਾਗ ਵਿੱਚ ਇਹ ਬਿਠਾਇਆ ਹੋਇਆ ਕਿ ਪਤਾ ਨਹੀਂ ਅਸੀਂ ਪੂਰੀ ਦੁਨੀਆ ਦੇ ਸੁਪਰੀਮ ਅਸੀਂ ਆ, ਸਾਡਾ ਦੇਸ਼ ਬਹੁਤ ਹੈ ਵਧੀਆ ਹੈ, ਜਾਂ ਸਾਡੇ ਸੰਸਕ੍ਰਿਤ ਫਲਾਨਾ ਧਮਕਾ ਇਹ ਉਹ ਸੰਸਕਾਰ, ਇਹ ਸਭ ਬਕਵਾਸ ਜਿੰਨਾ ਵੀ ਦਿਮਾਗ ਵਿੱਚ ਝੂਠਾ ਪ੍ਰਚਾਰ ਭਰਿਆ ਹੈ, ਜਿਹੜਾ ਕਿ ਇੱਕ ਹਿੰਦੁਸਤਾਨੀ ਦੇ ਦਿਮਾਗ ਵਿੱਚ ਦੂਸਰੇ ਪ੍ਰਤੀ ਨਫ਼ਰਤ ਹੈ। ਜਦੋਂ ਉਹ ਹਿੰਦੁਸਤਾਨ ਅੰਦਰ ਨਫ਼ਰਤ ਫੈਲਾਉਣੋਂ ਨਹੀਂ ਹਟਦੇ ਤੇ ਬਾਹਰ ਕਿਵੇਂ ਨਹੀਂ ਫੈਲਾਉਣਗੇ। ਸੋ ਜਿਹੜੀ ਗੱਲ ਹੋਈ ਆ ਅਰਬ ਕੰਟਰੀਆਂ ਦੀ ਦੂਸਰੀ ਤੀਸਰੀ, ਇਹ ਬਹੁਤ ਟਾਈਮ ਦੇ ਅਸੀਂ ਕਹਿੰਦੇ ਆ ਰਹੇ ਹਾਂ, ਤੁਸੀਂ ਇਹ ਵੇਖਦੇ ਜਾਓ ਜਿਹੜੀ ਇਹ ਨਫ਼ਰਤ ਹੈ, ਇਹ ਇਹਨੇ ਰੰਗ ਕੀ ਲਿਆਉਣੇ ਆ। ਜਿਹੜਾ ਵੀ ਹਿੰਦੁਸਤਾਨੀ ਖਵਾਉਂਦਾ ਇਹਦੇ ਜੁੱਤੀਆਂ ਪੈਣੀਆਂ ਪੂਰੇ ਦੁਨੀਆ ਦੇ ਅੰਦਰ। ਸੋ ਹਿੰਦੁਸਤਾਨ ਤੋਂ, ਕਿਸੇ ਮੋਦੀ ਤੋਂ, ਕਿਸੇ ਕਾਂਗਰਸ ਤੋਂ, ਕਿਸੇ ਤੋਂ ਕੋਈ ਉਮੀਦ ਨਾ ਕਰੋ ਕਿ ਉੱਥੇ ਨੀਅਤ ਸਾਫ਼ ਆ ਜੂ, ਉੱਥੇ ਕਾਨੂੰਨ ਬਣ ਜੂ। ਉੱਥੇ ਫੇਲ ਸਟੇਟ ਆ, ਫੇਲ ਸਟੇਟ ਦਾ ਇੱਕੋ ਇੱਕ ਹੱਲ ਹੁੰਦਾ, ਜੋ ਰਸ਼ੀਆ ਦਾ ਹੋਇਆ, USSR ਦਾ ਹੋਇਆ, ਉਹਦਾ ਵੀ ਫੇਲ ਸਟੇਟ ਸੀ। ਉੱਥੇ ਕਿਉਂ ਨਹੀਂ ਇਹ ਉਮੀਦਾਂ ਰੱਖੀਆਂ ਕਿ ਜੀ ਫਲਾਨੀ ਨੀਅਤ ਸਾਫ਼ ਵਾਲਾ ਜੇ ਕਾਨੂੰਨ ਹੋਰ ਬਣਾ ਲਓ। ਉਹਨਾਂ ਕੋਲੇ ਕਿਹੜਾ ਕਾਨੂੰਨ ਬਣਾਉਣ ਨੂੰ ਪੇਪਰ ਖਤਮ ਹੋ ਗਏ ਸੀ ਜਿੱਥੇ ਲਿਖਣਾ ਸੀ ਨਵਾਂ ਕਾਨੂੰਨ। ਸੋ ਉਹਦਾ ਹੱਲ ਇੱਕੋ ਹੀ ਆ, 16-17 ਕੰਟਰੀ ਉਹਦੇ ਬਣੇ ਆ, ਟੁੱਟ ਗਿਆ। ਬਾਕੀ ਐਜ ਏ ਸਿੱਖ ਨੇਸ਼ਨ, ਸਾਡਾ ਤਾਂ ਗੁਰੂ ਨੇ ਸਾਰਾ ਕੁਛ ਹੀ ਵੱਖਰਾ ਬਣਾ ਦਿੱਤਾ, ਸਾਡਾ ਤਾਂ ਨੇਸ਼ਨ ਹੀ ਵੱਖਰਾ, ਸਾਡਾ ਰਾਜ ਆਪਣਾ ਹੁੰਦਾ ਸੀ, ਸਾਡਾ ਝੰਡਾ ਆਪਣਾ, ਸਾਡਾ ਸਭ ਕੁਛ ਵੱਖਰਾ ਉਹਨਾਂ ਨਾਲੋਂ। ਅਸੀਂ ਕੀ ਲੈਣਾ, ਉਹ ਕੀ, ਕੌਣ ਮੱਛੀ ਨਾਲ ਚੌਲ ਖਾਂਦਾ, ਕੌਣ ਪਾਣੀ ਨਾਲ ਚਾਹ ਪੀਂਦਾ। ਸੋ ਸਾਨੂੰ ਆਪਣੇ ਪੰਜਾਬ ਦਾ ਜਿਹੜਾ ਉਹ ਵੇਖਣਾ ਪੈਣਾ। ਅਸੀਂ ਹਿੰਦੁਸਤਾਨ ਦੇ ਅੰਦਰ ਉਹ ਕਾਨੂੰਨ ਉਹ ਕੀ ਬਣਾਉਂਦੇ ਆ, ਕੀ ਨਹੀਂ ਬਣਾਉਂਦੇ, ਸਾਡਾ ਕੋਈ ਭਲਾ ਨਹੀਂ ਹੈ। ਸਾਡੀ ਕੌਮ ਦਾ, ਸਾਡੇ ਪੰਜਾਬ ਦਾ ਇੱਕੋ ਇੱਕ ਹੱਲ ਹੈ, ਫੁੱਲੀ ਫਰੀडम। ਹਾਂਜੀ ਬਿਲਕੁਲ ਜੀ, ਆਪਣਾ ਸਮਾਂ ਜਿਹੜਾ ਸਮਾਪਤੀ ਹੈ। ਧੰਨਵਾਦ ਜੀ, ਧੰਨਵਾਦ ਜੀ। ਬਿਲਕੁਲ ਤੁਹਾਡੇ ਵਿਚਾਰ ਜਿਹੜੇ ਆ ਜਾ ਚੁੱਕੇ ਆ ਜੀ ਔਨ 에ਅਰ। ਢਿੱਲੋਂ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ। ਆਪਣਾ ਜਿਹੜਾ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ, ਆਪਾਂ ਹੁਣ ਕੋਈ ਹੋਰ ਕਾਲ ਨਹੀਂ ਲੈ ਸਕਦੇ। ਬਹੁਤ ਬਹੁਤ ਸ਼ੁਕਰੀਆ ਜੀ। ਧੰਨਵਾਦ ਜੀ, ਸ਼ੁਕਰੀਆ ਜੀ, ਧੰਨਵਾਦ ਜੀ। ਆਪਾਂ ਕੱਲ ਨੂੰ ਫੇਰ ਮਿਲਾਂਗੇ ਜੀ, ਕੱਲ ਨੂੰ ਇਸ ਵਿਸ਼ੇ ਤੇ ਗੱਲਾਂ ਬਾਤਾਂ ਕਰਾਂਗੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਨੀਰੂ ਜੀ ਹੁਣੀ ਪ੍ਰੋਗਰਾਮ ਲੈ ਕੇ ਸਟੂਡੀਓ 'ਚ ਪਹੁੰਚ ਚੁੱਕੇ ਆ। ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।